ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਓ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸ਼ਕ। ਸ਼੍ਰੀ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹਾਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਤਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਤਰੋਂ ਤਰਾ ਤਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਵਾਹਿਗੁਰੂ ਸਾਹਿਬ ਜੀਓ। ਸੁਨ ਕਾਲੂ ਇਸ ਨਾਮ ਅਪਾਰਾ। ਹਉ ਰਾਖੋ ਕਰ ਸੋਧ ਵਿਚਾਰਾ। ਅਬ ਨਿਜ ਕੁਲ ਕੀ ਕੀਜਹਿ ਚਾਲੀ। ਜੋ ਜਚ ਹੈ ਤਿਹ ਭੇਜ ਨ ਖਾਲੀ। ਸੁਨ ਕਾਲੂ ਇਸ ਨਾਮ ਅਪਾਰਾ। ਹਉ ਰਾਖੋ ਕਰ ਸੋਧ ਵਿਚਾਰਾ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਅਜ਼ਮਤ ਬਖਸ਼ਿਸ਼ ਟਲਦੀ ਸ਼ਾਮ ਅਸੀਂ ਸਤਸੰਗਤ ਮਾਣ ਰਹੇ ਹਾਂ। ਗੁਰੂ ਹਜ਼ੂਰੀ ਨੂੰ ਮਾਣਦਿਆਂ ਗੁਰਬਾਣੀ ਕੀਰਤਨ ਦੀ ਚੌਂਕੀ ਸੰਪੂਰਨ ਹੋਈ। ਹੁਣ ਸਮਾਂ ਜੋ ਅਸੀਂ ਲੜੀਵਾਰ ਗੁਰ ਪ੍ਰਤਾਪ ਸੂਰਜ ਰਚਨਾ ਇਤਿਹਾਸਕ ਵਾਰਤਾ ਦੇ ਰੂਪ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਸ ਵਿੱਚ ਕੁਝ ਅਗਲੇ ਪਦਿਆਂ ਦੀ ਵਿਚਾਰ ਕਰਨ ਦਾ ਹੈ। ਸੋ ਇਸ ਗੋਚਰੇ ਅਸੀਂ ਸਾਰੇ ਸਤਸੰਗੀ ਬਣੇ ਹਾਂ। ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਜੋ ਲਗਾਤਾਰਤਾ ਨਾਲ ਲੜੀ ਚੱਲ ਰਹੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦੇ ਸਮੇਂ ਦੀ ਬਾਤ ਕਵੀ ਸੰਤੋਖ ਸਿੰਘ ਚੂੜਾਮਣੀ ਜੀ ਸਾਡੇ ਸਾਹਮਣੇ ਕਾਵ ਟੋਟਿਆਂ ਵਿੱਚ ਦੋਹਰੇ ਚੌਪਈਆਂ ਦੇ ਵਿੱਚ ਪੇਸ਼ ਕਰ ਰਹੇ ਨੇ। ਜੋ ਇਹਦਾ ਬ੍ਰਿਤਾਂਤ ਆ ਗੁਰੂ ਅੰਗਦ ਸਾਹਿਬ ਨੂੰ ਭਾਈ ਬਾਲਾ ਜੀ ਗੁਰੂ ਮਹਾਰਾਜ ਦੇ ਪ੍ਰਕਾਸ਼ ਦਾ ਜਨਮ ਬ੍ਰਿਤਾਂਤ ਦਾ ਵੇਰਵਾ ਸੁਣਾ ਰਹੇ ਨੇ। ਇਸ ਵੇਰਵੇ ਦੇ ਵਿੱਚ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋ ਗਿਆ ਸੰਮਤ 1526 ਮੁਰਾਦ ਈਸਵੀ ਸਨ 1469। ਉਸ ਸਮੇਂ ਦੀ ਵਾਰਤਾ ਜਦੋਂ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਗੁਰੂ ਬਾਬਾ ਜੀ ਦੇ ਪਿਤਾ ਜੀ ਬਾਬਾ ਕਾਲੂ ਜੀ ਪੰਡਤ ਨੂੰ ਬੁਲਾਉਂਦੇ ਨੇ। ਪੰਡਤ ਆ ਕੇ ਗੁਰੂ ਮਹਾਰਾਜ ਜੀ ਦੇ ਸਮੇਂ ਨੂੰ ਨੋਟ ਕਰਦਾ ਆ ਅਤੇ ਪਰਿਵਾਰ ਦੀ ਜੋ ਰਹੋ ਰੀਤ ਸੀਗੀ ਉਹਦੇ ਮੁਤਾਬਕ ਉਹ ਸਾਰਾ ਉਸ ਤਰੀਕੇ ਦਾ ਵਹੀ ਖਾਤਾ ਬਣਾਉਂਦਾ ਜਿਹਨੂੰ ਅਸੀਂ ਜਨਮ ਪੱਤਰੀ ਵਗੈਰਾ ਕਹਿੰਦੇ ਹਾਂ। ਸੋ ਇਹ ਸਾਰੀ ਬਾਤ ਹੋ ਚੁੱਕੀ ਹੈ। ਹੁਣ ਬਾਬਾ ਕਾਲੂ ਜੀ ਰਿਕੁਐਸਟ ਕਰ ਰਹੇ ਨੇ ਕਿ ਇਸ ਨਵ ਬਾਲਕ ਦਾ ਇਸ ਨਵ ਜੋ ਸ਼ਿਸ਼ੂ ਆਇਆ ਹੈ ਇਹਦੇ ਨਾਮਕਰਨ ਦੀ ਬਾਤ ਕੀਤੀ ਜਾਏ, ਇਹਦਾ ਨਾਮ ਰੱਖਿਆ ਜਾਏ। ਸੋ ਅੱਜ ਦੀ ਵਾਰਤਾ ਦੇ ਵਿੱਚ ਅਸੀਂ ਯਤਨ ਕਰਾਂਗੇ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਜੋ ਨਾਨਕ ਨਾਮ ਆ, ਜੋ ਉਹਨਾਂ ਦੇ ਨਾਮਕਰਨ ਹੁੰਦਾ, ਉਹਦੇ ਉੱਤੇ ਜੋ ਕਵੀ ਜੀ ਬਾਤ ਕਰਦੇ ਨੇ ਉਸ ਨੂੰ ਸਮਝ ਸਕੀਏ। ਸੋ ਆਓ ਆਪਣੀ ਤਕਰੀਰ ਵਿਚਾਰ ਪ੍ਰਾਰੰਭ ਕਰੀਏ। ਸਭ ਤੋਂ ਪਹਿਲਾਂ ਯਕ ਆਵਾਜ਼ ਹੁੰਦਿਆਂ ਮਨ ਬਿਰਤੀਆਂ ਦੀ ਇਕਾਗਰਤਾ ਦੇ ਨਾਲ ਆਵਾਜ਼ਾਏ ਫਤਿਹ ਦੇਣੀ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਸੁਨ
ਸੁਨ ਕਾਲੂ ਇਸ ਨਾਮ ਅਪਾਰਾ, ਹਉ ਰਾਖੋ ਕਰ ਸੋਧ ਵਿਚਾਰਾ। ਕਹਿੰਦੇ ਨੇ ਜਦੋਂ ਬਾਬਾ ਕਾਲੂ ਜੀ ਨੇ ਪਾਂਧੇ ਹਰਦਿਆਲ ਨੂੰ ਕਿਹਾ ਕਿ ਤੁਸੀਂ ਜੋ ਕੋਈ ਦਾ ਨਾਮ ਵੀ ਹੁਣ ਰੱਖੋ, ਨਾਮ ਸੁਜੈਸਟ ਕਰੋ ਸਾਨੂੰ, ਇਸ ਬੱਚੇ ਦਾ ਨਾਮ ਕੀ ਰੱਖਣਾ ਹੈ। ਤੇ ਪਾਂਧਾ ਹਰਦਿਆਲ ਇਹ ਬਾਤ ਇਜ਼ਹਾਰ ਵਿੱਚ ਲਿਆਉਂਦਾ, ਉਹ ਕਹਿੰਦਾ ਕਿ ਇਸ ਬਾਲਕ ਦਾ ਨਾਮ ਬੜਾ ਅਪਾਰ ਹੋਏਗਾ, ਮਹਿਮਾ ਵਾਲਾ ਹੋਏਗਾ। ਹਉ ਰਾਖੋਂ ਕਰ ਸੋਧ ਵਿਚਾਰਾ, ਇਸ ਲਈ ਮੈਨੂੰ ਸਮਾਂ ਚਾਹੀਦਾ ਹੈ। ਮੈਂ ਸੋਧ ਵਿਚਾਰ ਕੇ ਇੱਕ ਬਿਲਕੁਲ ਡੀਪ ਆਪਣੇ ਆਪ ਦੇ ਵਿੱਚ ਅਨੈਲੋਜੀ ਕਰਕੇ, ਪ੍ਰੋਸੈਸ ਕਰਕੇ ਫਿਰ ਇਹਦੇ ਉੱਤੇ ਬਾਤ ਕਰਾਂਗਾ। ਸੋ ਬਾਬਾ ਕਾਲੂ ਜੀ ਦੇ ਸਾਹਮਣੇ ਉਹ ਰਾਈਟ ਵੇ ਯਕਦਮ ਨਾਮ ਰੱਖਣ ਤੋਂ ਆਪਣੀ ਅਸਮਰੱਥਾ ਦਾ ਇਜ਼ਹਾਰ ਕਰਦਾ ਹੈ ਜੀ। ਦੋਹਰਾ ਇਹ ਬਿਦ ਕਹਿ ਦਿਜਬਰ ਗਇਓ, ਜੋ ਤਿਸ ਕਰਤ ਵਿਚਾਰ। ਇਸ ਤਰੀਕੇ ਦੇ ਨਾਲ ਕਹਿੰਦੇ ਨੇ ਸਾਰੀਆਂ ਆਪਣੀਆਂ ਜੋਤਿਸ਼ ਦੀਆਂ ਜੋ ਖਾਸ ਕਰਕੇ ਜੋ ਬ੍ਰਾਹਮਣੀ ਮਤ ਦੇ ਬਾਤ ਸੀ ਕਿ ਉਹ ਸਾਰੀ ਕਰਕੇ ਪਾਂਧਾ ਬਾਬਾ ਕਾਲੂ ਜੀ ਤੋਂ ਵਿਦਾਈ ਲੈਂਦਾ ਹੈ ਜੀ। ਦਰ ਪਰ ਤੋਰਨ ਸੁੰਦਰਮ ਬਾਂਧਤ ਹਰਖ ਅਪਾਰ। ਉਹਨਾਂ ਨੇ ਆਪਣੇ ਗ੍ਰਹਿ ਵਿਖੇ ਬਾਬਾ ਕਾਲੂ ਜੀ ਨੇ ਵਿਹੜੇ ਦੇ ਅੱਗੇ ਜਿਵੇਂ ਸਿਰੇ ਬੰਨੀ ਦੇ ਨੇ ਐਵੇਂ ਪੱਤੇ ਬੰਨੇ ਨੇ। ਅਜੇ ਤੱਕ ਵੀ ਸਾਡੀਆਂ ਟ੍ਰੈਡੀਸ਼ਨਸ ਵਿੱਚ ਇਹੋ ਜਿਹੀਆਂ ਚੀਜ਼ਾਂ ਤੁਹਾਨੂੰ ਮਿਲ ਜਾਂਦੀਆਂ ਨੇ। ਘਰ ਵਿੱਚ ਬੱਚੇ ਦਾ ਜਨਮ ਹੋਵੇ, ਖਾਸ ਕਰਕੇ ਕੁਝ ਇਲਾਕਿਆਂ 'ਚ ਅੰਬ ਦੇ ਪੱਤੇ, ਸ਼ਰੀਂ ਦੇ ਪੱਤੇ, ਜਿਵੇਂ ਜਿਵੇਂ ਦੇ ਆਰ ਵਿਸ਼ਵਾਸ ਹੁੰਦੇ ਉਹਦੇ ਮੁਤਾਬਕ ਕੁਝ ਚੀਜ਼ਾਂ ਕੀਤੀਆਂ ਜਾਂਦੀਆਂ। ਇਹ ਜਿਹਨੂੰ ਅਸੀਂ ਟਰਾਈਬ ਕਲਚਰ ਕਹਿੰਦੇ ਆ, ਕਬਾਇਲੀ ਕਲਚਰ, ਉਹਦੇ ਵਿੱਚੋਂ ਚੀਜ਼ਾਂ ਨਿਕਲ ਕੇ ਆਈਆਂ ਨੇ। ਦੇਖੋ ਗੱਲ ਇਸ ਤਰ੍ਹਾਂ ਆ, ਬੰਦਾ ਜਿਵੇਂ ਜਿਵੇਂ ਤਰਕ ਦੇ ਨਾਲ, ਰੈਸ਼ਨਲ ਮਾਈਂਡ ਦੇ ਨਾਲ ਚੱਲ ਰਿਹਾ ਹੈ, ਚੀਜ਼ਾਂ ਚੰਗੀਆਂ ਹੁੰਦੀਆਂ, ਸਾਫ਼ ਗੋਈ ਨਾਲ ਸਮਝ ਆਉਂਦੀਆਂ, ਸਭ ਉਸ ਰੂਪ ਵਿੱਚ ਚੱਲਦਾ। ਪਰ ਇਹ ਵੀ ਸੱਚ ਹੈ, ਅਸੀਂ ਸਿਰਫ ਬੌਧਿਕ ਪੱਧਰ 'ਤੇ, ਇੰਟਲੈਕਟ ਦੇ ਲੈਵਲ 'ਤੇ ਨਹੀਂ ਜੀ ਸਕਦੇ। ਸਾਨੂੰ ਬਹੁਤ ਸਾਰੀਆਂ ਚੀਜ਼ਾਂ ਮਨ ਦੇ ਪੱਧਰ 'ਤੇ ਵੀ, ਮਨ ਦੇ ਵੀ ਉਸ ਵਲਵਲਿਆਂ ਵਿੱਚੋਂ ਨਿਕਲਦੀਆਂ ਨੇ। ਬਹੁਤ ਸਾਰੀਆਂ ਚੀਜ਼ਾਂ ਤੁਸੀਂ ਬਿਲਕੁਲ ਉਹਨਾਂ ਦਾ ਤਰਕ ਦਲੀਲ ਕਰਕੇ ਫੋਲੋ ਨਹੀਂ ਕਰਦੇ। ਕੁਝ ਜਿਵੇਂ ਪਿੱਛੋਂ ਆਉਂਦੀਆਂ ਨੇ ਉਹਨਾਂ ਦੇ ਨਾਲ ਅੱਗੇ ਤੁਸੀਂ ਉਸੇ ਫਲੋ 'ਚ ਤੁਰੇ ਜਾਂਦੇ ਹੋ। ਸੋ ਇਹ ਸਾਰਾ ਜਿਹੜਾ ਹਿਊਮਨ ਬਿਹੇਵੀਅਰ ਆ, ਇੱਕ ਬੜਾ ਕੰਪਲੈਕਸ ਆ ਜੇ ਧਿਆਨ ਨਾਲ ਦੇਖੋਗੇ। ਤੇ ਕਈ ਵਾਰੀ ਇਹ ਹੁੰਦਾ, ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲੈ ਕੇ ਲੋਕੀ ਆਰਗੂਮੈਂਟ ਕਰਦੇ, ਕਹਿੰਦੇ ਆਹ ਵੀ ਠੀਕ ਨਹੀਂ, ਆਹ ਵੀ ਠੀਕ ਨਹੀਂ। ਕਈ ਵਾਰੀ ਇਹ ਵੀ ਹੁੰਦਾ, ਉਸ ਆਰਗੂਮੈਂਟ ਦੇ ਪਿੱਛੇ ਕੋਈ ਵਾਕਿਆ 'ਚ ਕੋਈ ਬੜੀ ਗਹਿਰੀ ਬਾਤ, ਸਮਝ, ਰਮਜ ਜਿਹੜੀ ਉਹ ਛੁਪੀ ਹੁੰਦੀ, ਤੇ ਉਹ ਕਹਿੰਦੇ ਭਾਈ ਇਹਨਾਂ ਚੀਜ਼ਾਂ ਦਾ ਫਾਇਦਾ ਕੋਈ ਨਹੀਂਗਾ। ਪਰ ਹਾਂ, ਦਾਨੇ ਲੋਕ ਕਹਿੰਦੇ ਜਿਹਦਾ ਫਾਇਦਾ ਨੁਕਸਾਨ ਕੋਈ ਨਹੀਂ, ਉਹਦੇ ਬਾਰੇ ਬਹਿਸ ਮੁਬਾਲਸੇ ਬਹੁਤਾ ਕਰਨ ਦੀ ਲੋੜ ਵੀ ਨਹੀਂ। ਗੱਲ ਇਤਨੀ ਕੀ ਹੈ ਕਿ ਮਨੁੱਖਵਾਦੀ ਹੋ ਕੇ ਜੀਏ। ਇਨਸਾਨ ਆਪਣੀ ਇਨਸਾਨੀ ਫਿਤਰਤ ਦੇ ਵਿੱਚ ਸੁਹਜ ਸਮਝ ਦਾ ਉਹ ਪੱਲਾ ਨਾ ਛੱਡੇ। ਪਰ ਕਵੀ ਜੀ ਨੇ ਜਿਵੇਂ ਬਿਆਨ ਕੀਤਾ ਕਿ ਦਰ ਪਰ ਤੋਰਨ ਸੁੰਦਰੰਗ ਬੰਧਤ ਹਰਖ ਅਪਾਰ, ਬੜੀ ਖੁਸ਼ੀ ਦੇ ਨਾਲ ਦਰਵਾਜ਼ੇ ਦੇ ਉੱਤੇ ਕੁਝ ਸਿਹਰਿਆਂ ਵਰਗੇ ਪੱਤੇ ਬੰਨੇ ਗਏ ਨੇ ਜੀ। ਚੌਪਈ ਆਵ ਹੈ ਦਰ ਬਹੁ ਜਾਚਕ ਜਚ ਹੈ, ਤਾਲਨ ਪੂਰ ਕਲੀਵ ਸੋ ਨਚ ਹੈ। ਇਸ ਤਰ੍ਹਾਂ ਜਾਣੋ ਕਿ ਕਿਉਂਕਿ ਸਮਾਜ ਦੇ ਵਿੱਚ ਕੁਝ ਰਹੋ ਰੀਤਾਂ ਇਸ ਤਰ੍ਹਾਂ ਬਣ ਜਾਂਦੀਆਂ, ਤੇ ਉਹਨਾਂ ਰਹੋ ਰੀਤਾਂ ਨੂੰ ਪਾਲਿਆ ਜਾਂਦਾ, ਉਹਨਾਂ ਨੂੰ ਉਸੇ ਰੂਪ ਵਿੱਚ ਚੱਲਦੇ ਰਹਿਣ ਦਿੱਤਾ ਜਾਂਦਾ। ਇਹਦੇ ਬਾਰੇ ਥੋੜ੍ਹੀ ਜਿਹੀ ਬੇਨਤੀ ਕਰਾਂ। ਵਧਾਈਆਂ ਮੰਗਣੀਆਂ, ਦੂਜੇ ਕੋਲੋਂ ਜਾ ਕੇ ਉਦੋਂ ਕੁਝ ਉਹਦੀ ਤਾਰੀਫ ਕਰਨੀ, ਉਹਦੇ ਕੋਲੋਂ ਕੁਝ ਆਪਣੀ ਝੋਲੀ ਵਿੱਚ ਪਵਾਉਣ ਵਾਸਤੇ ਕੁਝ ਇਹੋ ਜਿਹੇ ਲਫ਼ਜ਼ ਅਲਫਾਜ਼ ਕਹਿਣੇ, ਇਹ ਉਸ ਕਲਚਰ ਦਾ ਪਾਰਟ ਰਿਹਾ ਹੈ। ਉਹਦੇ ਲਈ ਇਸ ਤਰ੍ਹਾਂ ਜਾਣੋ ਕਿ ਇਹ ਕੋਈ ਬਹੁਤ ਉਮਦਾ ਚੀਜ਼ ਤੇ ਹੈ ਨਹੀਂ ਗੀ ਵਡਿਆਉਣ ਵਾਲੀ। ਅੱਜ ਦੀ ਤਾਰੀਖ ਵਿੱਚ ਵੀ ਤੁਸੀਂ ਲੋਕ ਜਦੋਂ NRIs ਦੇ ਤੌਰ 'ਤੇ, ਹੁਣ ਤੇ ਖੈਰ ਉਹ NRIs ਦਾ ਸਟੇਟਸ ਵੀ ਉਹ ਨਹੀਂ ਰਹਿ ਗਿਆ, ਉਹਨਾਂ ਦਾ ਸਟੇਟਸ ਵੀ ਡਾਊਨ ਹੋ ਗਿਆ, ਜਿਹੜਾ ਅੱਜ ਤੋਂ 10-20 ਸਾਲ ਪਹਿਲਾਂ ਹੁੰਦਾ ਸੀਗਾ। ਲੋਕ ਆਮ ਸ਼ਿਕਾਇਤ ਕਰਦੇ ਨੇ, ਹੁਣ ਕੋਈ ਨਹੀਂ ਪੁੱਛਦਾ ਉੱਥੇ ਹੁਣ ਇਸ ਤਰੀਕੇ ਨਾਲ। ਹਾਂ, ਕਦੀ ਹੁੰਦਾ ਸੀ ਸਟੇਟਸ ਉਸ ਰੂਪ ਵਿੱਚ ਇਹ ਹੈ ਵੀ ਜਾਂਦੇ ਸੀ ਲੋਕ, ਅਤੇ ਉੱਥੇ ਪਿੰਡਾਂ ਥਾਵਾਂ ਦੇ ਵਿੱਚ, ਖਾਸ ਕਰਕੇ ਪੰਜਾਬ ਅਤੇ ਦੁਆਬ ਏਰੀਏ 'ਚ ਮੈਂ ਕਾਫੀ ਦੇਖਿਆ ਕਿ ਇੱਕਦਮ ਮੰਗਣ ਵਾਲੇ ਆ ਜਾਂਦੇ, ਤੂੰ ਬਾਹਰੋਂ ਆਇਆ, ਵਿਲਾਇਤੀ ਹੈ, ਪੈਸੇ ਦੇ, ਆਹ ਦੇ, ਇਸ ਰੂਪ ਵਿੱਚ ਲੋਕੀ ਉਹਨਾਂ ਨੂੰ ਦਿੰਦੇ ਵੀ। ਇਹ ਚੱਲਣ ਰਿਹਾ, ਅਤੇ ਇਸ ਚੱਲਣ ਨੂੰ ਕਿਹਾ ਗਿਆ ਕਿ ਹਾਂ ਚਲੋ ਕਿਸੇ ਨੇ ਝੂਠੀ ਸੱਚੀ ਵਡਿਆਈ ਕਰ ਦਿੱਤੀ, ਬੰਦੇ ਨੂੰ ਖੁਸ਼ੀ ਮਿਲ ਗਈ, ਇਹ ਸਭ ਚੀਜ਼ਾਂ ਹੁੰਦੀਆਂ। ਅਨਫੋਰਚੂਨੇਟਲੀ ਇਹ ਕੋਈ ਬਹੁਤ ਉਮਦਾ ਕਲਚਰ ਨਹੀਂ ਗਾ। ਖਾਸ ਤੌਰ 'ਤੇ ਜਿਵੇਂ ਅਸੀਂ ਕੈਨੇਡਾ 'ਚ ਰਹਿ ਰਹੇ ਹਾਂ, ਹੁਣ ਸਾਡੇ ਹਰ ਮੋੜ ਮੀਨਾਰ ਦੇ ਉੱਤੇ ਕੋਈ ਨਾ ਕੋਈ
ਮਤਲਬ ਮੰਗਣ ਵਾਲਾ, ਜਿਹਨੂੰ ਪੈਨ ਹੈਂਡਲਰਸ ਕਹਿੰਦੇ ਆ, ਯੂ ਕੈਨ ਸੀ ਦੈਮ। ਲੱਗਦਾ ਇਹ ਆ ਕਿ ਕੀ ਫਰਕ ਪੈਂਦਾ ਭਾਈ ਸਾਹਿਬ, ਇਸ ਰੂਪ ਦੇ ਵਿੱਚ ਗੱਲ ਆ। ਲੌਂਗ ਰਨ ਦੇ ਅੰਦਰ ਇਹਦਾ ਜਿਹੜਾ ਸੋਸ਼ਲ ਸਟਰਕਚਰ 'ਤੇ ਅਸਰ ਪੈਣਾ ਉਹ ਬੜਾ ਨਾ ਪੱਖੀ ਹੋਣਾ, ਬੜਾ ਮਤਲਬ ਰੋਂਗ ਸਾਈਡ ਨੂੰ ਉਹਦਾ ਚੱਲਣ ਚੱਲਦਾ ਹੈ। ਇਹਦੀਆਂ ਤੁਸੀਂ ਮਿਸਾਲਾਂ ਦੇਖਣੀਆਂ, ਨਿਊਯਾਰਕ ਸਿਟੀ ਜਾ ਕੇ ਦੇਖ ਸਕਦੇ ਹੋ, ਬਹੁਤ ਸਾਰੇ ਐਸੇ ਡਾਊਨਟਾਊਨ ਦੇ ਕੋਰਸ ਦੇ ਵਿੱਚ ਏਰੀਏ 'ਚ ਦੇਖ ਸਕਦੇ ਹੋ। ਇੱਥੇ ਲੋਕੀ ਫਿਰ ਬਾਅਦ 'ਚ ਲੰਘਦੇ ਵੀ ਡਰਦੇ ਨੇ। ਸੋ ਇਸ ਢੰਗ ਦੀਆਂ ਬਾਤਾਂ ਹੁੰਦੀਆਂ। ਪਰ ਹਾਂ, ਉਸ ਕਲਚਰ ਦੇ ਵਿੱਚ ਬਾਤ ਰਹੀ, ਫਰਕ ਲੋਕਾਂ ਦੇ ਰਹਿਣ ਸਹਿਣ ਦੇ ਵਿੱਚ ਅਮੀਰ ਤੇ ਗਰੀਬ ਦਾ ਬਹੁਤ ਵੱਡਾ ਹੋ ਗਿਆ। ਇੱਕ ਉਹ ਵੀ ਹੈ ਜਿਹਦੇ ਵਾਸਤੇ 10 20 50 100 ਦਮੜੇ ਕੋਈ ਵੈਲਿਊ ਨਹੀਂ ਰੱਖਦੇ, ਉਹਦੀ ਪੋਕਟ ਦੀ ਚੇਂਜ ਵੀ ਉਹਦੇ ਤੋਂ ਜ਼ਿਆਦਾ ਆ, ਉਹ ਚੱਕ ਕੇ ਐਵੇਂ ਸੱਟਣ ਲੱਗਿਆ ਦੂਜੀ ਵਾਰੀ ਵੇਖਦਾ ਵੀ ਨਹੀਂ ਵੀ ਇਹ ਕਿਹੜੀ ਹੈ, ਤੇ ਚੇਂਜ ਆ ਖਰਾਤ ਕਿਤੇ ਵੀ ਸੱਟ ਸਕਦਾ। ਤੇ ਉਹ ਵੀ ਸ਼ਖਸ ਆ ਜਿਹਦੇ ਵਾਸਤੇ $2 ਉਹਦੇ ਪੂਰੇ ਦਿਨ ਦੇ ਕਹਿ ਲਓ ਕਿ ਉਹਦੇ ਫੂਡ ਵਾਸਤੇ ਉਹਦੇ ਲਈ ਬੜੀ ਨੈਸੈਸਿਟੀ ਬਣ ਜਾਂਦੀ ਹੈ। ਸੋ ਇੱਕ ਬਿਗ ਗੈਪ, ਇਹ ਗੈਪ ਜਦੋਂ ਸੁਸਾਇਟੀ 'ਚ ਵੱਧਦਾ ਆ, ਫਿਰ ਦੋ ਤਬਕੇ ਐਵੇਂ ਵੱਧਦੇ ਤੁਰੇ ਲੱਗੇ ਜਾਂਦੇ ਨੇ। ਆਪਾਂ ਉਸ ਮੁਬਾਲਿਕ ਵਿੱਚ ਆਏ ਜਿੱਥੇ ਇਸ ਕਿਸਮ ਦੀ ਹਾਲਾਤ ਅਸੀਂ ਵੇਖੇ, ਤੇ ਅਜੇ ਤੱਕ ਵੀ ਉਹ ਮੌਜੂਦ ਹੈ। ਤੇ ਉਹ ਖਾਈ ਜਿਹੜੀ ਹੈ ਉਹ ਹੋਰ ਗਹਿਰੀ ਹੋਈ ਤੁਰੀ ਲੱਗੀ ਜਾਂਦੀ ਹੈ। ਗੁਰਮਤਿ ਸਕੂਲ ਨੂੰ ਤੁਸੀਂ ਜਦੋਂ ਧਿਆਨ ਨਾਲ ਪੜ੍ਹੋਗੇ ਨਾ, ਜਿਹੜਾ ਹੰਨੇ ਮੇਰੀ ਦਾ ਕਨਸੈਪਟ ਆ, ਸਾਡੇ ਘਰ ਦੇ ਵਿੱਚ ਦਾਨ ਦਾ ਸੰਕਲਪ ਨਹੀਂ ਹੈ, ਨਾ ਕੋਈ ਦਾਨੀ ਹੈ ਤੇ ਨਾ ਕੋਈ ਦਾਨ ਦੇ ਕੇ ਆਪਣੇ ਆਪ ਨੂੰ ਦਾਤਾ ਅਖਵਾ ਕੇ ਤੇ ਦੂਜੇ ਨੂੰ ਮੰਗਤਾ ਬਣਾਉਣ ਵਾਲਾ। ਸਾਡੇ ਘਰ ਦਾ ਸੰਕਲਪ ਹੈ ਦਸਵੰਧ ਦਾ। ਦਸਵੰਧ ਦੇ ਕਨਸੈਪਟ ਨੂੰ ਐਵੇਂ ਸਮਝੋ ਵੀ 100 ਕਮਾਇਆ ਆ, 90 ਸਫਲਾ ਹੋਏ ਮੇਰਾ, ਇਸ ਵਾਸਤੇ 10 ਮੈਂ ਲੋਕ ਭਲਾਈ ਵਾਸਤੇ ਲਗਾ ਦਿਆਂ। ਇਹ ਕਨਸੈਪਟ ਲਿਆਂਦਾ ਗਿਆ। ਇਹਦੇ ਅੰਦਰ ਜਿਹਨੇ 10 ਕਮਾਏ ਨੇ ਜਾਂ 100 ਕਮਾਇਆ ਹੈ, ਉਹਦੀ ਇਹ ਡਿਊਟੀ ਓਬਲੀਗੇਸ਼ਨ ਆ ਕਿ ਆਲੇ ਦੁਆਲੇ ਦੇ ਭਲੇ ਵਾਸਤੇ ਖਰਚ ਕਰੇ ਹੋ। ਤੇ ਜਿਹੜੇ 10 ਖਰਚੇ ਜਾ ਰਹੇ ਨੇ, ਡੈਫੀਨੇਟਲੀ 10 ਵੱਡਾ 10% ਇਨਕਮ ਦਾ ਹਿੱਸਾ ਹੈ, ਉਹਦੇ ਬਾਬਤ ਅਕਾਊਂਟੇਬਿਲਿਟੀ ਤੈਅ ਹੋਏਗੀ। ਉਹਦੇ ਬਾਬਤ ਜਿਹਨੂੰ ਟਰਾਂਸਪੇਰੈਂਸੀ ਕਹਿੰਦੇ ਅਸੀਂ, ਪਾਰਦਰਸ਼ਤਾ, ਉਹ ਤੈਅ ਹੋਏਗੀ। ਸਾਡੇ ਇੰਸਟੀਟਿਊਸ਼ਨ ਮੋਸਟਲੀ ਅਸੀਂ ਦੇਖੀਏ ਉਹਨਾਂ 'ਚ ਨਾ ਟਰਾਂਸਪੇਰੈਂਸੀ ਰਹਿ ਗਈ ਹੈ, ਨਾ ਅਕਾਊਂਟੇਬਿਲਿਟੀ ਰਹਿ ਗਈ ਹੈ। ਇਸ ਲਈ ਸਾਡਾ ਜਿਹੜਾ ਪਿਛਲੇ 40-50 ਸਾਲਾਂ 'ਚ ਹਾਲ ਹੋਇਆ ਹੈ, ਇਹ ਹਾਲ ਇੱਥੇ ਪਹੁੰਚ ਗਿਆ। ਨਹੀਂ ਤੇ ਇੱਕ ਐਸੀ ਕਮਿਊਨਿਟੀ ਹੋਏ ਜਿਹਦੇ ਜਨਰਸ ਲੈਵਲ ਦਾ, ਜਨਰੋਸਿਟੀ ਦੀ ਲੋਕੀ ਮਿਸਾਲ ਦਿੰਦੇ ਹੋਣ, ਤੇ ਉਹ ਤੇ ਇੱਕ ਸਿੰਡੀਕੇਟ ਬਿਲਡ ਕਰ ਲੇ। ਪਰ ਅਨਫੋਰਚੂਨੇਟ ਪਾਰਟ ਇਹ ਹੋਇਆ ਕਿ ਇਹ ਦੋ ਚੀਜ਼ਾਂ ਦੀ ਖਾਮੀ ਪੈ ਗਈ। ਜਦੋਂ ਬੰਦਾ ਕਹਿੰਦਾ ਮੈਂ ਕਿਹੜਾ ਕੁਝ ਦਿੱਤਾ ਆ, ਮੈਂ ਜੇਬ ਦੀ ਚੇਂਜ ਕੱਢ ਕੇ ਕਿਸੇ ਚੀਜ਼ 'ਚ ਪਾਈ ਆ, ਤੇ ਮੈਨੂੰ ਕੀ ਲੋੜ ਹੈ, ਚੇਂਜ ਜਿੱਥੇ ਮਰਜ਼ੀ ਲੱਗ ਜੇ। ਤੇ ਜਿਸ ਨੇ ਚੇਂਜ ਲਈ ਉਹ ਕਹਿੰਦਾ ਤੂੰ ਕਿਹੜਾ ਕੋਈ ਵੱਡਾ ਦਿੱਤਾ, ਵੱਡਾ ਤੂੰ ਹਿਸਾਬ ਕਿਤਾਬ ਮੰਗਣ ਵਾਲਾ ਮੇਰੇ ਤੋਂ। ਹਾਂ, ਜੇ ਚੀਜ਼ਾਂ ਦਸਵੰਧ ਤੇ ਖੜੀਆਂ ਕਰੋਗੇ, ਆਪਣੀ ਇਨਕਮ ਦਾ ਐਗਜ਼ੈਕਟਲੀ ਸ਼ਾਰਪਨ ਹਿੱਸਾ ਕੱਢ ਕੇ ਉੱਥੇ ਲਾਓਗੇ, ਉਹ ਸਾਹਮਣੇ ਤੋਂ ਜਦੋਂ ਰਿਜ਼ਲਟਸ ਨਹੀਂ ਆਉਣਗੇ, ਤੁਸੀਂ ਉਹਨਾਂ ਨੂੰ ਪਾਰਦਰਸ਼ਤਾ ਬਾਰੇ ਪੁੱਛੋਗੇ, ਤੁਸੀਂ ਉਹਨਾਂ ਨੂੰ ਟਰਾਂਸਪੇਰੈਂਸੀ ਬਾਰੇ ਗੱਲ ਹੋਏਗੀ। ਇੱਥੋਂ ਕਮਿਊਨਿਟੀਜ਼ ਬਿਲਡ ਹੁੰਦੀਆਂ ਨੇ। ਇਹਦੇ ਬਾਬਤ ਈਵਨ ਅੱਜ ਦੇ ਸਮਾਜ ਵਿੱਚ ਵੀ ਗੁਰੂ ਕੇ ਹਜ਼ੂਰ ਬੈਠੇ ਆ। ਆਈ ਡੋਂਟ ਵਾਂਟ ਟੂ ਐਕਚੁਅਲੀ ਨੇਮ ਦੋਜ਼ ਕਾਈਂਡ ਆਫ ਕਮਿਊਨਿਟੀਜ਼ ਓਵਰ ਹੇਅਰ, ਬਟ ਵੀ ਕੈਨ ਸੀ ਥੀਜ਼ ਕਮਿਊਨਿਟੀਜ਼ ਇਨ ਕੈਨੇਡੀਅਨ ਸੋਸਾਇਟੀ ਐਂਡ ਵੀ ਹੈਵ ਐਕਚੁਅਲੀ ਸੀਨ ਸੋ ਮੈਨੀ ਟਾਈਮ। ਅਸੀਂ ਪ੍ਰਾਈਵੇਟ ਸੈਟਿੰਗ ਵਿੱਚ ਕਈ ਵਾਰੀ ਬੈਠ ਕੇ ਬਾਤਾਂ ਕਰਦੇ ਵੀ ਇਹ ਸਮਾਜ ਇੰਨੇ ਥੋੜ੍ਹੇ ਸਮੇਂ 'ਚ ਇੱਥੋਂ ਤੁਰਿਆ ਸੀ, ਇੱਥੇ ਪਹੁੰਚ ਗਿਆ। ਭਈ ਉਹੀ ਐਕਸਰਸਾਈਜ਼ ਆ ਜਿਹੜੀ ਕਦੀ ਗੁਰੂ ਬਾਬਾ ਜੀ ਨੇ ਸਾਨੂੰ ਸਿਖਾਈ ਸੀ। ਪ੍ਰੋਸਪਰ ਪਿਕਚਰ ਸਾਰਿਆਂ ਨੂੰ ਚੰਗੀ ਲੱਗਦੀ ਹੈ, ਪਰ ਪ੍ਰੋਸਪਰ ਪਿਕਚਰ ਜਿਹੜੀ ਹੈ ਇਹ ਕਿਸੇ ਸੈਕਰੀਫਾਈਸ ਤੋਂ ਬਿਨਾਂ ਨਹੀਂ ਆਉਂਦੀ। ਬੰਦਾ ਜੇ ਬਹੁਤ ਗੂੜ ਲਾਲਚ 'ਚ ਪੈ ਜਾਏ ਤੇ ਸਮਾਜ ਗਰਕਤਾ ਤੁਰਿਆ ਲਗਾ ਜਾਂਦਾ ਹੈ। ਸਾਡਾ ਸਲੋਗਨ, ਇੱਕ ਦਿਨ ਥੋੜ੍ਹੀ ਜਿਹੀ ਸ਼ਾਇਦ ਬਾਤ ਹੋਈ ਸੀ, ਮੈਨੂੰ ਯਾਦ ਪੈਂਦਾ, ਪਰ ਅੱਜ ਉੱਥੇ ਲੰਮੀ ਬਾਤ ਨਹੀਂ ਕਰ ਪਾਵਾਂਗੇ। ਸਾਡੇ ਘਰ ਦਾ ਇਹ ਬੋਲਾ ਰਿਹਾ ਹੈ ਵੀ ਜੋ ਬਾਬੇ ਕੇ ਦਾਮ ਨਾ ਦੇ ਹੈ ਤਿਨ ਤੇ ਫਿਰ ਬਾਬਰ ਕੇ ਲੈ ਹੈ। ਇਹ ਤੁਸੀਂ ਚਾਹੋ ਤੇ ਚੰਗੇ ਪਾਸੇ ਆਪਣੀ ਮਰਜ਼ੀ ਨਾਲ ਖਰਚ ਲਵੋ, ਜੇ ਨਹੀਂ ਖਰਚੋਗੇ ਤੇ ਮਾੜੇ ਪਾਸੇ ਖਰਚਣ ਲਈ ਤਿਆਰ ਹੋ ਜਾਓ, ਕਿਉਂਕਿ ਇਹ ਪੋਸੀਬਿਲਿਟੀ ਹੈ। ਆਪਾਂ ਇਹਨਾਂ ਮੁਲਕਾਂ 'ਚ ਆਏ ਜਿੱਥੇ ਲੋਕਾਂ ਨੇ ਕਿਹਾ ਵੀ ਹੈਵਨ ਹੀ ਹੈ ਬਿਲਕੁਲ ਉਸ ਰੂਪ ਦੇ ਵਿੱਚ। ਅੱਛਾ, ਫਿਰ ਇੱਕ ਚੀਜ਼ 'ਤੇ ਜ਼ੋਰ ਲੱਗ ਗਿਆ ਵੀ ਇਨਕਮ ਵੱਧ ਹੁੰਦੀ ਜਾਏ, ਟੈਕਸ ਘਟਦਾ ਜਾਏ। ਉਹ ਕਹਿੰਦੇ ਠੀਕ ਹੈ, ਕੋਈ ਨਾ, ਬਚਾ ਲਓ। ਅੱਛਾ, ਜਿੰਨਾ ਟੈਕਸ ਸੇਵ ਕਰਦੇ ਜਾਵਾਂਗੇ ਅਲਟੀਮੇਟਲੀ ਪੇ ਕਿੱਥੇ ਕਰਾਂਗੇ? ਐਕਸਟੋਰਸ਼ਨ ਇੱਥੇ ਸ਼ੁਰੂ ਹੋਈ। ਆਹ ਹੁਣ ਦੀਆਂ ਖੇਡਾਂ ਨੇ ਸਾਰੀਆਂ, ਇੱਕ ਤੋਂ ਬਾਅਦ ਇੱਕ ਲੋਕੀ ਕਹਿੰਦੇ ਉਹਨੇ ਵੀ ਪੇ ਕੀਤੇ, ਉਹਨੇ ਵੀ ਪੇ ਕੀਤੇ, ਤੁਹਾਨੂੰ ਮਿਲ ਜਾਂਦੇ ਸਾਰਾ ਕੁਝ। ਅਜੇ ਤੇ ਹਾਲੀ ਇਹ ਬਿਗਨਿੰਗ ਹੈ, ਸ਼ੁਰੂਆਤ ਹੈ। ਤੁਸੀਂ ਥੋੜ੍ਹਾ ਇਸ ਤੋਂ ਅੱਗੇ ਚਲੇ ਜਾਓ। ਸਪੋਜ਼ ਇੱਥੇ ਅਸੀਂ ਇੰਸਟੀਟਿਊਸ਼ਨ ਸਕੂਲਾਂ ਦੀ ਹਾਲਤ ਦੇਖੋ। ਸਕੂਲਾਂ ਦੇ ਵਿੱਚ ਮਤਲਬ ਸਾਡੇ ਕੋਲ ਮੋਸਟਲੀ ਸਕੂਲ ਜਿਹੜੇ ਨੇ, ਚੰਗੇ ਟੀਚਰਸ ਜਿਹੜੇ ਟੈਲੈਂਟਡ ਟੀਚਰ ਨੇ, ਉਹਨਾਂ ਲਈ ਸਟਰਗਲ ਕਰ ਰਹੇ ਨੇ। ਆਉਂਦੇ 5-7 ਸਾਲਾਂ ਦੀ ਤਸਵੀਰ ਇਸ ਤੋਂ ਵੀ ਭਿਆਵੇ ਬਣ ਜਾਣੀ, ਇਸ ਤੋਂ ਵੀ ਭਿਆਨਕ ਬਣਨ ਦੀ ਉਮੀਦ ਹੋ ਰਹੀ ਹੈ। ਦੂਜੇ ਪਾਸੇ ਕਹਿੰਦੇ ਨਹੀਂ, ਪ੍ਰਾਪਰਟੀ ਟੈਕਸ ਨਾ ਵਧੇ, ਆਹ ਚੀਜ਼ ਨਾ ਵਧੇ, ਆਹ ਚੀਜ਼ ਨਾ ਵਧੇ। ਮੈਂ ਕਹਿੰਦਾ
ਮਨੀ ਇਸ ਰੂਪ ਵਿੱਚ ਕਿਸੇ ਇੰਸਟੀਟਿਊਸ਼ਨ 'ਚ ਪਾਉਣੀ ਟੈਕਸ ਦੇ ਰੂਪ ਵਿੱਚ ਮਾੜੀ ਚੀਜ਼ ਨਹੀਂ ਗੀ। ਹਾਂ, ਉਹਦੇ ਲਈ ਅਕਾਊਂਟੇਬਿਲਿਟੀ ਤੈਅ ਕਰੋ, ਮਿਸਮੈਨੇਜਮੈਂਟ ਨਾ ਹੋਏ, ਪਰ ਉਹਦੇ ਅਹਿਸਾਸ ਹੀ ਨਹੀਂ ਗਾ। ਹਾਲਤ ਇਹ ਬਣੀ ਪਈ ਹੈ, ਜਿਹੜੀ ਫਾਈਨੈਂਸ਼ੀਅਲ ਲਿਟਰਸੀ ਹੈ ਨਾ, ਇਹ ਸੋਸ਼ਲ ਲਿਟਰਸੀ ਤੋਂ ਬਿਨਾਂ ਨਹੀਂ ਆਉਂਦੀ। ਜੇ ਬੰਦਾ ਸੋਸ਼ਲ ਲਿਟਰਸੀ 'ਚ ਆ ਜਾਏ, ਪਤਾ ਲੱਗੇ ਸੋਸਾਇਟੀ ਮੇਰੀ ਹੈ, ਬੰਦੇ ਨੂੰ ਤੇ ਨਹੀਂ ਲੱਗਦਾ ਘਰ ਮੇਰਾ ਆ। ਬੰਦਾ ਇਸ ਤਰ੍ਹਾਂ ਕਰ ਰਿਹਾ ਵੀ ਮੈਂ ਨਾ ਟਾਈਮ ਬੀਇੰਗ ਬਸ ਆ 5 ਜਾਂ 7 ਸਾਲ ਦਾ ਪ੍ਰੋਗਰਾਮ ਹੈ ਮੇਰਾ, ਮੈਂ ਨਾ ਨਿਆਣਿਆਂ ਨੂੰ ਇੰਨੀ ਕੁ ਸਪੋਰਟ ਕਰਨੀ ਹੈ, ਉਸ ਤੋਂ ਬਾਅਦ ਬਸ ਇਹ ਪੈਣ ਖੂਹ ਦੇ 'ਚ, ਇਹ ਪੈਣ ਖਾਈ 'ਚ, ਮੈਨੂੰ ਕੀ ਮਤਲਬ ਆ। ਇਹਦਾ ਮਤਲਬ ਆਈ ਐਮ ਆਲਰੇਡੀ ਐਕਚੁਅਲੀ ਗਿਵਿੰਗ ਅਪ, ਮੈਂ ਆਲਰੇਡੀ ਗਿਵ ਅਪ ਕਰ ਦਿੱਤਾ ਆ। ਇਸ ਤੋਂ ਫਿਰ ਕਿਹੋ ਜਿਹਾ ਸਮਾਜ ਬਣੇਗਾ? ਜੇ ਅਹਿਸਾਸ ਹੋਏ ਵੀ ਇਹਨਾਂ ਨੇ ਜਨਰੇਸ਼ਨਸ ਇੱਥੇ ਰਹਿਣਾ ਮੇਰੀਆਂ ਨੇ, ਉਹਨਾਂ ਨੂੰ ਮੈਂ ਕੀ ਦੇ ਕੇ ਚੱਲਾਂ ਵਾ। ਆਖਰਕਾਰ ਕੱਲ੍ਹ ਨੂੰ ਮੈਨੂੰ ਮੇਰੇ ਗ੍ਰੈਂਡ ਕਿਡਸ ਕਿਵੇਂ ਯਾਦ ਕਰਨਗੇ, ਮੇਰੀ ਕਿਹੋ ਜਿਹੀ ਲੈਗੇਸੀ ਹੋਏਗੀ। ਮੇਰੀ ਚੌਥੀ ਜਨਰੇਸ਼ਨ ਗ੍ਰੇਟ ਗ੍ਰੈਂਡ ਕਿਡਸ ਜਦੋਂ ਆਪਣੇ ਨਿਆਣਿਆਂ ਦੇ ਨਾਂ ਰੱਖ ਰਹੇ ਹੋਣਗੇ, ਤੇ ਉਹ ਮੇਰੇ ਗ੍ਰੇਟ ਗ੍ਰੈਂਡ ਕਿਡਸ ਨੂੰ ਮੇਰੇ ਪੜਪੋਤੇ ਜਾਂ ਕਹਿ ਲਓ ਕਿ ਆਪਣੇ ਮੇਰੇ ਪੜਪੋਤੇ ਪੜਪੋਤੀਆਂ ਪੁੱਛਣਗੇ, ਉਹਨਾਂ ਦੇ ਬੱਚੇ ਪੁੱਛਣਗੇ ਆਪਣੇ ਮਾਪਿਆਂ ਦੇ ਰੂਪ ਦੇ 'ਚ ਉਹਨਾਂ ਨੂੰ ਵੀ ਦੱਸੋ ਤੁਹਾਡੇ ਗ੍ਰੇਟ ਗ੍ਰੈਂਡ ਪਾ ਦਾ ਨਾਮ ਕੀ ਸੀਗਾ, ਉਹਦੀ ਕਿਹੋ ਜਿਹੀ ਪਰਸਨੈਲਿਟੀ ਸੀਗੀ। ਮੈਂ ਉਹਨੂੰ ਰਿਵਾਈਵ ਕਰਨਾ ਚਾਹੁੰਦਾ ਵਾਂ, ਮੈਂ ਉਹਨੂੰ ਦੁਬਾਰਾ ਉਸ ਲੈਗੇਸੀ ਨੂੰ ਜੀਣਾ ਚਾਹੁੰਦਾ ਵਾਂ। ਇਹ ਹੁੰਦਾ ਅਸਲ ਵਿੱਚ ਸਾਂਝਾਂ ਦਾ ਕਨਸੈਪਟ। ਪਰ ਇਹ ਹੈ ਜਦੋਂ ਬੰਦਾ ਕਹਿੰਦਾ ਵੀ ਬਸ ਅੱਜ ਦਾ ਦਿਨ ਨਿਕਲਿਆ, ਘੜੀ ਨਿਕਲੀ, ਇੰਨੀ ਬਹੁਤ ਆ, ਬਸ ਇੰਨੇ ਕੁ ਰੂਪ 'ਚ ਇੰਨਾ ਕੁ ਵਿਜ਼ਨ ਤੇ ਮਿਸ਼ਨ ਰੱਖਿਆ ਜਾਏ। ਬੰਦੇ ਨੂੰ ਹੁੰਦਾ ਮੇਰੇ ਬੱਚੇ ਪੜ੍ਹ ਜਾਣ, ਬਸ ਮੈਨੂੰ ਇਹਦੇ ਤੱਕ ਹੀ ਹੈ। ਅਗਾਂ ਕੋਈ ਖੂਹ 'ਚ ਡਿੱਗੇ, ਕੋਈ ਅਗਾਂ ਖਾਈ 'ਚ ਡਿੱਗੇ, ਮੈਨੂੰ ਕਾਹਦੀ ਕਹਿ ਰਿਹਾ। ਸਾਡੇ ਇੱਥੇ ਸਟੇਟਸ ਦੇ ਵਿੱਚ ਜਰਸੀ ਦੇ ਇੱਕ ਦਿਨ ਮੇਰੇ ਸੱਜਣ ਬਾਤ ਸੁਣਾ ਰਹੇ ਮੈਨੂੰ, ਉਹ ਕੁਝ ਸਿੰਡੀਕੇਟ ਖੜੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿਸੇ, ਅਤੇ ਇੱਕ ਬੜਾ ਵੱਡੀ ਬਿਲਡਿੰਗ ਸੀ, ਅਤੇ ਉਹ ਲੈਂਡ ਦਾ ਉਹਨਾਂ ਨੇ ਮਨ ਬਣਾਇਆ ਕਿ ਇੱਥੇ ਅਸੀਂ ਕੋਈ ਆਪਣਾ ਗੁਰਮਤ ਇੰਸਟੀਟਿਊਸ਼ਨ ਖੜਾ ਕਰਨਾ ਹੈਗਾ। ਅਤੇ ਉਹਦੇ ਬਾਬਤ ਉਹਨਾਂ ਨੇ ਕੋਈ ਉੱਥੇ ਬੜੇ ਬਿਲੀਅਨੀਅਰ ਬੰਦੇ ਨੇ ਉਹਨਾਂ ਨੂੰ ਬੁਲਾਇਆ ਅਤੇ ਆਪਣੇ ਤਾਂ ਉਹਨਾਂ ਨੂੰ ਕਿਹਾ ਵੀ ਇਸ ਤਰੀਕੇ ਨਾਲ, ਅਤੇ ਉਹ ਬਹੁਤੀ ਰਕਮ ਉਹਨਾਂ ਵਾਸਤੇ ਵੱਡੀ ਨਹੀਂ ਸੀ, 5-7 ਮਿਲੀਅਨ ਡਾਲਰ ਦੀ ਖੇਡ ਸੀ ਸਾਰੀ। ਅਤੇ ਉਹਨਾਂ ਨੂੰ ਕਿਹਾ ਵੀ ਆਹ ਤੁਸੀਂ ਬਾਏ ਕਰ ਦਿਓ ਸਾਨੂੰ, ਅਤੇ ਅਸੀਂ ਆਹ ਕੰਮ ਕਰਨਾ ਹੈ। ਉਹ ਕਹਿੰਦਾ ਕੋਈ ਨਾ ਬਾਏ ਕਰ ਲਵਾਂਗੇ। 2-4 ਗੱਲਾਂ ਹੋਰ ਹੋਈਆਂ, ਪਰ ਉਹ ਕਹਿੰਦਾ ਬਾਏ ਕਾਹਦੇ ਲਈ ਕਰਨੀ ਹੈ? ਕਹਿਣ ਲੱਗੇ ਭਾਈ ਸਾਹਿਬ ਬਾਏ ਕਾਹਦੇ ਲਈ ਕਰਨੀ ਹੈ, ਸਾਡੇ ਕੋਲ ਕੋਈ ਬੱਚਿਆਂ ਨੂੰ ਐਕੈਡੈਮਿਕ ਲੈਵਲ 'ਤੇ ਗੁਰਬਾਣੀ ਸਿੱਖੀ ਜਿਹੜਾ ਹੈਗਾ ਸਿੱਖ ਲਿਟਰੇਚਰ ਪੜ੍ਹਾਉਣ ਵਾਸਤੇ ਕੁਛ ਹੈ ਨਹੀਂ ਗਾ। ਸੋ ਵੀ ਗੋਨਾ ਸਟਾਰਟ ਹੇਅਰ ਦੈਟ ਕਾਈਂਡ ਆਫ ਇੰਸਟੀਟਿਊਸ਼ਨ। ਉਹ ਕਹਿੰਦਾ ਠੀਕ ਹੈ। ਫਿਰ ਥੋੜ੍ਹੀ ਦੇਰ ਸੋਚ ਕੇ ਕਹਿੰਦਾ ਮੇਰੇ ਤੇ ਬੱਚੇ ਦੋਨੋਂ ਸਕੂਲ ਪੜ੍ਹ ਚੁੱਕੇ ਨੇ, ਹੁਣ ਉਹ ਤਾਂ ਯੂਨੀਵਰਸਿਟੀ ਚਲੇ ਗਏ ਨੇ, ਅਤੇ ਉਹ ਯੂਨੀਵਰਸਿਟੀ ਆਪਣੀ ਡਨ ਕਰਕੇ ਉਹਨਾਂ ਦੇ ਵਿਆਹ ਹੋ ਜਾਣੇ ਨੇ, ਅਤੇ ਮੈਂ ਤਾਂ ਜਿਵੇਂ ਯੂਨੀਵਰਸਿਟੀ ਡਨ ਹੋਈ ਅਤੇ ਮੇਰਾ ਪਲਾਨ ਹੈ ਮੈਂ ਤਾਂ ਯੂਰਪ ਜਾ ਕੇ ਰਹਿਣਾ ਆ, ਮੈਂ ਤਾਂ ਉੱਥੇ ਆਪਣੀ ਕਾਟੇਜ ਲਈ ਆਲਰੇਡੀ। ਕਹਿੰਦਾ ਮੈਨੂੰ ਤਾਂ ਇਹਦਾ ਕੋਈ ਫਾਇਦਾ ਨਹੀਂ ਹੈਗਾ। ਉਹ ਕਹਿੰਦਾ ਮੈਂ ਅਹਿਸਾਸ ਕਰ ਰਿਹਾ, ਮਾਈ ਗੁੱਡਨੈਸ, ਮੀਨ ਹੋਣਾ ਕੀ ਹੁੰਦਾ ਆ। ਬੰਦਾ ਇਸ ਲੈਵਲ 'ਤੇ ਸੈਲਫਿਸ਼, ਅਤੇ ਫਿਰ ਇਹ ਕਲੇਮ ਕਰੇ ਮੈਂ ਆ ਕੇ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣਾ, ਮੈਂ ਮੱਥਾ ਟੇਕਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਜਿਹੜਾ ਤੇ ਗੱਲ ਹੀ ਇਹ ਕਹਿ ਰਿਹਾ ਹੈ ਕਿ ਭਲਿਆ ਦਰਗਾਹ 'ਚ ਜਵਾਬ ਦੇ ਹੋਣੀ ਤੇਰੀ, ਤੂੰ ਇੱਕ ਦਿਨ ਦਰਗਾਹ ਕਚਹਿਰੀ 'ਚ ਖੜੇ ਹੋਣਾ ਹੈ, ਅਤੇ ਉਸ ਦਿਨ ਜਵਾਬ ਕਿਵੇਂ ਦੇਵੇਂਗਾ? ਮਹਾਰਾਜ ਕਿਵੇਂ ਦਿਆਂਗਾ ਮੈਂ, ਮੈਨੂੰ ਦਰਗਾਹ 'ਚ ਥਾਂ ਕਿਵੇਂ ਮਿਲੇਗਾ? ਬਾਬਾ ਜੀ ਕਹਿੰਦੇ ਐਵੇਂ ਮਿਲੇਗਾ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਜਾਈ ਹੈ। ਦੁਨੀਆ ਦੇ ਵਿੱਚ ਭਲਿਆ ਕੁਝ ਕੰਟਰੀਬਿਊਟ ਕਰਕੇ ਜਾ, ਕੁਝ ਸੇਵਾ ਕਰਕੇ ਜਾ। ਹੁੰਦਾ ਇਹ ਸਮਾਜ ਦੀ ਖਾਈ ਵੱਧਦੀ ਲੱਗੀ ਜਾਂਦੀ। ਜਿਹੜੇ ਲੋਕ ਕੰਮਕਾਰ ਕਰਨ ਵਾਲੇ ਜਾਂ ਹੋਰ ਲੋਕ ਆਪਣੀ ਸਟਰਗਲ ਕਰਦੇ, ਫਿਰ ਉੱਥੋਂ ਇੱਕ ਨਵਾਂ ਕਲਚਰ ਬਿਲਟ ਹੁੰਦਾ, ਕਿਸੇ ਤੋਂ ਜਾ ਕੇ ਮੰਗੋ, ਫਿਰ ਲੋਕ ਵਧਾਈਆਂ ਮੰਗਦੇ, ਫਿਰ ਲੋਕ ਕਿਸੇ ਕੋਲੋਂ ਜਾ ਕੇ ਬੈਗਿੰਗ ਕਰਦੇ, ਅਤੇ ਬੈਗਿੰਗ ਕਰਨ ਦੇ ਫਿਰ ਕਈ ਢੰਗ ਤਰੀਕੇ ਹੁੰਦੇ। ਜੇ ਧਿਆਨ ਨਾਲ ਦੇਖੋਗੇ ਨਾ, ਮਾਫੀ ਮੰਗਾਂ ਗੁਰੂ ਕੇ ਹਜ਼ੂਰ ਬੈਠੇ ਹਾਂ, ਸਾਡੇ ਪ੍ਰਚਾਰ ਦਾ ਜਿਹੜਾ ਬਹੁਤਾ ਢੰਗ ਤਰੀਕਾ ਬਹੁਤਾ ਸਾਵਾ ਨਹੀਂ ਗਾ, ਪਰ ਅਨਫੋਰਚੂਨੇਟਲੀ ਕੱਲਾ ਦੁਕੱਲਾ ਬੰਦਾ ਕਰੇਗਾ ਵੀ, ਅਤੇ ਕੀ ਕਰੇਗਾ, ਚੱਲਦੇ ਫਲੋ ਦੇ ਵਿੱਚ ਜਿਵੇਂ ਚੱਲਦਾ ਉਹਦੇ 'ਚ ਜਿੰਨਾ ਕੁ ਕੰਟਰੀਬਿਊਸ਼ਨ ਪੈਂਦਾ ਅਤੇ ਪਾ ਦਈਏ। ਭਾਈ ਗੁਰਦਾਸ ਜੀ ਦਾ ਇੱਕ ਪਦਾ ਆ, ਉਹ ਕਹਿੰਦੇ ਜੈਸੇ ਕਰ ਲਾਗੇ ਆਗ ਜਾਗ, ਕੂਆ ਖੋਦਿਓ ਚਾਹੇ, ਕਾਰਜ ਨਾ ਸਿੱਧ ਹੋਏ ਰੋਏ ਪਛੁਤਾਈ ਹੈ। ਹਾਲਤ ਇਹ ਬਣੀ ਹੈ ਵੀ ਘਰ ਨੂੰ ਲੱਗੀ ਹੋਏ ਅੱਗ, ਅਤੇ ਉਦੋਂ ਬੰਦਾ ਅੱਗ ਲੱਗੀ ਦੇ ਵਿੱਚ ਖੂਹ ਖੋਦਣ ਲਈ ਤੁਰ ਲੱਗ ਪਏ, ਮੈਂ ਹੁਣ ਖੂਹ ਖੋਦ ਕੇ ਨਾ ਅਤੇ ਪਾਣੀ ਕੱਢ ਕੇ ਘਰ ਦੀ ਅੱਗ ਬੁਝਾਵਾਂਗਾ। ਭਾਈ ਗੁਰਦਾਸ ਜੀ ਕਹਿੰਦੇ ਐਵੇਂ ਅੱਗ ਨਹੀਂ ਬੁਝਦੀ ਹੁੰਦੀ। ਉਹ ਤਾਂ ਇਹ ਹੈ ਵੀ ਜਿਹੜਾ ਹੱਥ ਆਉਂਦਾ ਘਰ ਦੇ ਵਿੱਚੋਂ
ਉਹਨਾਂ ਕੱਢ ਕੇ ਕਿਸੇ ਤਰੀਕੇ ਨਾਲ ਭੱਜ ਕੇ ਬਚਾ ਲਓ, ਬਾਕੀ ਸੜ ਕੇ ਸਵਾਹ ਹੋ ਜਾਣਾ। ਗੁਸਤਾਖੀ ਲਈ ਮਾਫੀ, ਹਾਲਤ ਕੁਝ ਇਸ ਕਿਸਮ ਦੀ ਹੈ। ਇੱਥੇ ਬਹੁਤ ਜ਼ਿਆਦਾ ਬੰਦਾ ਕਿ ਵੀ ਸੁਧਾਰ ਲਾਂ, ਐਸਾ ਕੁਛ ਤੇ ਹੋ ਨਹੀਂ ਸਕਦਾ। ਜਸਟ ਇਹ ਹੈ, ਥੋੜ੍ਹੇ ਬਹੁਤੇ ਮਨ ਦੇ ਵਲਵਲੇ ਨੇ, ਥੋੜ੍ਹੇ ਬਹੁਤੇ ਗੁਰੂ ਕੇ ਹਜ਼ੂਰ ਬੈਠ ਕੇ ਕੁਝ ਸੱਚ ਕਹਿਣ ਦੀ ਕੋਸ਼ਿਸ਼ ਕਰਦਾ, ਆਪ ਸਰੋਤ ਪਾ ਰਹੇ ਹੋ, ਇੰਨਾ ਕੀ ਬਹੁਤ ਆ। ਹੁਣ ਜੋ ਕਲਚਰਲ ਸਾਈਡ ਤੋਂ ਗੱਲ ਆ ਰਹੀ ਹੈ ਉਹਦੇ 'ਤੇ ਆਪਾਂ ਫੋਕਸ ਕਰੀਏ। ਜੋ ਇੱਥੇ ਕਵੀ ਜੀ ਬਾਤ ਕਰ ਰਹੇ, ਕਹਿਣਗੇ ਆਵੇਂ ਦਰ ਬਹੁ ਜਾਚਕ ਜਾਚੈ। ਬਾਬਾ ਕਾਲੂ ਜੀ ਦੇ ਬਾਬਤ ਪਤਾ ਲੱਗਾ, ਪਟਵਾਰੀ ਦੇ ਗ੍ਰਹਿ ਵਿਖੇ ਪੁੱਤ ਹੋਇਆ, ਮੁੰਡਾ ਹੋਇਆ, ਉਹਦੇ ਘਰ ਦੇ ਵਿੱਚ ਫਰਜ਼ਿੰਦ ਇੱਕ ਬੱਚੇ ਦੀ ਆਮਦ ਹੋਈ ਹੈ ਬੇਟੇ ਦੇ ਰੂਪ ਦੇ ਵਿੱਚ, ਤੇ ਬਹੁਤ ਸਾਰੇ ਯਾਚਕ ਮੰਗਣ ਵਾਲੇ ਬਾਬਾ ਕਾਲੂ ਦੇ ਘਰ ਆ ਰਹੇ ਨੇ। ਤਾਲਨਪੁਰ ਕਲੀਵ ਸੋ ਨਾਚੈ। ਕਲੀਵ ਖੁਸਰਿਆਂ ਨੂੰ ਕਹਿੰਦੇ, ਉਹ ਜਿਹੜੇ ਕਿੰਗਰ ਨੇ ਉਹ ਤਾਲਾਂ ਪੂਰੇ ਤਾਲੀਆਂ ਮਾਰ ਰਹੇ ਨੇ, ਆ ਕੇ ਤਾੜੀਆਂ ਵਜਾ ਕੇ ਬਾਬਾ ਕਾਲੂ ਦੇ ਵਿਹੜੇ ਦੇ ਵਿੱਚ ਨੱਚ ਰਹੇ ਨੇ ਤੇ ਮੰਗ ਰਹੇ ਨੇ ਜੀ। ਢੋਲਕ ਟਲਕਾ ਘੁੰਗਰੂ ਤਾਲੀ, ਤਾਲ ਮਿਲਾਵਹਿ ਲੇਹ ਭਵਾਲੀ। ਹਾਲਤ ਇਹ ਹੈ ਵੀ ਉਹ ਟੋਲੀਆਂ ਬੰਨ੍ਹ ਕੇ ਢੋਲ ਟੱਲੀਆਂ, ਘੁੰਗਰੂ, ਕੰਸੀਆਂ, ਇਹ ਸਭ ਚੀਜ਼ਾਂ ਵਜਾ ਰਹੇ ਨੇ ਅਤੇ ਪੁਆਂਟਲੀਆਂ ਲੈ ਕੇ ਮੀਨ ਬੜਾ ਨਾਚ ਕਰਕੇ ਸਭ ਚੀਜ਼ਾਂ ਉਹ ਸਭ ਕਰਦਿਆਂ ਹੋਇਆਂ, ਐਂਟਰਟੇਨ ਕਰਦਿਆਂ ਹੋਇਆਂ ਬਾਬਾ ਕਾਲੂ ਤੋਂ ਕੁਝ ਵਧਾਈ ਦੀ ਯਾਚਨਾ ਦੇ ਵਿੱਚ ਨੇ ਜੀ। ਗਾਵਹਿ ਗੀਤ ਮਦਰ ਧੁਨ ਧਾਰੀ, ਦੇ ਸੁਹਾਦੀ ਸੁੰਦਰ ਗਾਰੀ। ਹਲ ਇਸ ਰੂਪ ਵਿੱਚ ਹੋਈ ਪਈ ਗੱਲ ਆ ਕਿ ਗਾਵਹਿ ਗੀਤ ਮਧੁਰ ਧੁਨ ਧਾਰੀ, ਬੜੀਆਂ ਸੁੰਦਰ ਧੁਨਾਂ ਦੇ ਵਿੱਚ ਸਵਾਣੀਆਂ ਗੀਤ ਗਾ ਰਹੀਆਂ ਨੇ। ਦੇਹ ਸੁਹਾਤੀ ਸੁੰਦਰ ਗਾਰੀ, ਜਿਹਨੂੰ ਸਿੱਠਣੀਆਂ ਕਿਹਾ ਜਾਂਦਾ ਹੈ। ਗੁਰਮਤਿ ਸਕੂਲ ਦੇ ਅੰਦਰ ਕੁਝ ਚੀਜ਼ਾਂ ਹੌਲੀ ਕਰਕੇ ਉਹ ਇਸ ਤਰ੍ਹਾਂ ਕਹਿ ਲਓ ਨਿਖਾਰ ਦਿੱਤੀਆਂ ਗਈਆਂ, ਵੱਖਰੀਆਂ ਕਰ ਦਿੱਤੀਆਂ ਗਈਆਂ। ਜ਼ਿਆਦਾਤਰ ਨੱਚਣਾ ਟੱਪਣਾ ਭੰਗੜਾ ਇਹੋ ਜਿਹੀਆਂ ਚੀਜ਼ਾਂ, ਜਾਂ ਬਹੁਤ ਕਹਿ ਲਓ ਕਿ ਸੁਧਾਰਵਾਦੀ ਹੋਣ ਦੀ ਜਿਹੜੀ ਫਿਤਰਤ ਆ, ਇਹ ਆਈ ਸਿੰਘ ਸਭਾ ਮੂਵਮੈਂਟ ਦੇ ਸਮੇਂ, ਜਦੋਂ ਅਸੀਂ 1915-16 ਦੇ ਦਰਮਿਆਨ ਦੀ ਗੱਲ ਕਰਦੇ ਹਾਂ। ਉਸ ਤੋਂ ਬਾਅਦ ਫਿਰ 20 ਤੱਕ ਇਸ ਮੂਵਮੈਂਟ ਨੇ ਜ਼ੋਰ ਫੜ ਲਿਆ, ਸਿੰਘ ਸਭਾਈ ਲੋਕ ਬਣਨ ਲੱਗੇ, ਜਿਹੜਾ ਅੱਜ ਕੱਲ੍ਹ ਤੁਸੀਂ ਨਾਮ ਮੋਸਟਲੀ ਗੁਰਦੁਆਰਿਆਂ ਦੇ ਵਿੱਚ ਪੜ੍ਹਦੇ ਹੋ, ਸਿੰਘ ਸਭਾ ਫਲਾਂ ਸਿੰਘ। ਇਹ ਉਦੋਂ ਸਿੰਘ ਸਭਾ ਸ਼ੁਰੂ ਹੋਈ ਸੀਗੀ ਵੀ ਅਸੀਂ ਇੱਕ ਸੁਧਾਰਵਾਦੀ ਲਹਿਰ ਵਿੱਚ ਲੈ ਕੇ ਆਉਣਾ। ਉਹਦੇ ਅੰਦਰ ਕੁਝ ਚੀਜ਼ਾਂ ਇਹ ਵੀ ਰਹੀਆਂ, ਕਿਉਂਕਿ ਇੱਕਦਮ ਸਰਵਾਈਵਲ ਦਾ ਇਸ਼ੂ ਬਣ ਗਿਆ ਸੀਗਾ। ਅੰਗਰੇਜ਼ਾਂ ਦੀ ਨਵੀਂ ਤਾਲੀਮ ਆਉਣ ਦੇ ਨਾਲ, ਵੈਸਟਰਨ ਕਲਚਰ ਆਉਣ ਦੇ ਨਾਲ, ਅਤੇ ਸਭ ਤੋਂ ਟੌਪ ਆਫ ਦੈਟ ਜਿਹੜੇ ਕ੍ਰਿਸਚਨ ਮਿਸ਼ਨਰੀ ਸੀਗੇ ਉਹ ਡੇ ਐਂਡ ਨਾਈਟ ਕੰਮ ਕਰ ਰਹੇ ਸੀ। ਕਹਿਣਾ ਇਹ ਲੋਕਾਂ ਨੇ ਸ਼ੁਰੂ ਕਰ ਦਿੱਤਾ ਸੀਗਾ ਕਿ ਥੋੜ੍ਹੇ ਸਾਲਾਂ ਦੀ ਗੱਲ ਆ, ਸਿੱਖਾਂ ਦੇ ਬਾਬਤ ਲੋਕੀ ਮਿਊਜ਼ੀਅਮ ਵਿੱਚ ਪੜ੍ਹਿਆ ਕਰਨਗੇ ਵੀ ਸਿੱਖ ਵੀ ਕੋਈ ਕਮਿਊਨਿਟੀ ਹੁੰਦੀ ਸੀਗੀ। ਗੁਰੂਆਂ ਦੇ ਬਾਬਤ ਇਤਿਹਾਸ ਦੀਆਂ ਕਿਤਾਬਾਂ 'ਚ ਲਿਖਿਆ ਹੋਏਗਾ ਵੀ ਕਦੀ ਇਹੋ ਜਿਹੇ ਬਹੁਤ ਵੱਡੇ ਪੈਗੰਬਰ ਅਵਤਾਰ ਲੋਕ ਆਏ ਸੀਗੇ ਜਿਨ੍ਹਾਂ ਨੇ ਧਰਤੀ 'ਤੇ ਆ ਕੇ ਇਸ ਤਰੀਕੇ ਦੀ ਸੋਚ ਪਸਾਰੀ ਸੀਗੀ। ਪਰ ਹੋਇਆ ਇਹ, ਕੁਝ ਜਾਗਦੀਆਂ ਰੂਹਾਂ ਨੂੰ ਇਹਦੀ ਕਹਿ ਲਓ ਕਿ ਇੱਕ ਤਰੀਕੇ ਦਾ ਹਲੂਣਾ ਆਇਆ, ਅਤੇ ਉਹਨਾਂ ਨੇ ਫਿਰ ਕਿਹਾ ਕਿ ਇਸ ਬਾਬਤ ਅਸੀਂ ਆਪਣੀ ਕਮਿਊਨਿਟੀ ਬਾਰੇ ਕੰਮ ਕਰਨਾ ਹੈ। ਉਹਨਾਂ ਨੇ ਫਿਰ ਕਾਫੀ ਚੀਜ਼ਾਂ ਤੋਂ ਜਿਹੜਾ ਸਾਨੂੰ ਪਰਹੇਜ਼ਗਾਰ ਕੀਤਾ। ਉਦੋਂ ਹੀ ਆਨੰਦ ਮੈਰਿਜ ਐਕਟ ਦੀ ਗੱਲ ਆ ਰਹੀ ਹੈ, ਨਹੀਂ ਤਾਂ ਇੱਕ ਜ਼ਮਾਨਾ ਸੀਗਾ ਉਦੋਂ ਵੇਦੀ ਨਾਲ ਫੇਰੇ ਕਰਨੇ ਇੱਕ ਆਮ ਰਵਾਇਤ ਬਣ ਗਈ ਸੀ। ਇਹ ਸਭ ਚੀਜ਼ਾਂ ਹੋ ਗਈਆਂ, ਸੁਧਾਰਵਾਦੀ ਉਸ ਸਾਰਾ ਸਿਲਾ ਸ਼ੁਰੂ ਹੋਇਆ। ਉਹਦੇ ਨਾਲ ਕੁਝ ਚੀਜ਼ਾਂ ਬਿਲਕੁਲ ਕਹਿ ਲਓ ਕਿ ਇੱਕ ਤਰੀਕੇ ਨਾਲ ਲਾਈਨ ਲਗਾ ਕੇ ਛੱਡਣੀਆਂ ਸ਼ੁਰੂ ਕਰ ਦਿੱਤੀਆਂ। ਸੋ ਉਸ ਕਰਦਿਆਂ ਹੁਣ ਜਦੋਂ ਅਸੀਂ ਅੱਜ ਦੇ ਦੌਰ 'ਚ ਰਹਿ ਰਹੇ ਹਾਂ, ਕਈ ਵਾਰੀ ਇਸ ਕਿਸਮ ਦੇ ਮੈਨੂੰ ਕੁਐਸਚਨਸ ਆਉਂਦੇ। ਬੀਤੇ 2 ਦਿਨਾਂ ਦੇ ਵਿੱਚ ਹੀ ਮੇਰੇ ਕੋਲ ਗਾਲਬਨ ਬੈਕ ਟੂ ਬੈਕ ਮੇਰੇ ਕੋਲ 4 ਬੱਚਿਆਂ ਨਾਲ ਮੇਰੇ ਸੈਸ਼ਨ ਗਏ ਜਿਹੜੇ ਪਲਾਨ ਕਰ ਰਹੇ ਨੇ ਨੈਕਸਟ ਈਅਰ ਮੈਰਿਜਸ ਵਾਸਤੇ, ਅਤੇ ਉਹਨਾਂ ਦੇ ਇੰਨੇ ਕੁਐਸਚਨਸ ਨੇ ਵੀ ਵਟ ਟੂ ਡੂ ਐਂਡ ਵਟ ਨਾਟ ਟੂ ਡੂ, ਐਂਡ ਦੇਰ ਆਰ ਸੋ ਮੈਨੀ ਐਕਚੁਅਲੀ ਚੈੱਕਲਿਸਟ ਦੇ ਹੈਵ ਐਂਡ ਆਈ ਹੈਵ ਨੋ ਕਲੂ ਹਾਊ ਟੂ ਆਨਸਰ them, because I can only provide them the perspective of our literature, the perspective of our traditions. I cannot make decision on actually behalf of them. But they were most of them asking me, why don't you tell us? I cannot tell you in black and white. What can I tell you? I can just educate you. At the final decision you have to make it. That's your own actually kind of you can say decision. So ਇਸ ਰੂਪ ਵਿੱਚ ਬਾਤ ਆਉਂਦੀ। ਹੁਣ ਇਹ ਸਾਰੀਆਂ ਚੀਜ਼ਾਂ ਸਾਡੇ ਕੋਲ ਨੇ। ਅਨਫੋਰਚੂਨੇਟ ਪਾਰਟ ਇਹ ਹੈ ਕਿ ਸਾਡੇ ਕੋਲ ਕੋਈ ਇਹੋ ਜਿਹਾ ਕਹਿ ਲਓ ਸੈਂਟਰਲ ਇੰਸਟੀਟਿਊਸ਼ਨ ਨਹੀਂ ਗਾ ਜਿਹਦੇ ਕੋਲ ਜਾ ਕੇ ਤੁਸੀਂ ਇਹ ਗੱਲ ਕਹੋ ਅਤੇ ਉਹ ਤੁਹਾਨੂੰ ਬਲੈਕ ਐਂਡ ਵਾਈਟ 'ਚ ਜਵਾਬ ਦੇ ਦੇਣ। ਸੋ ਇਹ ਵੀ ਇੱਕ ਮਸਲਾ ਸਾਡਾ ਚੱਲ ਰਿਹਾ। ਖੈਰ, ਜਿਹੜੀ ਬੇਨਤੀ ਕਰਨ ਲੱਗਾ, ਲੋਕ ਕਹਿੰਦੇ ਨੱਚਣਾ ਟੱਪਣਾ ਨਹੀਂ ਚਾਹੀਦਾ, ਬੋਲੀਆਂ ਪਾਉਣੀਆਂ
ਗੁਰਦੁਆਰੇ ਦੀ ਹਦੂਦ ਵਿੱਚ ਆ ਕੇ ਬਿਲਕੁਲ ਇਹੋ ਜਿਹਾ ਖੜੂਦ ਕਰਨ ਦੀ ਕੋਈ ਆਵਸ਼ਕਤਾ ਨਹੀਂ ਹੋਣੀ ਚਾਹੀਦੀ ਹੈ। ਤੇ ਹੱਥ ਬੰਨ੍ਹ ਕੇ ਬੇਨਤੀ ਹੈ, ਆਪਣੇ ਤੌਰ ਤੇ ਕਰਨਾ ਹੈ ਨਹੀਂ ਕਰਨਾ, ਆਈ ਕੈਨ ਨੋਟ ਸੇ ਐਨੀਥਿੰਗ ਔਨ ਦੈਟ। ਮੇਰੇ ਵੱਲੋਂ ਉਹਦੇ ਉੱਤੇ ਕੋਈ ਰਾਏ ਰਵਾਇਤ ਨਹੀਂ ਹੈ। ਟ੍ਰੈਡੀਸ਼ਨਸ ਦੇ ਵਿੱਚ ਜੇ ਬਾਤ ਕਰੀਏ ਤੇ ਕਵੀ ਜੀ ਕਿਉਂਕਿ ਬਾਤ ਕਰਦੇ ਨੇ ਉਸ ਸਮੇਂ ਦੀ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਬਾਬਾ ਕਾਲੂ ਦੇ ਵਿਹੜੇ ਵਿਖੇ ਸੁਆਣੀਆਂ ਆਈਆਂ ਨੇ, ਉਹ ਨੱਚ ਰਹੀਆਂ ਨੇ, ਉਹ ਈਵਨ ਨੱਚਦੀਆਂ ਹੋਈਆਂ ਸਿੱਠਣੀਆਂ ਪਾ ਰਹੀਆਂ ਨੇ। ਕਵੀ ਜੀ ਉਹਦਾ ਜ਼ਿਕਰ ਕਰਦੇ ਨੇ ਜੀ, ਸਭ ਹੈ ਸਰੀਕਨ ਮਿਲ ਕਰ ਆਈ, ਭੂਖਨ ਬਸਨ ਧਰੇ ਸ਼ਬ ਛਾਈ। ਕਹਿੰਦੇ ਨੇ ਕਿ ਉਹਨਾਂ ਨੇ ਬੜੀ ਆਭਾ ਮੰਡਤ ਕਰ ਦਿੱਤੀ ਹੈ, ਸ਼ਰੀਕੇ ਦੀਆਂ ਸੁਆਣੀਆਂ ਆ ਕੇ ਉਹ ਨੱਚ ਰਹੀਆਂ ਨੇ, ਉਹ ਖੁਸ਼ੀ ਦਾ ਇਜ਼ਹਾਰ ਕਰ ਰਹੀਆਂ ਨੇ ਜੀ। ਗਜ ਗਾਮਨ ਕੈ ਖੰਜਨ ਨੈਣੀ, ਨਾਗਰ ਗੀਤ ਗਾਏ ਪਿਕ ਬੈਣੀ। ਬੜੀ ਸੁੰਦਰ ਆਵਾਜ਼ ਦੇ ਵਿੱਚ ਉਹ ਜਿਹੜਾ ਗੀਤ ਗਾ ਰਹੀਆਂ ਨੇ, ਤੁਸੀਂ ਖੁਸ਼ੀ 'ਚ ਹੋਰ ਜ਼ਿਆਦਾ ਇਜ਼ਾਫਾ ਕਰ ਰਹੀਆਂ ਨੇ ਜੀ। ਬਰਨ ਬਰਨ ਪਟ ਪਹਿਰ ਨਵੀਨਾ, ਕਟ ਜਨ ਸ਼ੀਨ ਉਰੋਜਨ ਪੀਨਾ। ਉਹਨਾਂ ਦੀ ਜਿਹੜੀ ਦੇਖਿਆ ਫਿਜ਼ੀਕਲ ਅਪੀਅਰੈਂਸ ਹੈ ਉਹ ਵੀ ਬੜੀ ਬਾਖੂਬ ਲੱਗ ਰਹੀ ਹੈ। ਕਵੀ ਜੀ ਉਹਦਾ ਜ਼ਿਕਰ ਕਰਦੇ ਨੇ ਜੀ। ਅਲੰਕਾਰ ਨਗ ਕੰਚਨ ਭੀਨੇ, ਕਰਨਪੂਰ ਬਰ ਬੇਸਰ ਕੀਨੇ। ਕਹਿੰਦੇ ਉਹਨਾਂ ਨੇ ਗਹਿਣੇ ਜੋੜੇ ਪਾਏ ਨੇ, ਉਹਨਾਂ ਸਾਰਿਆਂ ਦੀ ਬਾਤ ਕੀਤੀ। ਬੜੇ ਸ਼ਿੰਗਾਰ ਰਸ ਦੇ ਵਿੱਚ ਕਵੀ ਜੀ ਸਾਰੀ ਬਾਤ ਕਰਦੇ। ਉਹ ਸਭ ਉਸ ਰੂਪ ਵਿੱਚ ਬੜਾ ਕਹਿ ਲਓ ਸਜ ਧਜ ਕੇ ਆ ਕੇ ਬਾਬਾ ਕਾਲੂ ਜੀ ਦੇ ਵਿਹੜੇ 'ਚ ਖੁਸ਼ੀ ਨੂੰ ਹੋਰ ਜ਼ਿਆਦਾ ਵਧਾ ਰਹੇ ਨੇ ਜੀ। ਸ਼ੁਦਰ ਘੰਟਕਾ ਅੰਗਦ ਕੰਗਨਾ, ਸ਼ਬਦ ਕਰਹਿ ਜੇ ਪਹਿਰੇ ਅੰਗਨਾ। ਹਕੀਕਤ ਇਹ ਹੈ ਵੀ ਜਿਹੜਾ ਉਹਨਾਂ ਨੇ ਗਹਿਣਾ ਗੱਟ ਪਾਇਆ ਹੈ ਉਹ ਇਸ ਰੂਪ ਵਿੱਚ ਖਣਕ ਰਿਹਾ ਵੀ ਜਿਵੇਂ ਉਹਨਾਂ ਦੀ ਇੱਕ ਆਪਣਾ ਸੰਗੀਤ ਪੈਦਾ ਹੋ ਰਿਹਾ ਹੁੰਦਾ ਹੈ। ਜੋ ਪਈ ਭਈ ਭੌਨ ਮਹਿ ਭਾਰੀ ਭੀਰਾ, ਭੀ ਉਸ਼ਾ ਕੀ ਧੁਨੀ ਗੰਭੀਰਾ। ਘਰ ਵਿੱਚ ਕਾਫੀ ਜ਼ਿਆਦਾ ਭੀੜ ਇਕੱਠੀ ਹੋ ਗਈ ਹੈ। ਭਈ ਭੌਨ ਮੈਂ ਭਾਰੀ ਭੀਰਾ, ਕਹਿੰਦੇ ਖੁਸ਼ੀ ਭਰੇ ਹਾਸਿਆਂ ਦੀਆਂ ਆਵਾਜ਼ਾਂ ਚਾਰ ਚਪੇਰੇ ਗੂੰਜ ਰਹੀਆਂ ਨੇ। ਜਿਵੇਂ ਆਮ ਕਿਸੇ ਘਰ ਦੇ ਵਿੱਚ ਕੋਈ ਸਾਡੇ ਫੈਮਿਲੀ ਫੰਕਸ਼ਨ ਵਗੈਰਾ ਹੋਏ ਤੇ ਖੁਸ਼ੀ ਦਾ ਮਾਹੌਲ ਹੋਏ ਤੇ ਕੰਨ ਵਿੱਚ ਪਾਈ ਕਿਸੇ ਦੀ ਗੱਲ ਨਹੀਂ ਸੁਣਦੀ, ਮਤਲਬ ਇਹ ਹਰ ਬੰਦਾ ਬੋਲ ਰਿਹਾ, ਨੱਚ ਰਿਹਾ, ਟੱਪ ਰਿਹਾ। ਸੋ ਇਸ ਕਿਸਮ ਦਾ ਉਲਾਸ ਦਾ ਇੱਕ ਪੂਰੇ ਦਾ ਪੂਰਾ ਉਰਸ ਮਨਾਉਣ ਵਾਲਾ ਜਿਹੜਾ ਹੈਗਾ ਮਾਹੌਲ ਘਰ ਵਿੱਚ ਬਣ ਗਿਆ ਜੀ। ਕਪਟ ਬੇਸ ਜਹ ਦੇਵ ਬਧੂਟੀ, ਗਾਵਹਿ ਮਨੁ ਜਗਤ ਸੁਖ ਦੂਟੀ। ਹਾਲਤ ਇਹ ਹੈ ਕਿ ਇੰਜ ਲੱਗ ਰਿਹਾ ਕਿ ਜਿਵੇਂ ਦੇਵ ਲੋਕ ਤੋਂ ਅਪਛਰਾਵਾਂ ਧਰਤੀ ਤੇ ਆ ਗਈਆਂ ਹੋਣ ਤੇ ਉਹ ਅਪਛਰਾਵਾਂ ਆ ਕੇ ਬਾਬਾ ਕਾਲੂ ਜੀ ਦੇ ਵਿਹੜੇ ਦੇ ਵਿੱਚ ਉਹਨਾਂ ਦੀ ਖੁਸ਼ੀ ਦੇ ਨਾਲ ਜਿਹੜਾ ਖੁਸ਼ੀ ਆਪਣੀ ਸਾਂਝੀ ਕਰ ਰਹੀਆਂ ਹੋਣ ਜੀ। ਕਾਲੂ ਆਲੇ ਮੰਗਲ ਸਾਜੇ, ਦਰ ਪਰ ਲਘੂ ਨਿਸ਼ਾਨ ਸੁਭ ਬਾਜੇ। ਕਹਿੰਦੇ ਮਹਿਤਾ ਕਾਲੂ ਦੇ ਘਰ ਦੇ ਵਿੱਚ ਆਲਿਆ ਮੀਨ ਉਹਨਾਂ ਦਾ ਘਰ ਕਾਲੂ ਆਲਿਆ ਮੰਗਲ ਸਾਜੇ, ਬੜੇ ਖੁਸ਼ੀ ਖੇੜੇ ਦੇ ਮਾਹੌਲ ਬਣ ਰਹੇ ਨੇ। ਤੇ ਹਾਲਤ ਇਹ ਹੈ ਵੀ ਦਰ ਪਰ ਲਘੂ ਨਿਸ਼ਾਨ ਸ਼ੁਭ ਬਾਜੇ। ਉਹਨਾਂ ਦੇ ਘਰ ਤੇ ਇੰਜ ਲੱਗਦਾ ਜਿਵੇਂ ਛੋਟੇ ਛੋਟੇ ਨਿੱਕੇ ਨਿੱਕੇ ਕੋਈ ਨਗਾਰੇ ਵਜਾ ਰਿਹਾ ਹੈ। ਇੱਕ ਤਰ੍ਹਾਂ ਦੀ ਜਿੱਤ ਦੀ ਖੁਸ਼ੀ ਦਾ ਇਜ਼ਹਾਰ ਜਿਵੇਂ ਕੋਈ ਕਰ ਰਿਹਾ, ਇਸ ਰੂਪ ਦੇ ਵਿੱਚ ਹੈ। ਇਸ ਨੂੰ ਜੇ ਇਸ ਸਾਰੇ ਬਿੰਬ ਨੂੰ ਦੇਖ ਲਿਆ ਜਾਏ ਤੇ ਇਸ ਤਰ੍ਹਾਂ ਜਾਣੋ ਹਨੇਰੇ ਤੇ ਰੌਸ਼ਨੀ ਦੀ ਜਿੱਤ ਦਾ ਇੱਕ ਉਲਾਸ ਆ। ਗੁਰੂ ਨਾਨਕ ਮਹਾਰਾਜ ਇੱਕ ਗਿਆਨ ਦੀ ਸ਼ਮਾ ਦੇ ਰੂਪ ਵਿੱਚ ਲੱਖ ਲੱਖ ਬਲਦੇ ਹੋਏ ਦੀਪਕ ਦੇ ਰੂਪ ਵਿੱਚ ਆਮਦ ਲੈ ਰਹੇ ਨੇ। ਤੇ ਉੱਥੇ ਜਿਹੜਾ ਧਰਤੀ ਦੇ ਉੱਤੇ ਵਕਾਰਾਂ ਦਾ, ਮਾੜੀਆਂ ਰਵੋ ਰਵਾਇਤਾਂ ਦਾ, ਮਨੁੱਖੀ ਕਹਿ ਲਓ ਅਲਾਮਤ ਦਾ, ਅਮੂੜਤਾ ਦਾ ਜਿਹੜਾ ਸਾਰਾ ਹਨੇਰਾ ਪਸਰਿਆ ਹੈ, ਉਹਦੇ ਤੇ ਇੱਕ ਜੇਤੂ ਹੋਣ ਵਾਲੀ ਆਵਾਜ਼ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਲੈ ਕੇ ਆ ਰਿਹਾ ਹੈ ਜੀ। ਢਾਡੀ ਭਾਟ ਜੋ ਮੰਗਨ ਹਾਰੇ, ਪਾਏ ਦਰਬ ਕੋ ਗੁਣਨ ਉਚਾਰੇ। ਕਹਿੰਦੇ ਨੇ ਸਭ ਤਰ੍ਹਾਂ ਦੇ ਢਾਡੀ ਭੱਟ ਇਹ ਸਭ ਮੰਗਣ ਵਾਲੇ ਲੋਕ ਆ ਕੇ ਬਾਬਾ ਮਹਿਤਾ ਕਾਲੂ ਜੀ ਦੇ ਗੁਣ ਗਾ ਰਹੇ ਨੇ, ਉਹਨਾਂ ਦੀ ਬੰਸਾਵਲੀ ਨੂੰ ਵਡਿਆ ਰਹੇ ਨੇ। ਤੇ ਬਾਬਾ ਮਹਿਤਾ ਕਾਲੂ ਕੋਲੋਂ ਕੁਝ ਆਪਣੀ ਝੋਲੀ ਦਾਨ ਦੇ ਰੂਪ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੀ। ਨਰ ਨਾਰੀ ਬਹੁ ਦੇਤ ਵਧਾਈ, ਦਰ ਪਰ ਭੀਰ ਭਰੀ ਅਧਿਕਾਈ। ਬਹੁਤ ਸਾਰੇ ਨਰ ਨਾਰੀ ਵਧਾਈਆਂ ਦੇਣ ਆਏ, ਦਰਵਾਜ਼ੇ ਤੇ ਲਗਾਤਾਰ ਭੀੜਾਂ ਵੱਧ ਰਹੀਆਂ ਨੇ ਜੀ। ਦੋਨੋਂ ਉਚਿਤ ਲਖਿਓ ਜੋ ਜੈਸਾ, ਦੇਤ ਭਇਓ ਕਾਲੂ ਤਿਨ ਤੈਸਾ। ਜਿਵੇਂ ਦੀ ਕੋਈ ਮੰਗ ਕਰਦਾ ਹੈ ਬਾਬਾ ਕਾਲੂ ਉਸੇ ਤਰੀਕੇ ਨਾਲ ਉਹਦੀ ਝੋਲੀ ਦੇ ਚੋਂ ਚੀਜ਼ ਪਾ ਦਿੰਦਾ ਹੈ। ਦੇਨੋਂ ਉਚਿਤ ਲਖਿਓ ਜੋ ਜੈਸਾ, ਦੇਤ ਭਇਓ ਕਾਲੂ ਤਿਨ ਤੈਸਾ। ਬਾਬਾ ਕਾਲੂ ਉਵੇਂ ਦਾ ਹੀ ਉਹਨਾਂ ਨੂੰ ਨਵਾਜ ਦਿੰਦਾ ਹੈ ਜੀ। ਦੋਹਰਾ ਕਾਲੂ ਤਬ ਸਬਦ ਕਰੀ, ਜੋ ਬੇਦੀ ਕੁਲ ਰੀਤ। ਬਾਬਾ ਕਾਲੂ ਜੀ ਨੇ ਮੁੱਕਦੀ ਗੱਲ ਇੱਥੇ ਹੈ, ਕਵੀ ਜੀ ਕਹਿੰਦੇ ਵੀ ਜੋ ਵੇਦੀਆਂ ਦੀ ਰੀਤ ਤੁਰੀ ਆਉਂਦੀ ਸੀਗੀ ਇਸ ਬੇਦੀ ਬੰਸਾਵਲੀ ਦੀ, ਬਾਬਾ ਕਾਲੂ ਨੇ ਸਾਰੀ ਰੀਤ ਪੁਗਾ ਦਿੱਤੀ। ਉਸਨੇ ਕੋਈ ਕਮੀ ਨਹੀਂ ਛੱਡੀ। ਉਸਨੇ ਆਪਣੀ ਖੁਸ਼ੀ ਦਾ ਪੂਰੇ ਦਾ ਪੂਰਾ ਇਜ਼ਹਾਰ ਕੀਤਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦੇ ਸਮੇਂ।
ਨਰ ਨਾਰੀ ਕੀਰਤ ਕਰਤ ਪੁਰ ਮਹਿ ਪਰਮ ਪੁਨੀਤ। ਸਭ ਨਰ ਨਾਰੀ, ਸਭ ਜਿਹੜੇ ਇਸ ਨਗਰ ਦੇ ਮਨੁੱਖ ਨੇ, ਉਹ ਸਾਰੇ ਦੇ ਸਾਰੇ ਇਸ ਬਾਬਾ ਕਾਲੂ ਜੀ ਦੀ ਬੜੀ ਪਰਮ ਪਵਿੱਤਰ ਕੀਰਤੀ ਕਰ ਰਹੇ ਨੇ, ਵਡਿਆ ਰਹੇ ਨੇ। ਸਾਰੇ ਸ਼ੁਭ ਅਸੀਸਾਂ ਇੱਕ ਰੂਪ ਵਿੱਚ ਬਾਬਾ ਕਾਲੂ ਨੂੰ ਦੇ ਰਹੇ ਨੇ ਜੀ। ਜੋ ਪਈ ਬਹੁਤ ਨਾੜ ਕੇ ਸੁਤ ਜਨਮਾਹੀ, ਅਸ ਉਤਸਵ ਕੀਨੋ ਕਿਸ ਨਾਹੀ। ਉਹਨਾਂ ਦੀਆਂ ਵਿਚਾਰਾਂ ਕੁਝ ਇਸ ਕਿਸਮ ਦੀਆਂ ਨੇ ਕਿ ਬਹੁਤ ਧਨਾੜ ਕੇ ਸੁਤ ਜਨਮਾਹੀ, ਬੜੇ ਧਨਾੜਾਂ ਦੇ ਘਰ ਵੀ ਬੱਚੇ ਜੰਮੇ ਨੇ ਇਸ ਨਗਰ ਦੇ ਵਿੱਚ ਜਾਂ ਹੋਰ ਜਗ੍ਹਾ ਦੇ ਉੱਤੇ। ਹਾਲਤ ਇਹ ਹੈ ਅਸ ਉਤਸਵ ਕੀਨੋ ਕਿਸ ਨਾਹੀ, ਇਹੋ ਜਿਹਾ ਉਤਸਵ ਕਿਸੇ ਨੇ ਨਹੀਂ ਕੀਤਾ, ਇਹੋ ਜਿਹੀ ਖੁਸ਼ੀ ਕਿਸੇ ਨੇ ਨਹੀਂ ਕੀਤੀ ਜੋ ਬਾਬਾ ਕਾਲੂ ਜੀ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਲੋਕ ਕਹਿ ਰਹੇ ਨੇ ਇਹੋ ਜਿਹੀ ਖੁਸ਼ੀ ਅਸੀਂ ਕਿਸੇ ਹੋਰ ਦੇ ਵਿਹੜੇ ਆਂਗਨ ਨਹੀਂ ਦੇਖੀ ਜੀ। ਕਹੈ ਪਰਸ ਪਰ ਮਿਲ ਨਰ ਨਾਰੀ, ਜਨਮਿਓ ਸੁਤ ਕੋ ਕਰਮ ਉਜਾਰੀ। ਲੱਗਦਾ ਆ ਕੋਈ ਉਜਲੇ ਕਰਮਾਂ ਵਾਲਾ, ਕੋਈ ਰੱਬੀ ਰੂਹ ਬਾਬਾ ਕਾਲੂ ਦੇ ਗ੍ਰਹਿ ਵਿਖੇ ਜਨਮ ਲੈ ਰਹੀ ਹੈ, ਉਹਨਾਂ ਨੇ ਜਨਮ ਲਿਆ ਹੈ। ਅਦਰਵਾਈਜ਼ ਇੰਨਾ ਖੁਸ਼ੀ, ਇੰਨਾ ਸਭ ਨਰ ਨਾਰੀ ਨੂੰ ਨਵਾਜਣਾ ਕਿਵੇਂ ਹੋ ਸਕਦਾ ਹੈ। ਸਿੰਬੋਲਿਕ ਰੂਪ ਵਿੱਚ ਵੀ ਲੈ ਲਵੋ, ਇੱਕ ਐਸਾ ਘਰ ਜਿਹਨੇ ਸਾਰੀ ਮਾਨਵਤਾ ਦੇ ਦਰਵਾਜ਼ੇ ਖੋਲ੍ਹ ਦਿੱਤੇ, ਜਿਸ ਨੇ ਚਾਰੇ ਦਰਵਾਜ਼ੇ ਖੋਲ੍ਹ ਕੇ ਕਿਹਾ ਸਭ ਨੂੰ ਜੀ ਆਇਆ ਹੈ ਭਾਈ। ਕੋਈ ਕਿਸੇ ਵਾਸਤੇ ਮਤਲਬ ਕਹਿ ਲਓ ਕਿ ਚੰਗੀ ਅਸੀਸ, ਚੰਗਾ ਸ਼ਬਦ ਕਹਿਣ ਲਈ ਬੰਦਾ ਤਿਆਰ ਨਹੀਂ ਹੁੰਦਾ। ਤੇ ਉਹ ਲੋਕ ਜਿਨ੍ਹਾਂ ਨੇ ਆਪਣੀ ਮਤਲਬ ਹਾਰਡ ਕੋਰ ਦੀ ਇਨਕਮ, ਜਿਹੜੀ ਕਹਿ ਲਓ ਬੜੀ ਐਫਰਟ ਪਾ ਕੇ ਕੋਈ ਕਿਸੇ ਨੇ ਇਨਕਮ ਜਨਰੇਟ ਕੀਤੀ ਹੋਏ, ਉਹਦੇ ਵਿੱਚੋਂ ਵੀ ਮਾਨੋ ਭਲੇ ਹੇਤ ਲਗਾਉਣ ਲੱਗਿਆਂ ਕੋਈ ਦੇਰੀ ਨਹੀਂ ਲਾਉਂਦਾ। ਸੋ ਇਸ ਕਿਸਮ ਦਾ ਸਮਾਜ ਗੁਰੂ ਨਾਨਕ ਮਹਾਰਾਜ ਨੇ ਬਾਅਦ ਵਿੱਚ ਆਮਦ ਵਿੱਚ ਲੈ ਕੇ ਆਉਣਾ ਹੈ। ਸੋ ਉਹਦੇ ਲੱਛਣ ਕੁਝ ਇੱਥੋਂ ਨਜ਼ਰ ਪੈ ਰਹੇ ਨੇ। ਆਉਣ ਵਾਲਾ ਸਮਾਂ ਕਿਹੋ ਜਿਹਾ ਹੋਏਗਾ, ਉਹਦੀ ਕੁਝ ਬਾਤ ਨਰ ਨਾਰੀ ਵੀ ਆਪਣੇ ਹਿਰਦੇ 'ਚ ਕਰ ਰਹੇ ਨੇ, ਜੋ ਦੱਸ ਰਹੇ ਨੇ ਕਿ ਜਨਮਿਓ ਸੁਤ ਕੋ ਕਰਮ ਉਜਾਰੀ, ਬੜੇ ਉੱਚੇ ਕਰਮਾਂ ਵਾਲਾ, ਕੋਈ ਉਜਲੇ ਕਰਮਾਂ ਵਾਲਾ ਬਾਲਕ ਇਸ ਘਰ ਦੇ ਵਿੱਚ ਜਨਮ ਜਿਸ ਨੇ ਲਿਆ ਹੈ ਜੀ। ਖਸਟੀ ਕੀਨ ਭਲੇ ਕੁਲ ਚਾਲੀ, ਪਾਏ ਸੂਪ ਮਹਿ ਬਰਖਤ ਸਾਲੀ। ਹੁਣ ਜੋ ਬਾਤ ਇਹਦੇ 'ਚ ਕੀਤੀ ਜਾ ਰਹੀ ਹੈ, ਖਾਸ ਕਰਕੇ ਜੋ ਕੁਲ ਰੀਤ ਸੀਗੀ, ਜਦੋਂ ਗੁਰੂ ਨਾਨਕ ਮਹਾਰਾਜ ਜੀ ਦੇ 6 ਦਿਨ ਪੂਰੇ ਹੋਏ ਤੇ ਜਿਹੜੀ ਛਟੀ ਦੀ ਖਾਸ ਕਰਕੇ ਰਸਮ ਆ ਉਹ ਨਿਭਾਈ ਗਈ। ਖਸ਼ਟੀ ਕੀਨ ਭਲੇ ਕੁਲ ਚਾਲੀ, ਪਾਏ ਸੂਪ ਮਹਿ ਬਰਖਤ ਸਾਲੀ। ਭਲੀ ਕੁਲ ਦੀ ਜਿਹੜੀ ਚਾਲ ਸੀਗੀ ਉਹ ਨਿਭਾਈ ਗਈ, ਉਹ ਸਾਰੀ ਚਾਲ ਨੂੰ ਨਿਭਾਉਣਾ ਕੀਤਾ ਗਿਆ ਜੀ। ਅਸ਼ਟ ਜੋਗਨੀ ਕੇ ਅਬਖੇਕਾ, ਕੁਸਲ ਮੰਗ ਸੁਤ ਕੀ ਸਿਰ ਟੇਕਾ। ਫਿਰ ਉਸ ਤੋਂ ਬਾਅਦ ਕਹਿੰਦੇ ਛੱਜ ਵਿੱਚ ਪਾ ਕੇ ਚੌਲ ਛੱਟੇ ਗਏ, 8 ਜੋਗਣੀਆਂ ਦੀ ਪੂਜਾ ਕੀਤੀ ਗਈ। ਅਸ਼ਟ ਜੋਗਨੀ ਕੀ ਅਭਿਖੇਕਾ, ਉਹਨਾਂ ਨੂੰ 8 ਜੋਗਣੀਆਂ ਨੂੰ ਮਨਾਇਆ ਗਿਆ। ਇਸ ਤਰ੍ਹਾਂ ਸਮਝ ਲੈਣਾ ਚਾਹੀਦਾ ਆ ਕਿ ਜਦੋਂ ਬੰਦੇ ਦੇ ਅੰਦਰ ਕੋਈ ਸਪੋਜ਼ ਕਰੋ ਉਹਨੂੰ ਕੋਈ ਖੁਸ਼ੀ ਮਿਲਦੀ, ਕੋਈ ਚਾਅ ਮਿਲਦਾ, ਉਹਦੇ ਨਾਲ ਇੱਕ ਡਰ ਵੀ ਆਉਂਦਾ ਹੈ। ਆਪਾਂ ਨਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਸ਼ਬਦ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਣਾ। ਇੱਕ ਗੱਲ ਆ ਗਈ, ਦੁੱਖ ਆਵੇ, ਦੁੱਖ ਨੂੰ ਦੁੱਖ ਕਰਕੇ ਨਾ ਮੰਨਿਆ ਜਾਏ। ਦੁੱਖ ਇਹ ਨਹੀਂ ਦੁੱਖ ਆਏਗਾ ਨਹੀਂ, ਕਿਉਂ ਨਹੀਂ ਆਏਗਾ ਦੁੱਖ? ਦੁੱਖ ਸੰਸਾਰ ਦਾ ਨਿਯਮ ਹੈ। ਗੁਰੂ ਨਾਨਕ ਮਹਾਰਾਜ ਜੀ ਦਾ ਪਾਵਨ ਬਚਨ, ਅਸੀਂ ਕਈ ਵਾਰੀ ਗੁਰਮਤਿ ਸਕੂਲ ਨੂੰ ਅਸੀਂ ਖੁਦ ਵੀ ਨਾ ਸਮਝਿਆ ਦੇ ਬਾਬਤ। ਬਾਬਾ ਜੀ ਨੇ ਕਿਹਾ ਨਾਨਕ ਬੋਲਣ ਝਖਣਾ, ਦੁੱਖ ਛੱਡ ਮੰਗੀਐ ਸੁਖ, ਦੁੱਖ ਸੁਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਓਏ ਬੰਦਿਆ ਕੀ ਕਰ ਰਹੇ ਹੈ? ਰੱਬ ਦੇ ਅੱਗੇ, ਆਪਣੇ ਇਸ਼ਟ ਦੇ ਅੱਗੇ ਜਾ ਕੇ ਇਹ ਤਰਲਾ ਕਰ ਰਹੇ ਆ ਵੀ ਰੱਬਾ ਆ ਜਿਹੜੀ ਤੂੰ ਸਿਚੁਏਸ਼ਨ ਦਿੱਤੀ ਹੈ ਨਾ ਮੈਨੂੰ, ਆਈ ਕੈਨ ਨੋਟ ਹੈਂਡਲ ਇਟ, ਪਲੀਜ਼ ਟੇਕ ਅਵੇ ਫਰੋਮ ਮੀ। You know, I need situation which I really believe, or which really you can say, ask from you, please give me that kind of situation, that kind of circumstances. ਐਵੇਂ ਨਹੀਂ ਹੁੰਦਾ। ਕੁਦਰਤ ਆਪਣੇ ਹੁਕਮ ਵਿੱਚ ਚੱਲਦੀ ਹੈ, ਉਹਦਾ ਦਸਤੂਰ ਆਪਣਾ ਹੈ। ਜਿਹੜਾ ਤੈਨੂੰ ਦੁੱਖ ਲੱਗਦਾ ਆ, ਉਹ ਕਈ ਵਾਰੀ ਦੁੱਖ ਹੀ ਤੈਨੂੰ ਕੁਝ ਸਿਖਾਉਣ ਵਾਸਤੇ ਆਉਂਦਾ। ਬਚਨ ਆਇਆ ਕਿਆ ਨਾਨਕ ਬੋਲਣ ਝਖਣਾ, ਇਹ ਝੱਖ ਮਾਰਨ ਦੇ ਨੁਮਾਇੰਦੇ ਆ ਕਿ ਆ ਦੇ ਦੇ, ਆ ਛੱਡ ਦੇ ਨਾ। ਜੋ ਕੁਦਰਤ ਬਖਸ਼ਦੀ ਉਹਦੇ ਵਿੱਚ ਅਸੀਂ ਉਹਨੂੰ ਅਡਾਪਟ ਕਰਕੇ, ਉਸ ਅਡਾਪਟੇਸ਼ਨ ਦੇ ਨਾਲ ਅਸੀਂ ਜੀਵਨ ਜੀਣਾ ਹੁੰਦਾ ਹੈ। ਉਸ ਰੂਪ ਵਿੱਚ ਬਾਤ ਆਉਂਦੀ ਹੈ। ਜਿਹੜੀ ਹੁਣ ਬਾਤ ਇੱਥੇ ਆ ਰਹੀ ਹੈ ਕਿ ਜੋਗਣਾ ਨੂੰ ਮੱਥਾ ਟੇਕਿਆ ਗਿਆ, ਛੱਜ 'ਚ ਪਾ ਕੇ ਆ ਚੀਜ਼ ਬਣਾਈ ਗਈ, ਆ ਸਭ ਹੋਇਆ।
ਜਿਹੜਾ ਬਚਨ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਕਹਿ ਰਿਹਾ ਸੀਗਾ ਵੀ ਪਹਿਲੀ ਕੰਡੀਸ਼ਨ ਤੇ ਇਹ ਹੈ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਣਾ। ਦੁੱਖ ਆਏਗਾ, ਦੁੱਖ ਨੂੰ ਦੁੱਖ ਕਰਕੇ ਨਹੀਂ, ਇੱਕ ਕੁਦਰਤ ਦੁਆਰਾ ਦੱਸੇ ਗਏ ਜਾਂ ਸਿਖਾਏ ਗਏ ਲੈਸਨ ਦੇ ਰੂਪ ਵਿੱਚ ਲੈ ਲਿਆ ਜਾਏ। ਫਿਰ ਕਿਆ, ਸੁਖ ਸਨੇਹ ਅਰ ਭੈ ਨਹੀਂ ਜਾਕੈ। ਸੁਖ ਸਨੇਹ ਇਹਨਾਂ ਦੋਨਾਂ ਦੇ ਨਾਲ ਇੱਕ ਛੁਪੀ ਹੋਈ ਚੀਜ਼ ਪਤਾ ਕਿਹੜੀ ਹੁੰਦੀ ਹੈ? ਭੈ। ਜਦੋਂ ਸੁੱਖ ਆਉਂਦਾ, ਸੁੱਖ ਇਕੱਲਾ ਨਹੀਂ ਆਉਂਦਾ, ਸੁੱਖ ਇੱਕ ਡਰ ਲੈ ਕੇ ਆਉਂਦਾ ਹੈ ਵੀ ਇਹਨੇ ਮੁੱਕ ਜਾਣਾ ਹੈ। ਜਦੋਂ ਕਿਤੇ ਖੁਸ਼ੀ ਆਉਂਦੀ, ਖੁਸ਼ੀ ਇਕੱਲੀ ਨਹੀਂ ਆਉਂਦੀ, ਖੁਸ਼ੀ ਦੀ ਜਿਹੜੀ ਸ਼ੈਡੋ ਹੈ, ਖੁਸ਼ੀ ਦਾ ਪਰਛਾਵਾਂ ਆ, ਉਹ ਪਤਾ ਕੀ ਹੈ? ਡਰ। ਇਹ ਇੱਕ ਸਕੇਰੀ ਫੀਲਿੰਗ, ਯੂ ਨੋ ਇਟਸ ਨੋਟ ਗੋਨਾ ਐਕਚੁਅਲੀ ਲੌਂਗ ਲਾਸਟ। ਇਹ ਲਾਸਟ ਹੋ ਜਾਏਗਾ, ਇਹ ਗਵਾਚ ਜਾਏਗਾ, ਇਹ ਖਤਮ ਹੋ ਜਾਏਗਾ। ਬੱਚਾ ਆਇਆ, ਬੱਚੇ ਦੇ ਨਾਲ ਹੀ ਇੱਕ ਡਰ ਆ ਗਿਆ, ਇਹਨੂੰ ਕੁਝ ਹੋ ਨਾ ਜਾਏ। ਬੱਚਾ ਆਇਆ, ਇਹਦੀ ਕਿਤੇ ਹੈਲਥ ਨਾ ਖਰਾਬ ਹੋ ਜਾਏ। ਸੋ ਇਸ ਕਰਕੇ ਇੱਕ ਤਰੀਕੇ ਦਾ ਡਰ ਦਾ ਅਹਿਸਾਸ ਅੰਦਰ ਆ ਜਾਣਾ। ਇਹ ਤੋਂ ਫਿਰ ਬਹੁਤ ਸਾਰੇ ਵਹਿਮ ਭਰਮ ਦੰਭ ਉਹ ਵੀ ਨਾਲ ਹੀ ਆ ਜਾਂਦੇ। ਲੋਕੀ ਨਿਆਣਿਆਂ ਨੂੰ ਜਿਉਣ ਲੱਗਦੇ, ਉਹਨਾਂ ਦੇ ਹੱਥਾਂ ਪੈਰਾਂ ਦੇ ਨਹੁੰਆਂ ਤੋਂ ਲੈ ਕੇ ਧਾਗੇ ਬੰਨਣ, ਤਵੀਤ ਪਾਉਣ, ਟਿੱਕੇ ਲਾਉਣ, ਜੋ ਇਹ ਸਾਰਾ ਪੁਰਾਣੇ ਸਮੇਂ ਤੋਂ ਤੁਰਦਾ ਰਿਹਾ। ਬੱਚੇ ਨੂੰ ਚੱਕਿਆ, ਇਹਨੂੰ ਚੱਕ ਕੇ ਇੱਥੇ ਵੀ ਇਹਦਾ ਮੱਥਾ ਲਵਾ ਦਿਓ, ਇੱਥੇ ਵੀ ਲਵਾ ਦਿਓ, ਇੱਥੇ ਵੀ ਲਵਾ ਦਿਓ। ਇੱਕ ਅਜੀਬ ਤਰ੍ਹਾਂ ਦੇ ਵਹਿਮ ਦੇ ਵਿੱਚ ਜੀਣਾ, ਇਹ ਬੜੀਆਂ ਇਸ ਰੂਪ ਵਿੱਚ ਬਾਤ ਰਹੀਆਂ। ਗੁਰਮਤਿ ਸਕੂਲ ਆਫ ਥਾਟ ਨੇ ਸਾਨੂੰ ਸਮਝਾਇਆ, ਵਾਹਿਗੁਰੂ ਜ਼ਿੰਦਗੀ ਦੇਹਿੰਦਿਆ, ਉਸ ਬੱਚੇ ਦੇ ਹਾਈਜੀਨ ਦਾ ਖਿਆਲ ਕਰੋ, ਉਹਨੂੰ ਲਾਲਨ ਪਾਲਣ ਦਾ ਧਿਆਨ ਦਿਓ। ਬਾਕੀ ਜੋ ਉਹਨੇ ਕਰਤਾਰ ਨੇ ਲੇਖਿਆਂ 'ਚ ਲਿਖਿਆ ਉਹ ਹੋ ਕੇ ਰਹਿਣਾ ਹੈ। ਇੱਥੋਂ ਫਿਰ ਤੁਹਾਡਾ ਇੱਕ ਕੌਨਫੀਡੈਂਸ ਵੱਧਦਾ ਆ, ਤੁਸੀਂ ਉਸ ਲੈਵਲ 'ਤੇ ਉਸ ਢੰਗ ਨਾਲ ਆਉਂਦੇ ਹੋ। ਜਿੰਨਾ ਮੁਬਾਲਿਕ 'ਚ ਅਸੀਂ ਰਹਿ ਰਹੇ ਹਾਂ, ਇੱਥੇ ਆਮ ਕਰਕੇ ਕਿਹਾ ਜਾਂਦਾ ਮਾਪੇ ਬੱਚਿਆਂ ਤੋਂ ਬਹੁਤ ਡਰਦੇ ਨੇ। ਉਹਦੇ ਡਰ ਦਾ ਵੱਡਾ ਕਾਰਨ ਇਹ ਬਣਦਾ ਹੈ ਵੀ ਕਿਸੇ ਢੰਗ ਨਾਲੇ ਬੱਚਿਆਂ ਨੂੰ ਇੱਕ ਵਾਰੀ ਮੈਂ ਬਸ ਬਣਾ ਕੇ ਨਾ ਇੱਕ ਲੈਵਲ 'ਤੇ ਲੈ ਜਾਵਾਂ ਅਤੇ ਫਿਰ ਲੋਕਾਂ 'ਚ ਜਾ ਕੇ ਹੰਕਾਰ ਛਾਤੀ ਚੌੜੀ ਕਰਕੇ ਕਹਾਂ, ਦੇਖਿਆ ਮੇਰੀ ਟਰਾਫੀ, ਮੈਂ ਕਿੱਡਾ ਵੱਡਾ ਕੰਮ ਕਰ ਦਿੱਤਾ। ਹਕੀਕਤ ਇਹ ਹੈ, ਕੁਦਰਤ ਦੇ ਬਣਾਏ ਦਸਤੂਰ 'ਚ ਕਿਤੇ ਕੋਈ ਚੀਜ਼ ਬਣ ਆਵੇ, ਇਹ ਉਹਦਾ ਤਰਸ ਆ। ਪੋਸੀਬਿਲਿਟੀ ਹੈ, ਇੱਕ ਫ੍ਰੀ ਸੁਸਾਇਟੀ 'ਚ ਰਹਿ ਰਹੇ ਹੋ ਜਿੱਥੇ ਬਿਲਕੁਲ ਇੱਕ ਡਿਫਰੈਂਟ এনवायरमेंट ਆ। ਬੱਚਿਆਂ ਦੇ ਵਿਗੜਨ ਦੇ ਅਸਾਰ ਬਹੁਤ ਜ਼ਿਆਦਾ ਨੇ। ਇਹਦੇ 'ਚ ਨਾ ਆਪਣੇ ਆਪ ਨੂੰ ਜੱਜ ਕਰੋ, ਨਾ ਸੈਲਫ ਬੀਟਿੰਗ ਕਰੋ, ਅਤੇ ਨਾ ਇਹ ਬਹੁਤ ਜ਼ਿਆਦਾ ਪਿੱਠ ਥਪਥਪਾਓ ਵੀ ਪਤਾ ਨਹੀਂ ਅਸੀਂ ਕਿਹੜੀ ਜਿਹੜੀ ਹੈ ਚੋਟੀ ਸਰ ਕਰ ਲੈਣੀ ਹੈ। ਇਹ ਪੋਸੀਬਿਲਿਟੀ ਹੈ, ਇਹ ਸੰਭਾਵਨਾ ਹੈ। ਮੈਨੂੰ ਮਿਸਾਲੀ ਤੌਰ 'ਤੇ ਬਾਤ ਕਰਦਾ, ਜਿਹੜੇ ਬੱਚੇ ਦੀ ਉਮਰ ਹੁੰਦੀ ਨਾ, ਬਾਲ ਉਮਰ ਹੁੰਦੀ ਹੈ, ਇਸ ਤਰ੍ਹਾਂ ਹੁੰਦੀ ਹੈ ਬਟਰ ਦੀ ਟਿੱਕੀ ਹੈ। ਹੁਣ ਬਟਰ ਦੀ ਟਿੱਕੀ ਨੂੰ ਤੁਸੀਂ ਰੱਖੋ ਫਰਿੱਜ ਵਿੱਚ, ਬਹੁਤ ਵਧੀਆ ਫਰਿੱਜ ਆ ਤੁਹਾਡਾ, ਬੜਾ ਕਲੋਜ਼ এনवायरमेंट, ਉਹਦੇ ਵਿੱਚ ਬਿਲਕੁਲ ਠੀਕ ਆ। ਪਰ ਅਨਫੋਰਚੂਨੇਟ ਪਾਰਟ ਇਹ ਹੈ, ਜਿੱਥੇ ਅਸੀਂ ਆ ਕੇ ਰਹਿ ਰਹੇ ਹਾਂ, ਇਹ এনवायरमेंट ਕਲੋਜ਼ এনवायरमेंट ਹੋ ਹੀ ਨਹੀਂ ਸਕਦਾ। ਫ੍ਰੀ ਸੁਸਾਇਟੀ ਹੈ, ਇਟਸ ਏ ਲਾਈਕ ਏ ਓਵਨ, ਜਿਵੇਂ ਓਵਨ ਹੁੰਦਾ। ਹੁਣ ਜਿਹੜੀ ਬਟਰ ਦੀ ਟਿੱਕੀ ਹੈ, ਤੁਸੀਂ ਫਰਿੱਜ 'ਚ ਰੱਖੋ ਤਾਂ ਕਿਵੇਂ ਹੋਏਗੀ? ਚੱਕ ਕੇ ਓਵਨ 'ਚ ਰੱਖ ਦਿਓ, ਫਿਰ ਦੇਖੋ ਕੀ ਹੁੰਦਾ। ਆਹ ਚੀਜ਼ ਹੋ ਰਹੀ ਹੈ। ਬਟਰ ਦੀ ਟਿੱਕੀ ਓਵਨ 'ਚ ਰੱਖੀ ਨਹੀਂ ਤੇ ਦੇਖੋ ਧਮਾਕਾ ਪਿਆ ਨਹੀਂਗਾ। ਸੋ ਇਹਦੇ 'ਚ ਡਰਨ ਦੀ ਲੋੜ ਨਹੀਂ ਗੀ, ਨਾ ਸਹਿਕਣ ਦੀ ਲੋੜ ਆ। ਦਰਵਾਜ਼ੇ ਬੰਦ ਕਰਕੇ, ਬੰਦ ਕਰਟਨ ਦੇ ਪਿੱਛੇ ਲੋਕੀ ਸਿਸਕੀਆਂ ਲੈਂਦੇ, ਤੁਸੀਂ ਰੋਜ਼ ਦੇਖਦੇ ਹੋ। ਹਕੀਕਤ ਇਹ ਹੈ, ਓਪਨਲੀ ਗੱਲ ਕਰੋ, ਬੱਚਿਆਂ ਨਾਲ ਵੀ ਗੱਲ ਕਰੋ, ਦੱਸੋ ਸਾਡੀਆਂ ਆਹ ਐਕਸਪੈਕਟੇਸ਼ਨਸ ਨੇ ਤੁਹਾਡੇ ਤੋਂ। ਬੱਚਿਆਂ, ਉਹਨਾਂ ਦੀ ਸਿਚੁਏਸ਼ਨ ਸੁਣੋ, ਉਹਨਾਂ ਦਾ ਕੀ ਪੀਅਰ ਪ੍ਰੈਸ਼ਰ ਹੈ, ਉਹਨਾਂ ਨੂੰ ਕਿਹਦੇ ਨਾਲ ਡੀਲ ਕਰਨਾ ਪੈਂਦਾ ਹੈ। ਦੋਨੋਂ ਇੱਕ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਇੱਕ ਕਾਮਨ ਪ੍ਰੋਗਰਾਮ ਬਣਾਓ, ਕਾਮਨ ਮਿਨੀਮਮ ਪ੍ਰੋਗਰਾਮ, ਉਹਦੇ 'ਤੇ ਕੰਮ ਕਰੋ। ਇਹੀ ਗੁਰਮਤਿ ਸਿਖਾ ਰਹੀ ਹੈ। ਜੋ ਗਿਵਨ ਸਿਚੁਏਸ਼ਨ ਆ, ਉਹਦੇ ਤੋਂ ਭੱਜਣਾ, ਭਾਂਜਵਾਦੀ ਨਾ ਹੋ, ਐਸਕੇਪਿਜ਼ਮ ਇਹ ਕੋਈ ਸੋਲਿਊਸ਼ਨ ਨਹੀਂ ਹੁੰਦਾ। ਸਹੀ ਰੂਪ ਵਿੱਚ ਮੁਕਾਬਲਾ ਕਰੋ। ਜਦੋਂ ਬਾਬਾ ਕਬੀਰ ਦਾ ਸ਼ਬਦ ਨਾ, ਗਗਨ ਦਮਾਮਾ ਬਾਜਿਓ ਪਰਿਆ ਨਿਸ਼ਾਨੇ ਘਾਓ, ਜਦੋਂ ਗਗਨ ਚੁੰਬਵੀਆਂ ਆਵਾਜ਼ਾਂ ਦੇ ਦਮਾਮੇ ਵੱਜ ਰਹੇ ਹੋਣ, ਤੇ ਫਿਰ ਕੰਨਾਂ ਦੇ ਵਿੱਚ ਜਿਹੜਾ ਰੂੰ ਦੇ ਕੇ ਜਾਂ ਕੰਨਾਂ 'ਚ ਉਂਗਲਾਂ ਦੇ ਕੇ ਭੱਜਣ ਵਾਲਾ ਬੰਦਾ ਡਰਪੋਕ ਹੁੰਦਾ, ਉਹ ਕਾਇਰ ਹੁੰਦਾ, ਉਹ ਕਾਵੜ ਆ। ਉਦੋਂ ਕੰਨਾਂ 'ਚ ਉਂਗਲਾਂ ਦੇ ਕੇ ਦੌੜਨ ਦੀ ਕੋਸ਼ਿਸ਼ ਨਾ ਕਰੋ। ਉਹ ਆਵਾਜ਼ਾਂ ਤੁਹਾਨੂੰ ਦੱਸ ਰਹੀਆਂ ਨੇ ਮੈਦਾਨ ਭਖ ਗਿਆ, ਹੁਣ ਸੂਰਮੇ ਬਣੋ ਤੇ ਡਟੋ ਆ ਕੇ। ਇਹ ਵੀ ਇੱਕ ਮੈਦਾਨ ਹੈ ਜ਼ਿੰਦਗੀ 'ਚ ਸਿੱਝਣਾ। ਜਦੋਂ ਇਹੋ ਜਿਹਾ ਆਲਾ ਦੁਆਲਾ এনवायरमेंट ਸਾਰਾ ਬਣ ਚੁੱਕਾ ਆ, ਜਦੋਂ ਆ ਗਏ ਇਹੋ ਜਿਹੇ ਮੁਬਾਲਿਕ 'ਚ, ਨਾਰਥ ਅਮਰੀਕਾ, ਵੈਸਟਰਨ ਵਰਲਡ ਦੇ ਵਿੱਚ, ਜਿੱਥੇ ਇੰਨੀਆਂ ਉੱਚੀਆਂ ਆਵਾਜ਼ਾਂ ਨੇ, ਤੁਹਾਡੀ ਜਿਹੜੀ ਆਪਣੀ ਆਵਾਜ਼ ਆ ਐਥਿਕਸ ਦੀ, ਤੁਹਾਡੀ ਆਪਣੀ ਆਵਾਜ਼ ਸਪਿਰਿਚੁਅਲਿਟੀ ਦੀ, ਤੁਹਾਡੀ ਆਪਣੀ ਆਵਾਜ਼ ਜਿਹੜੀਆਂ ਸੰਸਕਾਰਾਂ, ਵੈਲਿਊ ਦੀ, ਉਸ ਜਿਹੜੇ ਕਦਰਾਂ ਕੀਮਤਾਂ ਦੀ,
ਉਹਨੂੰ ਕੌਣ ਸੁਣੇਗਾ ਇੱਥੇ ਐਡੇ ਵੱਡੇ ਉੱਠੇ ਹੋਏ ਤੂਫਾਨ ਦੇ ਵਿੱਚ, ਆਵਾਜ਼ਾਂ ਦੇ ਵਿੱਚ। ਭਾਈ ਫਿਰ ਇਹ ਹੀ ਹੈ, ਉੱਥੇ ਕੁਝ ਨਾ ਕੁਝ ਕਾਮਨ ਮਿਨੀਮਮ ਪ੍ਰੋਗਰਾਮ ਬਣਾਓ, ਗਿਵ ਐਂਡ ਟੇਕ ਕਰੋ, ਤਾਂ ਜਾ ਕੇ ਬਾਤ ਬਣੇਗੀ। ਹਾਂ, ਬੱਚਿਆਂ ਦੇ ਨਾਲ ਡਰ ਹੁੰਦਾ ਆ, ਇਹਨਾਂ ਨੂੰ ਕੁਝ ਹੋ ਨਾ ਜਾਏ, ਇਹਨਾਂ ਨੂੰ ਕਿਤੇ ਇਹਨਾਂ ਦੀ ਸਿਹਤ ਨਾ ਖਰਾਬ, ਕਿਤੇ ਇਹਨਾਂ ਦਾ ਕੋਈ ਵਿਗਾੜ ਨਾ ਹੋ ਜੇ, ਸਿਹਤ ਕਰਕੇ, ਮਨ ਕਰਕੇ, ਕਿਤੇ ਵਿਹਾਰ ਨਾ ਵਿਗੜ ਜੇ, ਇਹਨਾਂ ਦਾ ਜ਼ਿੰਦਗੀ ਨਾ ਖਰਾਬ ਹੋ ਜੇ। ਮਾਪੇ ਤਾਂ ਬੱਚਿਆਂ ਦੇ ਮਾਪਿਆਂ 'ਚ ਲੜਾਈ ਕਾਹਦੀ ਹੈ? ਲੜਾਈ ਇੱਕੋ ਹੀ ਹੈ ਕਿ ਮਾਪੇ ਬੱਚਿਆਂ ਨੂੰ ਸੇਵ ਕਰਨਾ ਚਾਹੁੰਦੇ ਤੇ ਬੱਚੇ ਕਹਿੰਦੇ ਸੇਵ ਥੋੜ੍ਹਾ ਕਰ ਰਹੇ, ਸਾਡਾ ਤਾਂ ਗਲ ਘੁੱਟ ਰਹੇ ਨੇ, ਸਾਨੂੰ ਤਾਂ ਸਾਹ ਨਹੀਂ ਆ ਰਿਹਾ, ਵੀ ਆਰ ਫੀਲਿੰਗ ਸੋਫੋਕੇਸ਼ਨ, ਦੇ ਆਰ ਸੋ ਮਚ ਐਕਚੁਅਲੀ ਕੰਟਰੋਲਿੰਗ ਪੇਰੈਂਟਸ, ਸੋ ਵੀ ਨੀਡ ਫਰੀਡਮ। ਉਹ ਕਹਿੰਦੇ ਫਰੀਡਮ ਨਹੀਂ ਪੁੱਤ, ਵਲਨੇਬਿਲਿਟੀ ਬਹੁਤ ਆ, ਤੁਹਾਨੂੰ ਨਹੀਂ ਪਤਾ ਸਮਾਜ ਕਿਵੇਂ ਦਾ, ਇੱਥੇ ਕਿਹੋ ਜਿਹੇ ਪ੍ਰੈਡੀਟਰਸ ਤੁਰੇ ਫਿਰਦੇ ਨੇ। ਉੱਥੇ ਇੱਕ ਵੱਡਾ ਮਸਲਾ ਹੈ, ਸਾਡੇ ਕੋਲ ਇੱਕ ਟ੍ਰੈਡੀਸ਼ਨਲ ਤਰੀਕਾ ਆ, ਬੱਚੇ ਨੂੰ ਅੰਦਰ ਡੱਕ ਲਓ, ਅੰਦਰ ਲੈ ਲਓ। ਅੰਦਰ ਕਿੱਥੇ ਡੱਕੋਗੇ? ਆ ਜਿਹੜੇ ਡਿਵਾਈਸਿਸ ਚੁੱਕੇ ਫਿਰਦੇ ਹੋ, ਸੁੱਧਾ ਸਮੁੰਦਰ ਹੈ, ਓਸ਼ਨ ਆ, ਤੁਸੀਂ ਜਾਣਾ ਹੀ ਨਹੀਂ ਕਿਤੇ, ਸਾਰਾ ਸਮੁੰਦਰ ਤੁਹਾਡੇ ਘਰ ਤੁਰ ਕੇ ਆ ਗਿਆ ਹੈ। ਬੱਚੇ ਆਲਰੇਡੀ ਸਮੁੰਦਰ ਦੇ ਵਿੱਚ ਫਲੋਟ ਕਰ ਰਹੇ ਨੇ, ਉਹਦੇ 'ਚ ਉਤਰ ਰਹੇ ਨੇ ਉਸ ਰੂਪ ਦੇ ਵਿੱਚ। ਹਾਂ, ਉੱਥੇ ਵੱਡੀਆਂ ਵੱਡੀਆਂ ਸ਼ਾਰਕ ਤੁਰੀਆਂ ਫਿਰਦੀਆਂ, ਵੱਡੇ ਵੱਡੇ ਉੱਥੇ ਮਗਰਮੱਛ ਤੁਰੇ ਫਿਰਦੇ ਨੇ। ਜਿਹੜੀ ਅੱਜ ਕੱਲ੍ਹ ਅਸੀਂ ਗਰੂਮਿੰਗ ਦੇਖਦੇ ਹਾਂ, ਮਾਈਂਡ ਬਲੋਇੰਗ। ਇਹ ਦਿਨ ਸਮਾਂ ਬਣਿਆ ਡਾਟਾ ਬੇਸਡ ਬਾਤ ਕਰਾਂਗੇ ਸਾਰੇ ਦੀ ਸਾਰੀ। ਸਾਡਾ ਤੇ ਆਲਮੋਸਟ ਗਾਲਬਨ ਹਰ ਰੋਜ਼ ਦਾ ਕੰਮ ਹੈ, ਜਿਹੜੀ ਸਾਈਬਰ ਬੁਲਿੰਗ ਹੋ ਰਹੀ ਹੈ, ਸਾਈਬਰ ਗਰੂਮਿੰਗ ਹੋ ਰਹੀ ਹੈ, ਉਹਦੇ ਉੱਤੇ ਬੱਚਿਆਂ ਨਾਲ ਜਿਹੜੇ ਸਟਰਗਲ ਕਰਦੇ, ਉਹਨਾਂ ਨਾਲ ਡੀਲ ਕਰਦੇ, ਮਾਪਿਆਂ ਨਾਲ ਡੀਲ ਕਰਦੇ ਸੀ ਸਾਰਾ ਕੁਝ। ਸੋ ਇਹ ਅਵਸਥਾ ਆ, ਇਹ ਸਾਰੇ ਰੂਪ ਵਿੱਚ। ਇਹਦੇ ਵਿੱਚ ਵੀ ਇਹਨਾਂ ਮੁਲਕਾਂ ਦੇ ਵਿੱਚ ਡਰੇ ਹੋਏ ਲੋਕ ਵਿਚਾਰੇ, ਵਹਿਮਾਂ ਭਰਮਾਂ ਦੇ ਫੰਡੇ ਹੋਏ, ਗਰੀਬ ਗੁਰਬਤ, ਮਤਲਬ ਕਹਿ ਲਓ ਕਿ ਮਸਾਂ ਆਪਣੇ ਐਂਡ ਮੀਟਸ ਕਰਨ ਵਾਲੇ ਲੋਕ ਵਿਚਾਰੇ ਜਦੋਂ ਵਹਿਮ ਭਰਮ ਦੇ ਇਹਨਾਂ ਭੁਲੇਖਿਆਂ 'ਚ ਪੈ ਜਾਂਦੇ, ਉਹ ਪੰਡਤਾਂ ਕੋਲ ਟੇਵੇ ਲਵਾਉਂਦੇ, ਉਹ ਚੀਜ਼ਾਂ ਕਰਦੇ। ਮੈਂ ਦੇਖਿਆ ਲੁੱਟ ਹੁੰਦੀ ਉਹਨਾਂ ਦੀ, ਐਕਸਪਲੋਟੇਸ਼ਨ ਇੰਤਹਾ ਦੀ। ਪਰ ਕਰਨ ਕੀ? ਬੱਚਿਆਂ ਤੇ ਸਭ ਕੁਝ ਕਰਨ ਲਈ ਤਿਆਰ ਨੇ। ਕੋਈ ਦਿਨ ਐਸਾ ਜਾਵੇ ਜਦੋਂ ਸਾਨੂੰ ਕੋਈ ਕਾਲ ਨਹੀਂ ਆਉਂਦੀ ਇੱਕ ਦੋ ਇਸ ਰੂਪ ਦੇ 'ਚ, ਭਾਈ ਸਾਹਿਬ ਬਸ ਕੋਈ ਉਪਾਅ ਦੱਸ ਦਿਓ ਕੁਝ, ਤੇ ਮੈਂ ਸਿੱਧੇ ਤੌਰ ਤੇ ਕਹਿੰਦਾ ਇਹ ਵਿਚਾਰਾ ਕੋਈ ਲੁੱਟ ਹੋਣ ਲਈ ਤਿਆਰ ਬੈਠਾ ਆ, ਲੁੱਟੇ ਕੋਈ ਇਹਨੂੰ ਆ ਕੇ। ਪਰ ਅਨਫੋਰਚੂਨੇਟ ਪਾਰਟ ਆ, ਚੀਜ਼ਾਂ ਨੂੰ ਸਹੀ ਪਰਸਪੈਕਟਿਵ ਵਿੱਚ ਦੇਖੋ, ਆਪਣੇ ਮਨ ਦੇ ਡਰਾਂ ਤੋਂ ਭੱਜੋ ਨਾ, ਉਹਨਾਂ ਨੂੰ ਐਡਰੈਸ ਕਰੋ ਆਪਣੇ ਸਹੀ ਰੂਪ ਦੇ ਵਿੱਚ, ਸਹੀ ਢੰਗ ਦੇ ਨਾਲ ਇਹਨਾਂ ਚੀਜ਼ਾਂ ਨੂੰ ਕਰਨ ਦੀ ਲੋੜ ਆ। ਟ੍ਰੈਡੀਸ਼ਨਲ ਵੇ ਦੇ ਨਾਲ ਜੋ ਕੁਝ ਵਾਪਰਦਾ, ਉਹਦਾ ਇੱਕ ਮੰਜ਼ਰ ਇੱਥੇ ਜ਼ਿਕਰ ਕਵੀ ਜੀ ਲੈ ਕੇ ਆਏ। ਅਸ਼ਟ ਜੋਗਣੀ ਕੀ ਅਭਿਖੇਖਾ, ਕਹਿੰਦੇ ਨੇ ਗੁਰੂ ਨਾਨਕ ਮਹਾਰਾਜ ਜੀ ਨੂੰ ਬਾਲ ਬ੍ਰੇਸ ਮਡੋਲੀ ਨੂੰ ਚੱਕਿਆ ਬਾਬਾ ਕਾਲੂਵਰਾਂ ਨੇ, ਤੇ ਜਾ ਕੇ 8 ਜੋਗਣੀਆਂ ਨੂੰ ਮੱਥਾ ਟਕਵਾ ਦਿੱਤਾ ਉਹਨਾਂ ਤੋਂ। ਕਿਹਾ ਕੁਸ਼ਲ ਮੰਗ ਸੁਤ ਕੀ ਸਿਰ ਟੇਕਾ, ਤੇ ਉਹਨਾਂ ਦੇ ਸਾਰੇ ਰੂਪ ਦੇ ਵਿੱਚ ਕਹਿੰਦੇ ਨੇ ਕਿ ਪੁੱਤਰ ਦੀ ਕੁਸ਼ਲਤਾ ਵਾਸਤੇ ਕਈ ਤਰ੍ਹਾਂ ਦੇ ਮੱਥੇ ਟਕਵਾਏ, ਕਈ ਚੀਜ਼ਾਂ, ਇਹ ਸਾਰੇ ਕਾਰਜ ਕਰਨੇ ਕੀਤੇ ਜੀ। ਤਰੋਦਸ ਦਇਓਸੈ ਸੰਖਿਆ ਕੀਨੀ, ਆਇਓ ਦਿਜ ਕਾਲੂ ਸੁਧ ਦੀਨੀ। ਕਹਿੰਦੇ ਨੇ ਜਦੋਂ 13 ਦਿਨ ਬੀਤ ਗਏ, ਤਰੋਦਸ, ਤਰੋ 3 ਤੇ 10 ਦੋਨਾਂ ਨੂੰ ਜਮ੍ਹਾਂ ਕਰੋ 13 ਬਣਦੇ, ਤਰੋਦਸ ਦਿਓਸੈ ਸੰਖਿਆ ਕੀਨੀ। ਜਦੋਂ ਗਿਣਤੀ 13 ਦਿਨਾਂ ਦੀ ਹੋ ਗਈ, 13 ਦਿਨ ਬੀਤ ਗਏ, ਆਇਓ ਦਿਜ ਕਾਲੂ ਸੁਧ ਦੀਨੀ, ਉਸ ਸਮੇਂ ਦੂਜ ਬ੍ਰਾਹਮਣ ਬਾਬਾ ਕਾਲੂ ਜੀ ਦੇ ਘਰੇ ਆਇਆ ਜੀ। ਤਿਸ ਕੋ ਨਾਨਕ ਨਾਮ ਧਰੀਜੈ, ਇਸ ਕੀ ਸਰਬਰ ਕੋ ਨਾ ਜਨੀਜੈ। ਕਿਉਂਕਿ ਬਾਬਾ ਕਾਲੂ ਜੀ ਨੇ ਕਿਹਾ ਸੀ ਬ੍ਰਾਹਮਣ ਨੂੰ ਕਿ ਤੁਸੀਂ ਕੋਈ ਨਾਂ ਸੁਜੈਸਟ ਕਰੋ ਤਾਂ ਕਿ ਨਾਂ ਰੱਖਿਆ ਜਾ ਸਕੇ। ਕਹਿੰਦੇ 13 ਦਿਨਾਂ ਬਾਅਦ ਜੋ ਪਾਂਦਾ ਹਰਦਿਆਲ ਹੈ ਉਹ ਆਇਆ ਹੈ, ਤੇ ਉਸਨੇ ਆ ਕੇ ਕਿਹਾ ਸਿਸ ਕੋ, ਸਿਸ ਮੀਨ ਸ਼ਿਸ਼ੂ, ਬੱਚਾ, ਕੋ ਨਾਨਕ ਨਾਮ ਧਰੀਜੈ, ਉਹਨਾਂ ਦਾ ਨਾਮ ਨਾਨਕ ਰੱਖਿਆ ਜਾਏ। ਹੁਣ ਇੱਥੇ ਅੱਗੇ ਥੋੜੀ ਦੀ ਵਾਰਤਾ ਹੋਏਗੀ ਜਿਹਦੀ ਬਾਤ ਆਪਾਂ ਕਰਾਂਗੇ। ਨਾ ਮਾਤਰ ਮੈਂ ਬੇਨਤੀ ਕਰਦੇ ਹਾਂ, ਕਿਉਂਕਿ ਜਿਵੇਂ ਜਿਵੇਂ ਅਸੀਂ ਸੋਰਸਸ ਚੈੱਕ ਕਰਦੇ ਹਾਂ, ਸਾਨੂੰ ਸੋਰਸਸ ਵਿੱਚੋਂ ਇਨਫੋਰਮੇਸ਼ਨ ਮਿਲਦੀ ਹੈ। ਮੈਨੂੰ ਤੁਸੀਂ ਜੇ ਤੁਸੀਂ ਉਸ ਰੂਪ ਵਿੱਚ ਦੇਖਿਓ ਤੇ ਆਮ ਨੋਟ ਸਟੋਰੀ ਟੈਲਰ, ਹਾਂ ਜੋ ਮੈਂ ਕਰਦਾ ਉਹ ਹੈ ਇੰਟਰਪ੍ਰੀਟੇਸ਼ਨ। ਜਿਹੜੇ ਐਵੀਡੈਂਸ ਬੇਸਡ ਚੀਜ਼ਾਂ ਨੇ, ਜੋ ਸਾਡੇ ਕੋਲ ਚੀਜ਼ਾਂ ਮਿਲਦੀਆਂ ਨੇ, ਉਹਨਾਂ ਦੀ ਅਨੈਲੋਜੀ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ। ਜਿੰਨੀ ਕੁ ਤਾਲੀਮ ਵਿੱਦਿਆ ਗੁਰੂ ਮਹਾਰਾਜ ਦੇ ਬਖਸ਼ਿਸ਼ ਸਦਕਾ, ਤੁਹਾਡੀ ਸੰਗਤ ਦੇ ਅਸੀਂ ਸਦਕਾ ਪ੍ਰਾਪਤ ਹੋਈ, ਉਹਦੀ ਰੌਸ਼ਨੀ ਦੇ ਵਿੱਚ ਜਿੰਨੇ ਕੁ ਸੋਰਸਸ ਚੈੱਕ ਕੀਤੇ ਨੇ, ਉਹਦੇ ਅਕੋਰਡਿੰਗਲੀ ਇਹ ਪਤਾ ਲੱਗਾ ਕਿ ਜਿਹੜਾ ਨਾਨਕ ਨਾਮ ਆ ਇਹ ਬਿਲਕੁਲ ਯੂਨੀਕ ਆ। ਇਹਦਾ ਜ਼ਿਕਰ ਅੱਗੇ ਜਾ ਕੇ ਇਹਦੇ 'ਚ ਵੀ ਆਏਗਾ, ਥੋੜ੍ਹਾ ਜਿਹਾ ਕਵੀ ਜੀ ਵੀ ਬਿਆਨ ਕਰਨਗੇ। ਜੇ ਤੁਸੀਂ ਗੁਰੂ ਸਾਹਿਬ ਦੇ ਨਾਮ ਦੇਖੋਗੇ ਨਾ, ਤੁਸੀਂ ਸ਼ੁਰੂ ਕਰ ਲਓ ਗੁਰੂ ਅੰਗਦ ਸਾਹਿਬ ਤੋਂ। ਅੰਗਦ
ਜਿਹੜਾ ਇੰਡੀਅਨ ਐਪਿਕ ਹੈ ਪੁਰਾਣਾ, ਉਹਦੇ 'ਚ ਨਾਮ ਮੌਜੂਦ ਹੈ ਅੰਗਦ। ਅਮਰਦਾਸ, ਇਹ ਨਾਮ ਮੌਜੂਦ ਹੈ, ਤੁਹਾਨੂੰ ਬੜੇ ਅਮਰਦਾਸ ਨਾਮ ਮਿਲ ਜਾਣਗੇ ਪੂਰੀ ਲਿਖਾਵਟ ਦੇ ਵਿੱਚ। ਤੁਸੀਂ ਰਾਮਦਾਸ, ਇਹ ਲਫ਼ਜ਼ ਰਾਮਦਾਸ ਇਹ ਮਿਲਦਾ ਪੂਰਾ। ਅਰਜਨ, ਗੁਰੂ ਅਰਜਨ ਸਾਹਿਬ ਮਿਲਦਾ। ਹਰਗੋਬਿੰਦ, ਗੁਰੂ ਹਰਗੋਬਿੰਦ ਸਾਹਿਬ ਮਿਲਦਾ ਨਾਮ। ਹਰ ਰਾਏ, ਗੁਰੂ ਹਰ ਰਾਏ ਸਾਹਿਬ ਨਾਮ ਮਿਲਦਾ ਹੈ। ਹਰ ਕ੍ਰਿਸ਼ਨ, ਗੁਰੂ ਹਰਕ੍ਰਿਸ਼ਨ ਸਾਹਿਬ ਐਪਿਕਸ ਦੇ ਵਿੱਚ, ਰਾਈਟਿੰਗ ਦੇ ਸਾਰੀਆਂ 'ਚ ਮਿਲੇਗਾ। ਗੁਰੂ ਤੇਗ ਬਹਾਦਰ, ਹਾਂ ਇਹ ਵੀ ਨਾਮ ਮਿਲ ਜਾਂਦਾ ਉਸ ਰੂਪ ਦੇ ਵਿੱਚ। ਬਹਾਦਰ ਵੀ ਨਾਮ ਮਿਲਦਾ, ਤੇਗ ਵੀ ਨਾਮ ਮਿਲਦਾ। ਤੇਗ ਬਹਾਦਰ ਕਿਉਂਕਿ ਗੁਰੂ ਮਹਾਰਾਜ ਦਾ ਅਸਲ ਨਾਮ ਤੇ ਤਿਆਗਮਲ ਸੀਗਾ। ਤੇਗ ਬਹਾਦਰ ਉਹਨਾਂ ਨੂੰ ਉਪਾਧੀ ਗੁਰੂ ਹਰਗੋਬਿੰਦ ਮਹਾਰਾਜ ਨੇ ਚੌਥੀ ਕਰਤਾਰਪੁਰ ਵਾਲੀ ਜੰਗ ਤੋਂ ਬਾਅਦ ਦਿੱਤੀ ਸੀ। 14 ਸਾਲ ਦਾ ਇੱਕ ਬਿਲਕੁਲ ਕਿਸ਼ੋਰਾਵਸਥਾ, ਟੀਨਏਜ ਦਾ ਬੱਚਾ ਤੇਗਾ ਫੜ ਕੇ ਮੈਦਾਨ ਵਿੱਚ ਉਤਰਦਾ ਹੈ ਤੇ ਜੰਗ ਦੇ ਵਿੱਚ ਜਿਸ ਤਰੀਕੇ ਦੇ ਆਹੂ ਲਾਂਦਾ ਹੈ, ਉਹਨੂੰ ਵੇਖ ਕੇ ਜੰਗ ਦੇ ਜਰਨੈਲਾਂ ਨੇ ਆ ਕੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਕਿਹਾ, ਇਹ ਬੱਚੇ ਦਾ ਨਾਮਕਰਨ ਨਵਾਂ ਹੋਣਾ ਚਾਹੀਦਾ, ਇਹਨੂੰ ਕੋਈ ਵੱਡੀ ਉਪਾਧੀ ਦਿਓ। ਜੈਸੀ ਤੇਗ ਇਸ ਬੱਚੇ ਨੇ ਚਲਾਈ ਹੈ, ਐਸੀ ਤੇਗ ਅਸੀਂ ਚਲਾਉਂਦੇ ਨਹੀਂ ਦੇਖਿਆ ਕਦੀ। ਤੇ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ, ਅੱਛਾ ਤੁਸੀਂ ਕਹਿੰਦੇ ਹੋ ਤੇਗ ਦਾ ਧਨੀ ਹੈ? ਕਹਿਣ ਲੱਗੇ ਜੀ ਕਮਾਲ ਹੈ, ਬਹਾਦਰ ਹੈ, ਸੂਰਮਾ ਹੈ। ਤੇਗਾਂ ਦੀ ਖੜਕਾਟ ਪੈਂਦੀ, ਨਿਆਣੇ ਯਰਕ ਦੇ ਡਰਦੇ ਭੱਜਦੇ। ਇਹ ਜਿੱਧਰ ਨੂੰ ਤੇਗਾਂ ਦੀਆਂ ਆਵਾਜ਼ਾਂ ਵੱਧਦੀਆਂ, ਇਹ ਉਧਰ ਨੂੰ ਮੱਥਾ ਕਰਕੇ ਵੱਧਦਾ, ਆਪਣਾ ਸੀਨਾ ਉਧਰ ਨੂੰ ਲੈ ਕੇ ਤੁਰਦਾ। ਐਸਾ ਬਹਾਦਰ ਬਾਲ ਅਸੀਂ ਨਹੀਂ ਦੇਖਿਆ। ਤੇ ਗੁਰੂ ਹਰਗੋਬਿੰਦ ਮਹਾਰਾਜ ਸਹਿਜ ਸੁਭਾਏ ਕਹਿੰਦੇ, ਲਓ ਫਿਰ ਦਾ ਨਾਮ ਹੀ ਤੇਗ ਬਹਾਦਰ ਰੱਖ ਦਿੰਦੇ। ਇੱਥੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਪਿਆ। ਸੋ ਇਹ ਨਾਮ ਵੀ ਮਿਲ ਜਾਂਦਾ। ਗੋਬਿੰਦ, ਇਹ ਨਾਮ ਮਿਲਦਾ ਪੂਰੇ ਦਾ ਪੂਰਾ। ਜਿਹੜਾ ਆ ਤੁਸੀਂ ਐਪਿਕਸ ਪੜ੍ਹ ਲਓ, ਪੁਰਾਣੀਆਂ ਟ੍ਰੈਡੀਸ਼ਨਲ ਲਿਟਰੇਚਰ ਪੜ੍ਹ ਲਓ, ਉਹਦੇ 'ਚ ਮਿਲ ਜਾਏਗਾ ਗੁਰੂ ਗੋਬਿੰਦ ਸਿੰਘ, ਗੋਬਿੰਦ ਨਾਮ। ਪਰ ਨਾਨਕ ਨਾਮ ਯੂਨੀਕ ਹੈ। ਇਹ ਤੁਹਾਨੂੰ ਪੂਰੇ ਇੰਡੀਅਨ ਲਿਟਰੇਚਰ ਨੂੰ ਕੁਰੇਦ ਲਵੋ, ਤੁਹਾਨੂੰ ਨਹੀਂ ਮਿਲੇਗਾ ਕਿਤੇ ਵੀ। ਇਹਦੀ ਬਾਤ ਬਾਬਾ ਕਾਲੂ ਜੀ ਕਰਨਗੇ ਅੱਗੇ ਜਾ ਕੇ ਦਵਿਜ ਪੰਡਤ ਦੇ ਨਾਲ ਵੀ, ਇਹ ਕਿਹੋ ਜਿਹਾ ਨਾਮ ਸੁਜੈਸਟ ਕੀਤਾ ਹੈ। ਜਿਹੜੇ ਰਿਸੋਰਸਿਸ ਜਿੰਨੇ ਕਿ ਮੈਂ ਜਿਸ ਰੂਪ ਵਿੱਚ ਦੇਖੇ ਪੜਤਾਲੇ ਨੇ, ਉਹਨਾਂ ਤੋਂ ਪਤਾ ਲੱਗਾ ਹੈ ਕਿ ਜਿਵੇਂ 13ਵੇਂ ਦਿਨ ਇੱਥੇ ਜਦੋਂ ਨਾਮਕਰਨ ਹੋ ਰਿਹਾ ਹੈ, ਜੇ ਤੁਸੀਂ ਪੰਜਾਬ ਦੀਆਂ ਟ੍ਰੈਡੀਸ਼ਨਸ ਦੇਖੋ, ਇਹਦੇ ਵਿੱਚ ਇੱਕ ਕਿਤਾਬ ਹੈ ਮੇਰਾ ਪਿੰਡ, ਵਾਰਤਕ ਦੀ ਜਿਹੜਾ ਆ ਗਿਆਨੀ ਦਿੱਤ ਸਿੰਘ ਦੀ ਲਿਖੀ ਕਿਤਾਬ, ਕਮਾਲ ਦੀ ਕਿਤਾਬ ਆ। ਜੇ ਤੁਸੀਂ ਪੰਜਾਬੀ ਪੜ੍ਹ ਸਕਦੇ ਹੋ, ਗੁਰਮੁਖੀ ਅੱਖਰਾਂ ਨੂੰ ਜਾਣਦੇ ਹੋ ਥੋੜ੍ਹਾ ਪੜ੍ਹਨਾ, ਤੇ ਜੇ ਪੜ੍ਹਨ ਦਾ ਸ਼ੌਂਕ ਹੈ, ਜੇ ਨਹੀਂ ਹੈ ਤਾਂ ਵੀ ਸ਼ੌਂਕ ਜੇ ਪੈਦਾ ਕਰ ਸਕਣਾ ਚਾਹੁੰਦੇ ਹੋ, ਇਹ ਮੇਰਾ ਪਿੰਡ ਕਿਤਾਬ ਪੜ੍ਹਨ ਵਾਲੀ ਹੈ। ਵਾਰਤਕ ਦੀ ਕਮਾਲ ਦੀ ਕਿਤਾਬ ਹੈ, ਇਸ ਤੋਂ ਬੈਸਟ ਕਿਤਾਬ ਪੰਜਾਬੀ ਪ੍ਰੋਜ਼ ਵਿੱਚ ਨਹੀਂ ਮਿਲੇਗੀ ਤੁਹਾਨੂੰ। ਉਹਦੇ 'ਚ ਜਿਹੜਾ ਬੱਚੇ ਦਾ ਨਾਮਕਰਨ ਆ, ਇਹ ਪੂਰੇ ਸੰਸਕਾਰ ਨੂੰ ਉਹਨਾਂ ਨੇ ਬਿਆਨ ਕੀਤਾ, ਉਹ ਪੜ੍ਹਨ ਵਾਲਾ ਸੰਸਕਾਰ ਹੈ। ਉਹਦੀ ਰੌਸ਼ਨੀ ਦੇ ਵਿੱਚ ਜਿਹੜੀ ਐਨਾਲਜੀ ਸਾਰੀ ਦੀ ਸਾਰੀ ਕੀਤੀ ਜਾਂਦੀ ਬਾਬਾ ਨਾਨਕ ਜੀ ਦੇ ਨਾਮ ਦੇ ਬਾਬਤ, ਉਹਦਾ ਤਸੱਵੁਰ ਜੋ ਸਾਨੂੰ ਪਤਾ ਲੱਗਾ ਕੁਝ ਇਸ ਤਰ੍ਹਾਂ ਆ ਕਿ ਜਦੋਂ ਬ੍ਰਾਹਮਣ ਨਾਮਕਰਨ ਕਰਦਾ ਦਵਿਜ, ਤੇ ਉਹਦੀ ਨਾਮਕਰਨ ਕਰਨ ਦਾ ਢੰਗ ਇਹ ਹੁੰਦਾ ਕਿ ਨਵ ਜਨਮੇ ਬਾਲਕ ਨੂੰ ਆਪਣੀ ਝੋਲੀ ਵਿੱਚ ਰੱਖਦਾ, ਝੋਲੀ ਵਿੱਚ ਰੱਖ ਕੇ ਪੰਚਾਂਗ ਦੀ ਪੋਥੀ ਫੋੜ ਕੇ ਉਸ ਸਮੇਂ ਉਹਦੇ ਮੁਤਾਬਕ ਉੱਥੇ ਅੱਖਰ ਫਾਈਨਲਾਈਜ਼ ਕਰਕੇ ਤੇ ਨਾਮ ਰੱਖਣ ਵਾਸਤੇ ਪਰਿਵਾਰ ਨੂੰ ਸੁਜੈਸਟ ਕਰਦਾ। ਜਦੋਂ ਬਾਬਾ ਜੀ ਦਾ ਨਾਮਕਰਨ ਹੋਣ ਲੱਗਾ, ਬਾਬਾ ਜੀ ਨੂੰ ਝੋਲੀ ਦੇ ਵਿੱਚ ਇਸ ਤਰੀਕੇ ਨਾਲ ਹਰਦਿਆਲ ਪੰਡਤ ਨੇ ਪਾਇਆ, ਪੋਥੀ ਇਸ ਤਰੀਕੇ ਨਾਲ ਕੁਰੇਦੀ। ਜਿਹੜੀ ਘਰ ਦੇ ਵਿੱਚ ਰੂਹ ਹੈ, ਜਿਹੜੀ ਦਿਨ ਰਾਤ ਇੱਕੋ ਹੀ ਆਸ ਲਾ ਕੇ ਬੈਠੀ ਕਿ ਰੱਬਾ ਮੈਨੂੰ ਵੀਰ ਦੇ, ਮੈਨੂੰ ਵੀਰ ਦੇ, ਨਾਨਕੀ, ਉਹ ਕਿਰਦਾਰ ਇਹੋ ਜਿਹਾ ਹੈ ਜਿਹਨੂੰ ਬਿਲਕੁਲ ਵੀ ਪਸੰਦ ਨਹੀਂ ਆ ਰਿਹਾ ਕਿ ਮੇਰੇ ਵੀਰ ਨੂੰ ਮੇਰੇ ਤੋਂ ਸਿਵਾ ਕੋਈ ਹੋਰ ਚੱਕੇ। ਉਹ ਦਵਿਜ ਜਦੋਂ ਬ੍ਰਾਹਮਣ ਨੇ ਝੋਲੀ 'ਚ ਪਾਇਆ ਆ, ਉਹ ਜਿਵੇਂ ਸਪੋਜ਼ ਕਰੋ ਉਸ ਬਾਲਕ ਨੂੰ ਦਵਿਜ ਬ੍ਰਾਹਮਣ ਇਸ ਰੂਪ 'ਚ ਹੱਥ ਨਾਲ ਸੰਭਾਲਦਾ, ਬੇਬੇ ਨਾਨਕੀ ਆਉਂਦੀ, ਇੱਧਰੋਂ ਹੱਥ ਫੜ ਕੇ ਉਹਦਾ ਖੋਲ੍ਹ ਦਿੰਦੀ, ਕਹਿੰਦੀ ਤੂੰ ਕਿਉਂ ਹੋਲਡ ਕਰਕੇ ਬੈਠਾ, ਜਿਵੇਂ ਬੱਚਾ ਕਹਿੰਦਾ ਆ। ਫਿਰ ਕੋਈ ਕਹਿੰਦਾ ਨਾ ਨਾਨਕੀ ਕਿਉਂ ਤੰਗ ਕਰ ਰਹੀ ਹੈ ਤੂੰ ਬ੍ਰਾਹਮਣ ਨੂੰ ਇਸ ਰੂਪ ਦੇ ਵਿੱਚ, ਉਹ ਦੂਜੇ ਪਾਸਿਓਂ ਦੂਜਾ ਹੱਥ ਪਾ ਲੈਂਦਾ, ਉਹ ਇੱਧਰੋਂ ਆਉਂਦੀ ਆਹ ਹੱਥ ਚੱਕ ਦਿੰਦੀ, ਉਹਨੂੰ ਲੱਗਦਾ ਮੇਰਾ ਵੀਰ ਆ। ਤੇ ਇਹ ਬ੍ਰਾਹਮਣ ਕੌਣ ਹੁੰਦਾ ਚੱਕਣ ਵਾਲਾ? ਇਸ ਤਰੀਕੇ ਨਾਲ ਉਹਦੀ ਮੇਰ ਦਾ ਭਾਵ ਆ ਰਿਹਾ। ਮਹੂਰਤ ਦਾ ਸਮਾਂ ਲੰਘੀ ਜਾਂਦਾ ਹੈ, ਸਾਰੀ ਬੇਦੀ ਬਰਾਦਰੀ ਆਲੇ ਦੁਆਲੇ ਬੈਠੀ ਹੱਸ ਰਹੀ ਏ, ਤੇ ਹੱਸਦੀ ਹੋਈ ਕਹਿ ਰਹੀ ਏ, ਉਹ ਪੰਡਤਾ ਤੈਨੂੰ ਵਿਦਿਆ ਭੁੱਲ ਗਈ, ਉਹ ਪੰਡਤਾ ਤੇਰੇ ਤੋਂ ਨਾਮ ਨਹੀਂ ਨਿਕਲਿਆ, ਦੱਸ ਉਹ ਪੰਡਤਾ ਤੂੰ ਕਿੱਥੇ ਤੇਰੀ ਸੁਰਤ ਗਈ ਏ। ਇੱਕਦਮ ਕਹਿੰਦੇ ਦਵਿਜ ਦੀ ਸੁਰਤ 'ਚ ਪਤਾ ਨਹੀਂ ਕਿਵੇਂ, ਜਿਵੇਂ ਕੁਦਰਤ ਰੱਬ ਦੀ ਆ, ਕਰਤਾਰ ਦਾ ਹੁਕਮ ਰੱਬ ਦਾ, ਉਹ ਪੋਥੀ ਨੂੰ ਐਵੇਂ ਚੁੱਕ ਕੇ ਬੰਦ ਕਰਦਾ ਤੇ ਕਹਿੰਦਾ ਮੈਨੂੰ ਨਾਨਕੀ ਨੇ ਕੁਛ ਨਹੀਂ ਵੇਖਣ ਦਿੱਤਾ, ਮੈਨੂੰ ਨਹੀਂ ਸਮਝ ਆਉਂਦੀ ਇਸ ਬਾਲਕ ਦਾ ਕੀ ਨਾਮ ਰੱਖਣਾ ਹੈ। ਜਦੋਂ ਇਹ ਬਾਤ ਕਹਿ ਰਿਹਾ ਹੈ, ਉਸੇ ਸਮੇਂ ਉਹਦੇ ਮੁਖ 'ਚੋਂ 2-3 ਵਾਰੀ ਨਿਕਲਿਆ,
ਆ ਨਾਨਕੀ ਬਸ ਕਦੀ ਇੱਧਰ ਆ ਜਾਂਦੀ, ਕਦੀ ਨਾਨਕੀ, 2-3 ਵਾਰੀ ਐਵੇਂ ਕਹਿ ਕੇ ਕਹਿੰਦਾ ਮੇਰੀ ਜਾਚੇ ਨਾਮ ਰੱਖ ਲਓ ਨਾਨਕ। ਨਾਨਕੀ ਤੋਂ ਰਿਫਲੈਕਟ ਹੋਇਆ ਨਾਮ ਆ ਗਿਆ ਨਾਨਕ। ਇੱਥੋਂ ਬਾਬਾ ਜੀ ਦੇ ਕਹਿੰਦੇ ਨਾਮਕਰਨ ਦੀ ਬਾਤ ਆਉਂਦੀ ਹੈ। ਕਵੀ ਜੀ ਥੋੜਾ ਜਿਹਾ ਨੂੰ ਟਵਿਸਟ ਕਰਕੇ ਬਿਆਨ ਕਰਦੇ ਨੇ ਇੱਥੇ, ਪਰ ਰੰਗ ਉਹੋ ਹੀ ਹੈ। ਨਾਨਕ ਨਾਮ ਦੇ ਵਿੱਚ 2 ਨੰਨੇ ਆ ਰਹੇ ਨੇ, ਨਾ ਫਿਰ ਨਾਨਕ। ਅੱਛਾ, ਸਾਡੀ ਆਮ ਫਿਤਰਤ ਕੀ ਹੁੰਦੀ ਏ? ਅਸੀਂ ਆਮ ਕਰਕੇ ਕਹਿੰਦੇ ਕਿਸੇ ਗੱਲ ਨੂੰ ਨਾ ਨਹੀਂ ਕਰਨੀ। ਨਹੀਂ, ਨੰਨਾ ਨਹੀਂ ਪਾਉਣਾ ਕਿਸੇ ਗੱਲ ਨੂੰ। ਕਹਿੰਦੇ ਤੇਰੀ ਤੇ ਗੱਲ ਹੀ ਨਾ ਤੋਂ ਸ਼ੁਰੂ ਹੁੰਦੀ, ਦੱਸੋ ਤੂੰ ਨਾ ਹਰ ਗੱਲ ਤੇ ਨਾ ਹੀ ਕਰਿਆ ਕਰ। ਇੱਥੇ ਲਾ ਆਫ ਅਟਰੈਕਸ਼ਨ ਅਮਰੀਕਾ ਲੋਕੀ ਬੜਾ ਪੜ੍ਹਦੇ, ਕਹਿੰਦੇ ਨੈਵਰ ਟਰਾਈ ਟੂ ਯੂਜ਼ ਵਰਡ ਨੋ। ਜੇ ਤੁਸੀਂ ਕੋਈ ਕੰਮ ਨਹੀਂ ਵੀ ਨਾ ਕਰਨਾ ਤਾਂ ਵੀ ਵਰਡ ਨੋ ਯੂਜ਼ ਕਰਨ ਦੀ ਬਜਾਏ ਉਹਦਾ ਕੋਈ ਹੋਰ ਰਿਪਲੇਸਮੈਂਟ ਲੱਭੋ, ਉਹਦੇ ਵਾਸਤੇ ਕੋਈ ਹੋਰ ਵਰਡ ਯੂਜ਼ ਕਰੋ ਇਸ ਰੂਪ ਦੇ ਵਿੱਚ। ਅੱਛਾ, ਸਾਡੇ ਤੇ ਬਾਪੂ ਦੇ ਨਾਂ 'ਚ ਹੀ 2 ਨੰਨੇ ਆ ਜਾਂਦੇ ਨੇ। ਇਹ ਕੀ ਗੱਲ ਬਣੀ? ਕਿਉਂ? ਕਿਉਂਕਿ ਸਾਡਾ ਬਾਪੂ ਉਹ ਹੈ ਜਿਹਨੇ ਕਹਿਣਾ ਆ ਮਨ ਵਿੱਚ ਕਲੈਰਿਟੀ ਲੈ ਕੇ ਆ ਬੰਦੇ, ਜਿਹੜਾ ਕੰਮ ਕਰਨਾ ਹੈ ਇਹ ਬਾਅਦ 'ਚ ਵੇਖਾਂਗੇ, ਜਿਹੜਾ ਕੰਮ ਨਹੀਂ ਕਰਨਾ ਉਹ ਪਹਿਲਾਂ ਤੈਅ ਕਰ ਲਿਆ ਜਾਏ। ਧਰਤੀ ਤੇ ਬੰਦੇ ਦੀ ਮੁਸ਼ਕਲ ਇਹ ਨਹੀਂ ਗੀ ਕਿ ਬੰਦੇ ਨੇ ਕਰਨਾ ਕੀ ਹੈ ਇਹ ਫਾਈਨਲਾਈਜ਼ ਕਰਨਾ ਹੈ। ਬੰਦੇ ਦੀ ਮੁਸ਼ਕਲ ਇਹ ਹੈ ਬੰਦੇ ਨੇ ਕੀ ਨਹੀਂ ਕਰਨਾ, ਇਹ ਬੰਦੇ ਤੋਂ ਫਾਈਨਲ ਨਹੀਂ ਹੋ ਰਿਹਾ। ਬੰਦਾ ਹਰ ਚੀਜ਼ 'ਚ ਸਟਕ ਪਿਆ, ਜੋ ਮਰਜ਼ੀ ਕਰਵਾ ਲਓ ਉਹਦੇ ਕੋਲੋਂ। ਉਹਨੂੰ ਇਹ ਕਹਿਣਾ ਵੀ ਨਾ ਆਹ ਚੀਜ਼ ਨਹੀਂ ਕਰਨੀ। ਤੇ ਬਾਬਾ ਜੀ ਨੇ ਬਾਣੀ ਸ਼ੁਰੂ ਹੀ ਇੱਥੋਂ ਕੀਤੀ। ਤੁਸੀਂ ਜਪਜੀ ਸਾਹਿਬ ਪੜ੍ਹੋ, ਮਹਾਰਾਜ ਕਿੱਥੋਂ ਸ਼ੁਰੂ ਕਰਦੇ? ਸੋਚੈ ਸੋਚ ਨਾ ਹੋਵੇ। ਕਿਆ ਆਹ ਚੀਜ਼ ਸੋਚ ਪਹਿਲਾਂ, ਇਹਦੇ ਤੇ ਧਿਆਨ ਦੇ, ਨਾ ਤੋਂ ਗੱਲ ਸ਼ੁਰੂ ਹੋਣੀ ਹੈ। ਸੁਚਮਤਾ ਦੇ ਕਿਹੜੇ ਚੱਕਰ 'ਚ ਪਿਆ? ਇਹ ਕੰਮ ਨਹੀਂ ਕਰਨਾ, ਚੁੱਪੈ ਚੁੱਪ ਨਾ ਹੋਵਈ। ਗੱਲ ਹੀ ਇੱਥੋਂ ਸ਼ੁਰੂ ਕੀਤੀ ਬਾਪੂ ਨੇ। ਸੋ ਨਾਨਕ ਨਾਮ द्विज ने ब्राह्मण ने आके सजेस्ट किया, कहन लगा सिस को नानक नाम धरीजै, इहदा नानक नाम धरो, इसकी सरबर को ना जनीजै। मैनू लगता है नानक दे नाम दा बराबर दा नाम कोई होर धरती ते हो नहीं सकता जी। चौपई पंडित कह सो पवायो चोला, तब कालू मुख ते बच बोला। ਕਹਿੰਦੇ ਜਦੋਂ ਨਾਮਕਰਨ ਸੰਸਕਾਰ ਕੀਤਾ ਜਾਂਦਾ, ਨਾਮ ਪੂਰਾ ਹੋਇਆ, ਉਦੋਂ ਪੰਡਤ ਨੇ ਕਿਹਾ ਲਿਆਓ ਹੁਣ ਇਸ ਬੱਚੇ ਨੂੰ ਚੋਲਾ ਪਵਾਈਏ, ਇਹਨੂੰ ਝਿੱਗਾ, ਜਿਸ ਨੂੰ ਅਸੀਂ ਸ਼ਰਟ ਕਹਿੰਦੇ ਆ, ਪੰਜਾਬੀ ਝੱਗਾ ਕਹਿ ਦਿੰਦੇ ਆ, ਕੁੜਤਾ ਕਹਿੰਦੇ ਆ, ਉਸ ਰੂਪ 'ਚ ਉਹ ਪਾ ਦਿੱਤਾ ਜਾਏ। ਮੇਨ ਹੁਣ ਇਹਨੂੰ ਪ੍ਰੋਪਰ ਕੱਪੜੇ ਪਾ ਦਿੱਤੇ ਜਾਣ। ਕਿਆ ਕਿ ਹੁਣ ਇਸ ਨੂੰ ਕਿਹਾ ਪੰਡਤ ਕਹਿ ਸੋ ਪਵਾਓ ਚੋਲਾ, ਤਬ ਕਾਲੂ ਮੁਖ ਤੇ ਬਚ ਬੋਲਾ। ਜਦੋਂ ਇਹ ਚੋਲਾ ਪਾਇਆ ਗਿਆ, ਇਹ ਕਹਿ ਲਓ ਕਸਟਮ ਪੂਰਾ ਕੀਤਾ ਗਿਆ, ਰਸਮ ਪੂਰੀ ਕੀਤੀ ਗਈ, ਫਿਰ ਬਾਬਾ ਕਾਲੂ ਜੀ ਨੇ ਇਹ ਆਪਣੀ ਜ਼ਬਾਨ ਤੋਂ ਬੋਲਣਾ ਕੀਤਾ ਜੀ। ਰਲ ਮਿਲ ਨਾਮ ਸੋ ਤੁਰਕਨ ਹਿੰਦੂ, ਨਹਿ ਰਾਖਵ ਇਹ ਨਾਮ ਦਿਜਿੰਦੂ। ਕਹਿੰਦੇ ਨੇ ਬਾਬਾ ਕਾਲੂ ਜੀ ਨੇ ਕਿਹਾ द्विज जी, द्विजिंदू ਪੰਡਤ ਜੀ, ਆਹ ਨਾਮ ਕੀ ਰੱਖਤਾ ਤੁਸੀਂ? ਪਤਾ ਹੀ ਨਹੀਂ ਲੱਗਦਾ ਨਾਮ ਤੋਂ ਹਿੰਦੂ ਹੈ ਕਿ ਮੁਸਲਮਾਨ ਹੈ। ਨਾਮ ਇੰਨੀ ਤੇ ਕਲੈਰਿਟੀ ਲੈ ਕੇ ਆਵੇ, ਪਤਾ ਤੇ ਲੱਗੇ ਹਿੰਦੂ ਹੈ ਕਿ ਮੁਸਲਮਾਨ ਹੈ। ਆਖਰਕਾਰ ਇੰਨਾ ਤੇ ਨਾਮ ਹੋਣਾ ਚਾਹੀਦਾ ਹੈ। ਕਹਿੰਦੇ ਰਲ ਮਿਲ ਨਾਮ ਸੋ ਤੁਰਕਨ ਹਿੰਦੂ, ਤੁਰਕਾਂ ਤੇ ਹਿੰਦੂਆਂ ਦਾ ਰਲਿਆ ਮਿਲਿਆ ਜਾਂ ਨਾਂ ਰੱਖਤਾ ਤੁਸੀਂ। ਇਹ ਨਹਿ ਰਾਖਵ ਇਹ ਨਾਮ ਦਵਿੰਦੂ। ਕਿਆ ਇਹ ਨਾਮ ਨਹੀਂ ਰੱਖਣਾ? ਬਾਬਾ ਕਾਲੂ ਨੇ ਇਹ ਨਾਨਕ ਨਾਮ ਰੱਖਣ ਤੋਂ ਨਾ ਕਰਨ ਦੀ ਬਾਤ ਕੀਤੀ। ਕਿਆ ਇਹ ਨਾਮ ਮੈਨੂੰ ਪਸੰਦ ਨਹੀਂਗਾ ਜੀ। ਅਵਰ ਨਾਮ ਕੋ ਸੋਧ ਤਰੀਜੈ, ਹਿਰਦੈ ਸੁਭਾ ਸੁਭ ਭੇਵ ਲਖੀਜੈ। ਕੋਈ ਹੋਰ ਨਾਮ ਸੋਧ ਕਰਕੇ ਰੱਖੋ, ਹਿਰਦੇ ਵਿੱਚ ਚੰਗਾ ਮਾੜਾ ਇੱਕ ਵਾਰੀ ਜ਼ਰੂਰ ਵਿਚਾਰ ਲਵੋ। ਹਿਰਦੈ ਸੁਭਾ ਸੁਭ ਭੇਵ ਲਖੀਜੈ, ਵੀ ਇਸ ਚੀਜ਼ ਨੂੰ ਜਾਣੋ, ਜਾਣ ਕੇ ਫਿਰ ਉਸ ਤੋਂ ਬਾਅਦ ਨਾਮ ਦੀ ਜਿਹੜੀ ਬਾਤ ਕਰੋ। ਇਹ ਨਾਮ ਬਾਬਾ ਕਾਲੂ ਕਹਿੰਦੇ ਮੇਰੀ ਜਾਚੇ ਮੈਨੂੰ ਪਸੰਦ ਨਹੀਂ ਆ ਰਿਹਾ ਜੀ। ਜੋ ਖੱਤਰੀ ਕੇ ਕੁਲ ਭਲ ਲਾਗੈ, ਧਰੋ ਨਾਮ ਅਸ ਵਿਪਰ ਸੁਭਾਗੈ। ਕਿਆ ਪੰਡਤ ਜੀ, ਜੋ ਖੱਤਰੀਆਂ ਦੀ ਕੁਲ ਦੇ ਵਿੱਚ ਭਲਾ ਨਾਮ, ਭਾਗਾਂ ਵਾਲਾ ਕੋਈ ਨਾਮ ਹੋਏ, ਉਹ ਰੱਖੋ। ਕੋ ਢੁਕਵਾਂ ਕੋ ਕੁਲ ਦੇ ਅਨੁਕੂਲ, ਜੋ ਖੱਤਰੀ ਕੇ ਕੁਲ ਭਲ ਲਾਗੈ, ਧਰੋ ਨਾਮ ਅਸ ਵਿਪਰ ਸੁਭਾਗੈ। ਹੇ ਪੰਡਤ ਜੀ, ਇਹਦਾ ਨਾਮ ਕੁਝ ਉਸ ਕਿਸਮ ਦਾ ਰੱਖਣਾ ਕਰੋ ਜੀ। ਦੋਹਰਾ ਪੂਰਬ ਰਾਖੈ ਨਾਮ ਜੇ, ਪਛ ਹਿੰਦੂਅਨ ਜੋਏ। ਜੋ ਸਾਡੀ ਹਿੰਦ ਕੀ ਰੀਤ ਆ, ਉਹਦੇ ਮੁਤਾਬਕ ਜੋ ਪਹਿਲਾਂ ਤੋਂ ਰੱਖੇ ਹੋਏ ਨਾਮ ਨੇ, ਉਹਨਾਂ ਨਾਮਾਂ ਦਾ ਦੁਹਰਾਓ ਕੀਤਾ ਜਾਂਦਾ। ਜਿਵੇਂ ਅਜੇ ਹੁਣੇ ਗੁਰੂ ਸਾਹਿਬ ਦੇ ਜਿਹੜਾ 10 ਪਾਤਸ਼ਾਹੀਆਂ ਦੇ 9 ਪਾਤਸ਼ਾਹੀਆਂ ਦੇ ਨਾਮ ਤੁਹਾਡੇ ਸਾਹਮਣੇ ਉਹ 'ਚੋਂ ਦੁਹਰਾ ਕੇ ਦੱਸੇ। ਅਕਸਰ ਨਾਮ
ਉਹੀ ਰੈਪੀਟੀਸ਼ਨ ਵਿੱਚ ਵਾਰ-ਵਾਰ ਆਉਂਦੇ ਨੇ। ਇਹਦੇ 'ਚ ਮੈਂ ਛੋਟੀ ਜਿਹੀ ਇੰਨੀ ਕੁ ਬੇਨਤੀ ਜ਼ਰੂਰ ਕਰਾਂਗਾ, ਬਾਏ ਚਾਂਸ ਅਸੀਂ ਇੱਥੇ ਬਾਤ ਕਰ ਰਹੇ ਹਾਂ। ਨਾਰਥ ਅਮਰੀਕਾ ਦੇ ਅੰਦਰ ਜਿਹੜਾ ਸਭ ਤੋਂ ਵੱਡਾ ਕ੍ਰਾਈਸਿਸ ਯੰਗ ਬੱਚਿਆਂ ਦੇ 'ਚ, ਖਾਸ ਕਰਕੇ ਸਾਡੀ ਜਿਹੜੀ ਸੈਕਿੰਡ ਜਨਰੇਸ਼ਨ ਆ, ਇਹਦੇ 'ਚ ਦੇਖਿਆ ਜਾ ਰਿਹਾ, ਉਹ ਹੈ ਆਈਡੈਂਟੀਟੀ ਕ੍ਰਾਈਸਿਸ। ਹੂ ਵੀ ਆਰ, ਅਸੀਂ ਕੌਣ ਆ, ਇਹ ਬੜਾ ਵੱਡਾ ਕ੍ਰਾਈਸਿਸ ਆ। ਬੱਚਿਆਂ ਦੇ ਵਿੱਚ ਇੱਕ ਅਜੀਬ ਤਰ੍ਹਾਂ ਦਾ ਡਾਇਲੇਮਾ ਹੈਗਾ, ਕਨਫਿਊਜ਼ਨ ਆ, ਕਿਉਂਕਿ ਘਰੇ ਜਾਂਦੇ ਨੇ, ਲੈਂਗੁਇਸਟਿਕ ਦੇ ਪੱਖ ਤੋਂ ਦੇਖੋ, ਭਾਸ਼ਾ ਦੇ ਪੱਖ ਤੋਂ ਦੇਖੋ, ਬੱਚਿਆਂ ਨੂੰ ਗ੍ਰੇਡ 9 10 ਤੋਂ ਬਾਅਦ ਇੰਨੀ ਸਟਰਗਲ ਆਉਂਦੀ ਹੈ ਨਾ ਲਿਟਰੇਚਰ ਦੇ ਵਿੱਚ, ਜਿਹੜਾ ਲੈਂਗੁਏਜ ਦੇ ਵਿੱਚ ਆਪਣੇ ਆਪ ਨੂੰ ਸਟੈਬਲਿਸ਼ ਕਰਨ ਵਾਸਤੇ ਬਹੁਤ ਹਾਰਡ ਹੋ ਜਾਂਦਾ। ਜਦੋਂ ਕੰਪਲੈਕਸਿਟੀ ਭਾਸ਼ਾ ਦੀ ਸ਼ੁਰੂ ਹੁੰਦੀ ਏ, ਉਹ ਸਟਰਗਲ ਕਰਦੇ ਨੇ। ਉਹਦਾ ਰੀਜ਼ਨ ਇਹ ਬਣਦਾ ਹੈ, ਘਰੇ ਜਾ ਕੇ ਪੰਜਾਬੀ ਬੋਲਣੀ ਹੈ, ਸਕੂਲੇ ਆ ਕੇ ਅੰਗਰੇਜ਼ੀ ਬੋਲਣੀ ਹੈ। ਹੁਣ ਉਹਨਾਂ ਨੇ ਕਿਸ ਚੀਜ਼ ਵਿੱਚ ਸੋਚਣਾ ਆ, ਇਹ ਮੁਸ਼ਕਲ ਖੜੀ ਹੋ ਗਈ, ਕਿਉਂਕਿ ਭਾਸ਼ਾ ਸਿਰਫ ਮੂੰਹ ਤੋਂ ਬੋਲਣ ਜੋਗੀ ਨਹੀਂ ਹੁੰਦੀ। ਭਾਸ਼ਾ ਪਹਿਲਾਂ ਬੰਦੇ ਦੇ ਅੰਦਰ ਸੋਚੀ ਜਾਂਦੀ ਹੈ। ਜੋ ਕੁਝ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ ਨਾ, ਇਤਨਾ ਫਾਸਟ ਐਕਟ ਹੋ ਰਿਹਾ ਮੇਰੇ ਬ੍ਰੇਨ ਦੇ ਵਿੱਚ, ਮੇਰਾ ਬ੍ਰੇਨ ਪਹਿਲਾਂ ਉਹਨੂੰ ਚੂ ਕਰ ਰਿਹਾ, ਤਾਂ ਜਾ ਕੇ ਉਹ ਮੂੰਹ ਦੇ ਵਿੱਚੋਂ ਉਸ ਰੂਪ ਵਿੱਚ ਨਿਕਲ ਰਿਹਾ। ਜੇ ਉਹ ਬ੍ਰੇਨ ਦਾ ਚੂ ਕਰਨਾ ਕਿਤੇ ਥੋੜ੍ਹਾ ਜਿਹਾ, ਜਿਵੇਂ ਸਪੋਜ਼ ਕਰੋ ਕਿਤੇ ਮੈਂ ਇੰਗਲਿਸ਼ 'ਚ ਕੁਝ ਚੀਜ਼ਾਂ ਬੋਲਣ ਵਾਸਤੇ ਉਸ ਤਰੀਕੇ ਨਾਲ ਸ਼ੁਰੂ ਹੋ ਜਾਣਾ, ਉਹਦਾ ਵੱਡਾ ਕਾਰਨ ਇਹਦਾ ਵੀ ਜਿੱਥੇ ਮੈਂ ਹੈਜ਼ੀਟੇਟ ਕਰਦਾ, ਵੀ ਮੈਂ ਕੁਝ ਚੀਜ਼ਾਂ ਪੰਜਾਬੀ 'ਚ ਕਹਿਣ ਲੱਗਿਆ ਹੈਜ਼ੀਟੇਟ ਕਰਦਾ, ਕਈ ਵਾਰ ਕੁਝ ਇਸ ਕਿਸਮ ਦੀ ਗੱਲ ਹੁੰਦੀ ਹੈ। ਇੰਗਲਿਸ਼ 'ਚ ਕਹਿਣਾ ਮੈਨੂੰ ਥੋੜ੍ਹਾ ਜਿਹਾ ਮੈਂ ਕੰਫਰਟੇਬਲ ਫੀਲ ਕਰਨਾ ਸ਼ੁਰੂ ਕਰ ਦੇਣਾ, ਤਾਂ ਉਹਦੇ ਵਿੱਚ ਲਗਾਤਾਰ ਬੋਲਣ ਦੇ ਵਿੱਚ ਮੈਨੂੰ ਵੀ ਥੋੜ੍ਹੀ ਮੁਸ਼ਕਲ ਆਉਂਦੀ। ਕਿਉਂ? ਕਿਉਂਕਿ ਕਈ ਵਾਰੀ ਚੀਜ਼ਾਂ ਮੈਂ ਅੰਗਰੇਜ਼ੀ ਵਿੱਚ ਉਸੇ ਰੂਪ ਵਿੱਚ ਨਹੀਂ ਸੋਚ ਰਿਹਾ ਹੁੰਦਾ, ਪੰਜਾਬੀ ਵਿੱਚ ਸੋਚ ਕੇ ਇੰਗਲਿਸ਼ 'ਚ ਉਹਨੂੰ ਟਰਾਂਸਲੇਟ ਕਰ ਰਿਹਾ ਹੁੰਦਾ, ਚੂਕ ਮੇਰਾ ਕਰਨਾ ਰੁਕ ਜਾਂਦਾ ਉਹਦੇ 'ਚ। ਇਹ ਨੈਚੁਰਲ ਪ੍ਰੋਸੈਸ ਆ, ਇਹਦੇ 'ਚ ਮੇਰੀ ਕੌਨਸ਼ੀਅਸ, ਮੇਰੀ ਚੇਤਨਾ, ਅਵੇਅਰ ਲੈਵਲ 'ਤੇ ਮੈਂ ਕੁਛ ਨਹੀਂ ਕਰ ਰਿਹਾ, ਇਹ ਸਭ ਕੁਝ ਅਨਕੌਨਸ਼ੀਅਸ ਲੈਵਲ 'ਤੇ ਹੋ ਰਿਹਾ। ਇਹ ਸਾਰਾ ਕੁਝ ਮੇਰੇ ਅੰਦਰ, ਜਿਹੜਾ ਸੁਪਨਾ ਆ, ਸੁਪਨਾ ਮੋਸਟਲੀ ਤੁਹਾਡੀ ਮਾਂ ਬੋਲੀ ਵਿੱਚ ਆਉਂਦਾ। ਤੁਹਾਨੂੰ ਸੁਪਨਾ ਕਦੀ ਵੀ ਸਿੱਖੀ ਹੋਈ ਭਾਸ਼ਾ ਵਿੱਚ ਨਹੀਂ ਆਉਂਦਾ। ਸੁਪਨਾ ਤੁਹਾਨੂੰ ਹਮੇਸ਼ਾ ਉਸ ਜਗ੍ਹਾ 'ਤੇ ਉਸ ਖਿਆਲਾਂ ਵਿੱਚੋਂ ਆਏਗਾ ਜਿਹਦੇ 'ਚ ਤੁਸੀਂ ਜ਼ਿੰਦਗੀ 'ਚ ਬਹੁਤ ਜ਼ਿਆਦਾ ਡੀਪ ਲੈਵਲ 'ਤੇ ਇਨਵੋਲਵ ਹੋ ਚੁੱਕੇ ਹੋ। ਜਿੱਥੇ ਤੁਸੀਂ ਡੀਪਲੀ ਇਨਵੋਲਵ ਨਹੀਂ ਹੈਗੇ, ਉਹਦੇ ਤੁਹਾਨੂੰ ਸੁਪਨੇ ਨਹੀਂ ਆਉਣਗੇ, ਉਹਦੇ ਤੁਹਾਨੂੰ ਖਿਆਲ ਨਹੀਂ ਆਉਣਗੇ। ਇਸ ਤਰ੍ਹਾਂ ਜਾਣੋ, ਜਿਹੜਾ ਇੱਕ ਕਪਲ ਆ ਨਾ, ਅਸੀਂ ਜਦੋਂ ਕਾਉਂਸਲਿੰਗ ਕਰਦੇ ਹਾਂ, ਕਪਲ ਕਾਉਂਸਲਿੰਗ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ, ਜਦੋਂ ਕਿਤੇ ਕਪਲਸ ਦਾ ਰਿਲੇਸ਼ਨਸ਼ਿਪ ਇੱਕ ਮੈਚਿਓਰ ਲੈਵਲ 'ਤੇ ਆਉਂਦਾ ਆ, ਉਹਨੂੰ ਇੱਕ ਦੂਜੇ ਦੇ ਬਾਬਤ ਸੁਪਨੇ ਆਉਣੇ ਸ਼ੁਰੂ ਹੋ ਜਾਂਦੇ ਨੇ। ਅਦਰਵਾਈਜ਼ ਜ਼ਿਆਦਾਤਰ ਕਪਲਸ ਨੂੰ ਜਦੋਂ ਪੁੱਛਿਆ ਜਾਂਦਾ ਹੈ ਸੁਪਨੇ, ਉਹਨਾਂ ਦੇ ਸਿਬਲਿੰਗਸ ਦੇ ਉਹਨੂੰ ਸੁਪਨੇ ਦਿਸਦੇ ਨੇ, ਉਹਨਾਂ ਦੇ ਪੇਰੈਂਟਸ ਦੇ ਹੁੰਦੇ ਨੇ ਸੁਪਨਿਆਂ ਵਿੱਚ, ਅਜੇ ਰਿਲੇਸ਼ਨਸ਼ਿਪ ਮੈਚਿਓਰ ਲੈਵਲ 'ਤੇ ਨਹੀਂ ਆਈ। ਇਟਸ ਓਨਲੀ ਔਨ ਸੁਪਰਫਿਸ਼ੀਅਲ, ਔਨ ਸਰਫੇਸ ਲੈਵਲ। ਇਹ ਚੀਜ਼ਾਂ ਬੜੇ ਹਿਊਮਨ ਬਿਹੇਵੀਅਰ ਨੂੰ ਸਮਝਣਾ ਹੋਏ, ਜਿਹੜਾ ਬਿਹੇਵੀਅਰ ਸਾਇੰਸਿਸ ਨੇ ਬੜੇ ਕੰਪਲੈਕਸ ਇਸ਼ੂ ਨੂੰ ਅੱਜ ਕੱਲ੍ਹ ਈਜ਼ੀ ਕਰ ਦਿੰਦੀਆਂ ਨੇ ਸਾਡੇ ਵਾਸਤੇ। ਸੋ ਇਹ ਬਾਤ ਹੁੰਦੀ ਹੈ। ਨਾ ਮਾਤਰ ਜਿਹੜੀ ਬੇਨਤੀ ਕਰਨ ਲੱਗਾ, ਜਿਹੜਾ ਆਈਡੈਂਟੀਟੀ ਕ੍ਰਾਈਸਿਸ ਆ, ਇਹ ਬੜਾ ਡੀਪ ਆ। ਇਹਦੇ 'ਚ ਸਭ ਤੋਂ ਪਹਿਲਾਂ ਲੈਂਗੁਇਸਟਿਕ ਸਾਈਡ ਤੋਂ ਪ੍ਰੋਬਲਮ ਆਉਂਦੀ ਹੈ। ਹੂ ਐਮ ਆਈ? ਬੱਚਿਆਂ ਦੇ ਬਾਬਤ ਤੁਸੀਂ ਆਮ ਕਰਕੇ ਦੇਖੋਗੇ, ਇੱਥੋਂ ਦੇ ਸਾਡੇ ਘਰਾਂ ਦੇ ਜੰਮੇ ਪਲੇ ਬੱਚੇ ਉਹ ਆਪਣੇ ਮਾਪਿਆਂ ਨੂੰ ਨਾਰਮਲੀ ਕਹਿੰਦੇ ਨੇ, ਯੂ ਇੰਡੀਅਨਸ, ਯੂ ਗਾਇਜ਼, ਯੂ ਡੋਂਟ ਨੋ ਐਨੀਥਿੰਗ। ਅੱਛਾ, ਬੜੇ ਬੜੇ ਪ੍ਰੋਫੈਸ਼ਨਲ ਲੋਕ, ਮਤਲਬ ਮਾਪੇ ਇਹ ਨਹੀਂਗਾ ਕਿ ਆਮ ਅਸੀਂ ਕਈ ਵਾਰੀ ਕਹਿੰਦੇ ਆ ਅਸੀਂ ਤੇ ਹੀ ਲੇਬਰ ਕਰਨ ਵਾਲੇ ਬੱਚੇ ਆ, ਸਾਨੂੰ ਨਿਆਣੇ ਵੀ ਐਵੇਂ ਬੋਲ ਦਿੰਦੇ ਨੇ। ਨਹੀਂ, ਜਿਨ੍ਹਾਂ ਦੇ ਮਾਪੇ ਇੰਜੀਨੀਅਰ ਨੇ, ਡਾਕਟਰਸ ਨੇ, ਹਾਈਲੀ ਐਜੂਕੇਟਡ ਨੇ, ਟੀਚਰ ਨੇ, ਉਹਨਾਂ ਦੇ ਬੱਚੇ ਵੀ ਐਵੇਂ ਕਹਿੰਦੇ ਸੁਣੇ ਜਾਂਦੇ ਨੇ, ਯੂ ਡੋਂਟ ਨੋ ਐਨੀਥਿੰਗ। ਇਹਦਾ ਕਾਰਨ ਕੀ ਹੈ? ਇੱਕ ਤੇ ਚਾਈਲਡਿਸ਼ ਬਿਹੇਵੀਅਰ ਆ, ਦੂਸਰਾ ਕਿਉਂਕਿ ਉਹਨਾਂ ਦੀ ਇੱਕ ਆਪਣੀ ਸਟਰਗਲ ਆ, ਉੱਥੋਂ ਪੈਦਾ ਹੁੰਦਾ। ਫਿਰ ਜਿਹੜਾ ਨਾਮ ਆ, ਹੁਣ ਤੇ ਕੁਝ ਚੀਜ਼ਾਂ ਬੜੀਆਂ ਕਮਾਲ ਦੀਆਂ ਬਦਲੀਆਂ। ਇੱਕ ਕ੍ਰੈਡਿਟ ਇੱਕ ਸ਼ਖਸ ਨੂੰ ਦੇਣਾ ਬਣਦਾ ਹੈ, ਜਗਮੀਤ ਸਿੰਘ ਨੂੰ। ਜੇ ਤੁਹਾਡੀ ਉਹਦੇ ਨਾਲ ਸਹਿਮਤੀ ਹੈ ਵਿਚਾਰਧਾਰਾ ਕਰਕੇ, ਨਹੀਂ ਸਹਿਮਤੀ ਇੱਕ ਪੋਲੀਟੀਕਲ ਸਾਈਡ 'ਤੇ ਤੁਸੀਂ ਮੰਨਦੇ ਹੋ ਨਹੀਂ ਮੰਨਦੇ, ਪਰ ਵਰਲਡ ਸਟੇਜ 'ਤੇ ਖੜੇ ਹੋ ਕੇ, ਪਾਰਲੀਮੈਂਟ ਦੇ 'ਚ ਖੜੇ ਹੋ ਕੇ ਜਦੋਂ ਉਹਨੂੰ ਕੋਈ ਆਵਾਜ਼ ਇਹ ਰੂਪ ਵਿੱਚ ਕਹਿੰਦਾ ਵੀ ਨਾਓ ਜਗਮੀਤ, ਯੂ ਕੈਨ ਐਕਚੁਅਲੀ ਕਮ ਔਨ ਮਾਈਕ ਐਂਡ ਯੂ ਕੈਨ ਆਸਕ ਅ ਕੁਐਸਚਨ ਟੂ ਆਵਰ ਗਵਰਨਮੈਂਟ ਔਰ ਗਵਰਨਮੈਂਟ ਪੀਪਲ। ਉਹ ਕਹਿੰਦਾ, ਆਈ ਐਮ ਸੋ ਸੌਰੀ ਸਪੀਕਰ, I would like to actually ask you one favor for me, and that's my right. Can you pronounce my name properly? Ukinda, I am so sorry. What's wrong with my pronunciation? Am I saying something wrong? Kinda, yes. My name is not Jagmeet. My name is Jagmeet.
If you have a hard time, I will help you how to pronounce it. Because ਇਹ ਇੱਥੋਂ ਬਾਤ ਹੋਈ। ਹੁਣ ਤੁਸੀਂ ਦੇਖੋ CTV, CBC, ਗਲੋਬਲ ਮੀਡੀਆ, ਐਨੀ ਸੋਰਟ ਆਫ, ਉਹਦਾ ਨਾਮ ਪ੍ਰੋਨਾਉਂਸ ਕਰਦੇ ਨੂੰ ਸੁਣਿਆ ਜੇ ਕਿਸੇ ਐਂਕਰ ਨੇ, no one gonna say Jagmeet, they gonna say Jagmeet. ਐਂਡ ਸੇਮ ਵੇ ਦੇ ਨਾਲ ਇਹ ਕੀ ਹੈ? ਇਹ ਹੈ ਜਦੋਂ ਤੁਹਾਨੂੰ ਆਪਣੀ ਆਈਡੈਂਟੀਟੀ ਤੇ ਆਪ ਤੁਹਾਨੂੰ ਪ੍ਰਾਈਡ ਆ ਜਾਂਦਾ ਹੈ। ਇੱਥੋਂ ਬਾਤ ਸ਼ੁਰੂ ਹੁੰਦੀ ਹੈ। ਬੰਦਾ ਕਹਿੰਦਾ ਹੈ ਵੈਨ ਯੂ ਆਰ ਰੋਮ ਲਿਵ ਲਾਈਕ ਰੋਮਨ, ਬਟ ਵੀ ਆਰ ਨੋਟ ਇਨ ਰੋਮ ਐਨੀ ਮੋਰ। ਦਿਸ ਹੋਲ ਵਰਲਡ ਇਜ਼ ਅ ਗਲੋਬਲ ਵਿਲੇਜ। ਅਸੀਂ ਹੁਣ ਰੋਮ ਵਿੱਚ ਨਹੀਂ ਹੈਗੇ, ਅਸੀਂ ਸਾਰੇ ਗਲੋਬਲ ਵਿਲੇਜ 'ਚ ਹਾਂ। ਅਸੀਂ ਸਾਰੇ ਇੱਕ ਇਮੀਗ੍ਰਾਂਟ ਕਹਿ ਲਓ ਸਟਰਕਚਰ ਦੇ ਵਿੱਚ ਰਹਿ ਰਹੇ ਹਾਂ। ਮਾਈਗ੍ਰੇਸ਼ਨ ਇਜ਼ ਏ ਨਿਊ ਰਿਐਲਿਟੀ ਇਸ ਗਲੋਬਲ ਵਰਲਡ ਇਨ ਦਿਸ ਐਕਚੁਅਲੀ ਅੱਜ ਦਾ ਸਿਨੈਰੀਓ ਹੈਗਾ ਇਹਦੇ ਵਿੱਚ। ਸੋ ਇੱਥੇ ਇੱਕ ਨਵੀਂ ਚੀਜ਼ ਆ ਰਹੀ ਹੈ। ਮਾਫੀ ਮੰਗਾਂਗਾ, ਸਾਡੀ ਤੇ ਗੁਰਦੁਆਰੇ ਦੇ ਵਿੱਚ ਸਾਡੀ ਤਾਲੀਮ, ਸਾਡੀ ਕਥਾ, ਸਾਡਾ ਐਜੂਕੇਸ਼ਨ ਦਾ ਸਟਰਕਚਰ, ਇਹ ਐਜੂਕੇਸ਼ਨ ਹੈ ਸਾਰੀ, ਇਹ ਸਾਰੀ ਸਾਨੂੰ ਬਦਲਣੀ ਪਏਗੀ। ਸਾਨੂੰ ਇੱਕ ਨਵੇਂ ਦੌਰ ਦਾ, ਕਿਉਂਕਿ ਨਵੀਂ ਦੌਰ ਦੇ ਹਾਣੀ ਬਣਨਾ ਹੁਣ ਅਸੀਂ। ਸਾਨੂੰ ਆਪਣੇ ਸਟਰਕਚਰ ਨੂੰ ਉਸ ਲੈਵਲ 'ਤੇ ਸਮਝ ਕੇ ਆਪਣੇ ਆਪ ਨੂੰ ਤੇ ਲੋਕਾਂ ਨੂੰ ਐਜੂਕੇਟ ਕਰਨ ਦੀ ਲੋੜ ਪਏਗੀ। ਸੋ ਇਹ ਸਾਰੇ ਦੀ ਬਾਤ ਅਸੀਂ ਇਸ ਰੂਪ ਵਿੱਚ ਅੱਗੇ ਕਰਨ ਦੀ ਕੋਸ਼ਿਸ਼ ਕਰਾਂਗੇ। ਤਵਾਰੀਖ ਦੇ ਜਿਹੜੇ ਰੰਗ ਨੂੰ ਅਸੀਂ ਪੜ੍ਹ ਰਹੇ ਹਾਂ, ਇਹਦੇ ਵਿੱਚ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਜਗਤ ਵਿੱਚ ਪ੍ਰਕਾਸ਼ ਹੋਇਆ, ਜਨਮ ਹੋਇਆ ਤੇ ਉਹਨਾਂ ਦਾ ਨਾਮਕਰਨ ਹੋ ਗਿਆ। ਧੰਨ ਨਾਨਕ ਤੇਰੀ ਵੱਡੀ ਕਮਾਈ, ਜਿਹਨੂੰ ਸਿੱਧਾ ਨੇ ਕਦੀ ਕਿਹਾ ਸੀਗਾ, ਉਸ ਵੱਡੀ ਕਮਾਈ ਵਾਲੇ ਰੱਬੀ ਪੁਰਖ ਦੀ ਆਮਦ ਹੋਈ, ਉਹਦਾ ਨਾਨਕ ਨਾਮ ਆ ਗਿਆ ਹੈ, ਜਿਹਦੇ ਉੱਤੇ ਬਾਬਾ ਕਾਲੂ ਜੀ ਅਪ੍ਰਸੰਨ ਨੇ ਪ੍ਰਸੰਨਤਾ ਦਾ ਇਜ਼ਹਾਰ ਨਹੀਂ ਕਰਦੇ। ਦੂਜ ਉਹਨਾਂ ਨੂੰ, ਪੰਡਤ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦਾ ਹੈ। ਅਸੀਂ ਇਸ ਜਗ੍ਹਾ 'ਤੇ ਅੱਜ ਖੜ੍ਹੇ ਹਾਂ। ਇੱਥੋਂ ਹੀ ਬਾਤ ਆਉਂਦੇ ਕੱਲ੍ਹ ਕਰਨ ਦੀ ਕੋਸ਼ਿਸ਼ ਕਰਾਂਗੇ, ਸ਼ੁਰੂ ਕਰਾਂਗੇ ਇੱਥੋਂ ਬਾਤ। ਅੱਜ ਵਾਸਤੇ ਦਿੱਤਾ ਹੋਇਆ ਸਮਾਂ ਸਮਾਪਤ ਆ। ਭਾਈ ਸਾਹਿਬ ਇਹਨਾਂ ਪੰਕਤੀਆਂ ਨੂੰ ਇੱਕ ਵਾਰੀ ਦੁਹਰਾ ਦਿੰਦੇ ਨੇ, ਉਹਦੇ ਨਾਲ ਹੀ ਅਸੀਂ ਫਿਰ ਜਿਹੜਾ ਹੈ ਫਤਿਹ ਦੀ ਸਾਂਝ ਪਾਵਾਂਗੇ ਜੀ। ਪੂਰਬ ਰੱਖੈ ਨਾਮ ਜੇ ਪਛ ਹਿੰਦੂਅਨ ਜੋਏ, ਸੋ ਤੁਮ ਹਿਰਦੈ ਵਿਚਾਰਿਕੈ ਕਹੋ ਨਾ ਤਰਕੈ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।